ਵਿੱਚ ਆਉਣਾ ਬਹੁਤ ਜ਼ਰੂਰੀ ਆ। ਇਸ ਕਰਕੇ ਜਿਹੜੇ ਲੋਕ ਉਹਦੇ ਘਰ ਵਿੱਚ ਆਉਂਦੇ ਕਹਿੰਦੇ ਬਹੁਤ ਧੰਨ ਮਨੁੱਖ ਹੁੰਦਾ ਜਿਹੜਾ ਆਪਣਾ ਕੰਮ ਧੰਦਾ ਸਾਰੀ ਚੀਜ਼ਾਂ ਆਪਣੀ ਖੁਆਇਸ਼ਾਂ ਛੱਡ ਕੇ ਖੁਦਾ ਦੇ ਘਰ ਵਿੱਚ ਆਉਂਦਾ ਆ। ਕਹਿੰਦੇ ਉਹ ਬਹੁਤ ਧੰਨ ਮਨੁੱਖ ਆ। ਇਸ ਕਰਕੇ ਪ੍ਰਭੂ ਨੇ ਯਿਸੂ ਮਸੀਹ ਨੇ ਕਿਹਾ ਵੀ ਜਿਹੜਾ 7ਵਾਂ ਦਿਨ ਆ ਵਿਸ਼ਰਾਮ ਦਾ ਦਿਨ ਆ, ਉਸ ਦਿਨ ਨਾ ਕੋਈ ਕੰਮ ਧੰਦਾ ਕਰੇ, ਕੁਛ ਨਾ ਕਰੋ, ਉਸ ਦਿਨ ਕੀ ਕਰੋ, ਪਰਮੇਸ਼ਵਰ ਦੀ ਮਹਿਮਾ ਕਰੋ। ਤੇ ਅੱਜ ਅਸੀਂ ਕੀ ਕਰਨ ਆਏ ਆ? ਅਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਆਏ ਆ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ ਕਰਦਾ ਖੁਦਾ ਬਾਪ। ਪ੍ਰਭੂ ਯਿਸੂ ਮਸੀਹ ਤੂੰ ਹੁਣ ਤੱਕ ਸੰਭਾਲ ਕੇ ਰੱਖਿਆ ਮੇਰੇ ਮਹਾਨ ਪਿਤਾ, ਤੇਰਾ ਧੰਨਵਾਦ ਕਰਦਾ ਪ੍ਰਭੂ ਜੀ। ਤੂੰ ਸਾਰੀ ਕਲੀਸਿਆ ਨੂੰ ਪ੍ਰਭੂ ਯਿਸੂ ਮਸੀਹ ਸਥਾਨ ਦੇ ਵਿੱਚ ਪ੍ਰਭੂ ਜੀ ਪਿਲਰ ਆਫ ਫਾਇਰ ਆਤਮਾ ਦੀ ਗਵਾਹੀ ਦੇ ਨਾਲ ਲੈ ਕੇ ਆਇਆ ਖੁਦਾਵੰਦਾ। ਤੇ ਮੇਰੇ ਮਹਾਨ ਪਿਤਾ ਅੱਜ ਦਾ ਵਚਨ ਖੁਦਾਵੰਦ ਇੱਕ ਇੱਕ ਦੇ ਹਿਰਦੇ ਨੂੰ ਛਿੱਲ ਦਵੇ ਖੁਦਾਵੰਦ। ਮੇਰੇ ਮਹਾਨ ਪਿਤਾ ਪ੍ਰਭੂ ਜੀ ਤੇਰਾ ਪੁੱਤਰ ਤੇ ਧੀਆਂ ਉਹੀ ਹਨ ਖੁਦਾਵੰਦਾ ਜਿਹੜੇ ਤੇਰੇ ਵਚਨ ਨੂੰ ਸੁਣਦੇ ਵੀ ਆ ਤੇ ਤੇਰੇ ਵਚਨ ਤੇ ਚੱਲਦੇ ਵੀ ਆ, ਲੇਕਿਨ ਖੁਦਾਵੰਦ ਜਿਹੜੇ ਸੁਣ ਕੇ ਖੁਦਾਵੰਦ ਪ੍ਰਭੂ ਜੀ ਉਸ ਵਚਨ ਦੇ ਉੱਪਰ ਨਹੀਂ ਚੱਲਦੇ ਮੇਰੇ ਮਹਾਨ ਪਿਤਾ, ਉਹ ਤੇਰੇ ਵਚਨ ਨੂੰ ਗਵਾ ਲੈਂਦੇ ਹਨ ਪ੍ਰਭੂ ਯਿਸੂ ਮਸੀਹ। ਉਹਨਾਂ ਦੇ ਵਿੱਚ ਤੇਰਾ ਕੋਈ ਹਿੱਸਾ ਨਹੀਂ ਹੈ ਖੁਦਾਵੰਦ। ਲੇਕਿਨ ਮੇਰੇ ਮਹਾਨ ਪਿਤਾ ਜਿਹੜਾ ਤੇ ਮਨੁੱਖ ਤੇਰੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਪ੍ਰਭੂ ਜੀ, ਮੇਰੇ ਮਹਾਨ ਪਿਤਾ ਉਹਦਾ ਹਿੱਸਾ ਤੇਰੇ ਵਿੱਚ ਹੈ ਪ੍ਰਭੂ ਜੀ। ਤੂੰ ਦਇਆ ਕਰ, ਕਿਰਪਾ ਕਰ, ਇੱਕ ਇੱਕ ਜਨ ਨੂੰ ਬਲੈਸ ਕਰ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਅਸੀਂ ਤੈਨੂੰ ਦਿੰਦੇ ਹਾਂ, ਕਿਉਂਕਿ ਤੂੰ ਆਦਰ ਯੋਗ ਤੇ ਮਹਿਮਾ ਦੇ ਯੋਗ ਹੈ ਪ੍ਰਭੂ ਜੀ। ਕੋਈ ਦੂਜਾ ਨਹੀਂ ਜਿਹਦੀ ਅਸੀਂ ਮਹਿਮਾ ਵਡਿਆਈ ਕਰੀਏ। ਤੇਰੇ ਜਿੰਦਾ ਜਲਾਲੀ ਸਾਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਮੱਤੀ ਕੱਢਾਂਗੇ, ਮੱਤੀ 24:4। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਭਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ, ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਕਹਿੰਦਾ ਮੇਰਾ ਨਾਮ ਧਾਰ ਕੇ ਬਥੇਰੇ ਆਖਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਆਵਾਜ਼ਾਂ ਨੂੰ ਸੁਣੋਗੇ। ਖਬਰਦਾਰ ਕਿਤੇ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਅਤੇ ਕਹਿੰਦਾ ਹੁਣ ਤੱਕ ਮਤਲਬ ਅੰਤ ਨਹੀਂ ਹੈਗਾ। ਹੁਣ ਕਹਿੰਦਾ ਅਜੇ ਅੰਤ ਨਹੀਂ ਹੈ। ਕੌਮ ਉੱਤੇ ਤੇ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਅਕਾਲ ਪੈਣਗੇ ਤੇ ਭੁਚਾਲ ਆਉਣਗੇ। ਇਹ ਸਭ ਕੁਝ ਪੀੜਾਂ ਦਾ ਆਰੰਭ ਹੈ। ਤਦ ਉਹ ਤੁਹਾਨੂੰ ਵਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰਾ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਕੀ ਕਰਨਗੀਆਂ? ਵੈਰ ਕਰਨਗੀਆਂ। ਹੁਣ ਦੇਖੋ ਪਰਮੇਸ਼ਵਰ ਦਾ ਵਚਨ ਇਸ ਥਾਂ ਵਿੱਚ ਕੀ ਕਹਿ ਰਿਹਾ? ਪ੍ਰਭੂ ਯਿਸੂ ਮਸੀਹ ਕਹਿ ਰਿਹਾ, ਕਹਿੰਦਾ ਚੌਕਸ ਰਹੋ। ਕਹਿੰਦਾ ਇਹ ਕਿਹੜਾ ਸਮਾਂ ਚੱਲ ਰਿਹਾ? ਨਬੀ ਨੇ ਕਿਹਾ ਸਭ ਤੋਂ ਗੰਦਾ ਸਮਾਂ ਚੱਲ ਰਿਹਾ, ਸਭ ਤੋਂ ਭੈੜਾ ਸਮਾਂ ਚੱਲ ਰਿਹਾ। ਜਿਹੜੇ ਯੁੱਗ 'ਚ ਅਸੀਂ ਰਹਿ ਰਹੇ, ਇਹ ਲਦੂਕੀਏ ਦਾ ਯੁੱਗ ਚੱਲ ਰਿਹਾ ਆ, ਜਿਹਨੂੰ ਕਹਿੰਦੇ ਆ ਅੰਤ ਦਾ ਸਮਾਂ। ਅਸੀਂ ਅੰਤ ਦੇ ਸਮੇਂ ਵਿੱਚ ਰਹਿ ਰਹੇ ਹਾਂ। ਤੇ ਪ੍ਰਭੂ ਦਾ ਵਚਨ ਕੀ ਕਹਿ ਰਿਹਾ? ਕਹਿੰਦਾ ਸਾਵਧਾਨ ਰਹੋ। ਕਹਿੰਦਾ ਕਿਤੇ ਤੁਹਾਨੂੰ ਕੋਈ ਆ ਕੇ ਭੁਲੇਵੇ ਵਿੱਚ ਨਾ ਪਾ ਦੇਵੇ। ਤੁਹਾਡੇ ਕੋਲ ਬਥੇਰੇ ਪਾਸਟਰ ਆ ਸਕਦੇ ਆ, ਬਥੇਰੇ ਨਬੀ ਆ ਸਕਦੇ, ਜਿਹੜੇ ਕੀ ਕਰ ਸਕਦੇ ਆ? ਉਹ ਕਹਿਣਗੇ ਅਸੀਂ ਮਸੀਹ ਆ। ਅੱਜ ਕੀ ਆ? ਕੋਈ ਵੀ ਯਿਸੂ ਮਸੀਹ ਦਾ ਸਥਾਨ ਨਹੀਂ ਲੈ ਸਕਦਾ। ਜੋ ਯਿਸੂ ਮਸੀਹ ਸੀ ਉਹ ਯਿਸੂ ਮਸੀਹ ਨੇ ਰਹਿਣਾ ਆ, ਜੋ ਮੂਸਾ ਸੀ ਉਹ ਮੂਸਾ ਨੇ ਰਹਿਣਾ। ਲੇਕਿਨ ਅਸੀਂ ਉਹਨਾਂ ਦੇ ਦੁਆਰਾ ਉਹਨਾਂ ਦੇ ਜੀਵਨਾਂ ਨੂੰ ਦੇਖ ਕੇ ਅਸੀਂ ਆਪਣੇ ਜੀਵਨਾਂ ਨੂੰ ਬਦਲ ਸਕਦੇ ਹਾਂ। ਉਹਨਾਂ ਤੋਂ ਵੱਡੇ ਵੱਡੇ ਅਸੀਂ ਕੰਮ ਕਰ ਸਕਦੇ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਤੋਂ ਵੀ ਵੱਡੇ ਕੰਮ ਕਰ ਸਕਦੇ ਹਾਂ, ਲੇਕਿਨ ਅਸੀਂ ਪ੍ਰਭੂ ਨਹੀਂ ਬਣ ਸਕਦੇ। ਕੋਈ ਵੀ ਇੱਕ ਜਿਹੜਾ ਪੁੱਤਰ ਆ ਉਹ ਪਿਤਾ ਦਾ ਸਥਾਨ ਨਹੀਂ ਲੈ ਸਕਦਾ। ਜਿਹੜਾ ਪਿਤਾ ਹੀ ਰਹਿੰਦਾ ਆ ਤੇ ਪੁੱਤਰ ਜਿਹੜਾ ਪੁੱਤਰ ਆ ਉਹਨੇ ਪੁੱਤਰ ਹੀ ਰਹਿਣਾ ਆ। ਇਸ ਕਰਕੇ ਉਹਨੇ ਕਿਹਾ ਆ ਵੀ ਕੋਈ ਵੀ ਚੇਲਾ ਗੁਰੂ ਨਾਲੋਂ ਵੱਡਾ ਨਹੀਂ ਆ। ਇਸ ਕਰਕੇ ਸਾਨੂੰ ਜੋ ਖੁਦਾ ਨੇ ਸੇਵਕਾਈ ਦਿੱਤੀ ਹੈ ਉਹਦੇ ਅਨੁਸਾਰ ਹੀ ਸਾਨੂੰ ਚੱਲਣਾ ਚਾਹੀਦਾ। ਕਦੇ ਵੀ ਅਣਖ ਵਿੱਚ ਆ ਕੇ ਆਪਣੇ ਆਪ ਨੂੰ ਵੱਡਾ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਲੂਸੀਫਰ ਨੇ ਕੀ ਕੀਤਾ ਸੀ? ਲੂਸੀਫਰ ਨੇ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਵੀ ਵੱਡਾ ਕਰਨਾ ਚਾਹਿਆ ਤੇ ਕੀ ਹੋਇਆ? ਇੱਕ ਦਿਨ ਖੁਦਾਵੰਦ ਨੇ ਉਹਨਾਂ ਨੂੰ ਉਹਦੇ ਦੂਤਾਂ ਸਮੇਤ ਧਰਤੀ ਉੱਤੇ ਸਿੱਟ ਦਿੱਤਾ। ਤੇ ਅੱਜ ਕੀ ਹੋ ਰਿਹਾ ਆ? ਉਹਨਾਂ ਦੂਤਾਂ ਦੀ ਹੀ ਲੋਕੀ ਪੂਜਾ ਕਰ ਰਹੇ ਆ। ਉਹ ਦੂਤ ਕੌਣ ਨੇ? ਉਹ ਦੂਤ ਕੋਈ ਹੋਰ ਨਹੀਂ ਆ। ਜਿੰਨੇ ਦੇਵੀ ਦੇਵਤੇ ਨੇ 33 ਕਰੋੜ ਸਾਰੇ ਹੀ ਉਹ ਦੂਤ ਨੇ, ਜਿਹੜੇ ਡਿਗੇ ਹੋਏ ਦੂਤ ਸੀ, ਜਿਨ੍ਹਾਂ ਦੀ ਕੀ ਹੋ ਰਹੀ ਆ? ਪੂਜਾ ਹੋ ਰਹੀ ਆ। ਅੱਜ ਕੀ ਆ? ਕੱਲ ਇੱਕ ਦਿਨ ਸੀਗਾ ਜਿਹਨੂੰ ਦੀਵਾਲੀ ਦਾ ਦਿਨ ਕਿਹਾ ਜਾਂਦਾ। ਕੱਲ ਕਿਸੇ ਲੋਕਾਂ ਨੇ ਕੀ ਕੀਤੀ? ਸ਼ੈਤਾਨ ਦੀ ਭਗਤੀ ਕੀਤੀ। ਇੱਥੇ ਤੱਕ ਕਿ ਮਸੀਹ ਲੋਕਾਂ ਨੇ ਵੀ ਇੱਕ ਦੂਸਰੇ ਨੂੰ ਹੈਪੀ ਦੀਵਾਲੀ ਕਿਹਾ। ਇੱਥੇ ਤੱਕ ਮਸੀਹ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਉਪਹਾਰ ਤੱਕ ਦਿੱਤੇ। ਮੈਂ ਚਾਹੁੰਦਾ ਆ ਜੇ ਉਹ ਚਾਹੁੰਦੇ ਕਿ ਉਹ ਉਪਹਾਰ ਜਾਂ ਉਹ ਪੈਸਾ ਚਰਚ ਵਿੱਚ ਨਹੀਂ ਖਰਚ ਸਕਦੇ ਸੀ, ਕੀ ਉਹ ਖੁਦਾ ਦੇ ਕੰਮਾਂ ਨੂੰ ਇਸਤੇਮਾਲ ਨਹੀਂ ਕਰ ਸਕਦੇ ਸੀ? ਕੀ ਤੁਸੀਂ ਕੱਲ ਦੇ ਦਿਨ ਹੀ ਲੈਣ ਦੇਣ ਕਰਨਾ ਸੀਗਾ? ਇਹ ਕੀ ਆ? ਇਹ ਸਾਰੀ ਭੂਤ ਸਿੱਧੀ ਆ। ਅੱਜ ਮਸੀਹ ਲੋਕਾਂ ਦੇ ਦਿਮਾਗ ਨੂੰ ਸ਼ੈਤਾਨ ਨੇ ਫੜਿਆ ਆ। ਕਿਉਂ ਫੜਿਆ ਆ? ਕਿਉਂਕਿ ਸ਼ੈਤਾਨ ਬਾਈਬਲ ਪੜ੍ਹ ਕੇ ਸ਼ੈਤਾਨ ਨੇ ਕਾਲੀ ਕੀਤੀ ਹੋਈ ਆ। ਅੱਜ ਵਿਸ਼ਵਾਸੀਆਂ ਤੋਂ ਵੀ ਜ਼ਿਆਦਾ ਜਿਹੜੀ ਨੌਲੇਜ ਬਾਈਬਲ ਦੀ ਸ਼ੈਤਾਨ ਰੱਖਦਾ। ਉਹਨੂੰ ਪਤਾ ਆ ਇਹ ਵਿਸ਼ਵਾਸੀ ਕਿੱਥੇ ਡਿੱਗੂਗਾ, ਲੇਕਿਨ ਵਿਸ਼ਵਾਸੀ ਉਹੀ ਹੁੰਦਾ ਜਿਹੜਾ ਕਦੇ ਨਹੀਂ ਡਿੱਗਦਾ। ਜਿੱਦਾਂ ਅਯੂਬ ਵੀ ਇੱਕ ਵਿਸ਼ਵਾਸੀ ਸੀ, ਉਹ ਡਿੱਗਿਆ ਨਹੀਂ ਸੀਗਾ। ਸ਼ੈਤਾਨ ਨੇ ਕੋਸ਼ਿਸ਼ ਕੀਤੀ ਸੀ ਉਹਨੂੰ ਸਿੱਟਣ ਦੀ, ਲੇਕਿਨ ਅਯੂਬ ਡਿੱਗਿਆ ਨਹੀਂ, ਕਿਉਂਕਿ ਖੁਦਾ ਦਾ ਮਸਾ ਕੀਤਾ ਹੋਇਆ ਸੀਗਾ।
ਜਿਹਦੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਆ, ਉਹਨੂੰ ਕੋਈ ਕੁਝ ਨਹੀਂ ਕਰ ਸਕਦਾ। ਨਾ ਉਹਨੂੰ ਕੋਈ ਸਿੱਟ ਸਕਦਾ, ਨਾ ਕੋਈ ਉਹਨੂੰ ਮਾਰ ਸਕਦਾ, ਨਾ ਕੋਈ ਉਹਨੂੰ ਹਿਲਾ ਸਕਦਾ, ਕਿਉਂਕਿ ਆਮੀਨ ਜਿਹੜਾ ਵਚਨ ਆ, ਖੁਦਾ ਬੰਦਾ ਜਿਹੜਾ ਸੱਚਾ ਤੇ ਜਿਉਂਦਾ ਵਚਨ ਜਦੋਂ ਮਨੁੱਖ ਦੇ ਅੰਦਰ ਆ ਜਾਂਦਾ ਆ ਤੇ ਮਨੁੱਖ ਦੇ ਅੰਦਰ ਦੇ ਲੈਂਦਾ ਆ, ਤੇ ਉਹਨੂੰ ਕਹਿੰਦੇ ਦੇਹਧਾਰੀ ਪਰਮੇਸ਼ਵਰ। ਇਸ ਕਰਕੇ ਸਾਨੂੰ ਚਾਹੀਦਾ ਆ ਖੁਦਾ ਦੇ ਵਚਨ ਵੱਲ ਦੇਖੀਏ। ਅੱਜ ਲੋਕ ਖੁਦਾ ਦੇ ਵਚਨ ਵੱਲ ਨਹੀਂ ਦੇਖਦੇ, ਲੋਕ ਅੱਜ ਦੁਨੀਆਦਾਰੀ ਵੱਲ ਦੇਖਦੇ ਆ ਵੀ ਦੁਨੀਆ ਵਿੱਚ ਕੀ ਚੱਲ ਰਿਹਾ, ਦੁਨੀਆ ਨੂੰ ਖੁਸ਼ ਕਿੱਦਾਂ ਕਰਨਾ ਆ। ਆਂਢ ਗੁਆਂਢ ਨੂੰ ਜਾਂ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਖੁਦਾ ਨੇ ਖੁਸ਼ ਨਹੀਂ ਹੋਣਾ। ਜੇ ਖੁਦਾ ਨੂੰ ਖੁਸ਼ ਕਰਨਾ ਤੇ ਵਚਨ ਦੀ ਆਗਿਆਕਾਰੀ ਕਰਨੀ ਪੈਣੀ ਆ। ਇਸ ਕਰਕੇ ਪ੍ਰਭੂ ਨੇ ਕਿਹਾ ਆ, ਕਹਿੰਦਾ ਇਹ ਅੰਤ ਦਾ ਸਮਾਂ ਆ, ਤੇ ਅੰਤ ਦੇ ਸਮੇਂ 'ਚ ਕਹਿੰਦਾ ਤੁਹਾਨੂੰ ਬਥੇਰੇ ਆ ਕੇ ਕਹਿੰਦਾ ਭੁਲੇਖੇ ਵਿੱਚ ਪਾਣਗੇ। ਕਹਿੰਦਾ ਖਬਰਦਾਰ ਕਿਤੇ ਘਬਰਾ ਨਾ ਜਾਣਾ, ਕਹਿੰਦਾ ਖਬਰਦਾਰ ਹੋ, ਘਬਰਾਇਓ ਨਾ। ਕਹਿੰਦਾ ਇਹ ਅੰਤ ਦੇ ਸਮੇਂ 'ਚ ਬਹੁਤ ਅਜੀਬ ਗੱਲਾਂ ਹੋਣੀਆਂ ਆ। ਇੱਕ ਵਿਸ਼ਵਾਸੀ ਦਾ ਵਿਸ਼ਵਾਸ ਵੀ ਖਤਮ ਹੋ ਸਕਦਾ ਆ, ਕਿਉਂਕਿ ਬਾਈਬਲ ਇਸ ਚੀਜ਼ ਨੂੰ ਬਿਆਨ ਕਰਦੀ ਆ। ਕਈਆਂ ਦੀ ਜਿਹੜੀ ਪ੍ਰੀਤ ਆ ਉਹ ਠੰਡੀ ਹੋ ਜਾਣੀ ਆ। ਉਹਨਾਂ ਨੇ ਕਹਿਣਾ ਅਸੀਂ ਤਾਂ ਬਹੁਤ ਚਿਰ ਤੋਂ ਪ੍ਰਭੂ ਦੀ ਵੇਟ ਕਰ ਰਹੇ, ਪ੍ਰਭੂ ਤਾਂ ਆਇਆ ਹੀ ਨਹੀਂ। ਲੇਕਿਨ ਉਸੇ ਘੜੀ ਫਿਰ ਪ੍ਰਭੂ ਆ ਜਾਵੇਗਾ। ਕਹਿੰਦੇ ਜਿਹੜਾ ਅੰਤ ਤੋੜੀ ਸਹੇਗਾ ਉਹੀ ਉਹ ਬਚਾਇਆ ਜਾਵੇਗਾ, ਕੋਈ ਦੂਜਾ ਨਹੀਂ। ਅੰਤ ਤੋੜੀ ਸਵੇਗਾ ਉਹੀ ਬਚਾਇਆ ਜਾਵੇਗਾ। ਅੱਗੇ ਵਚਨ ਕਹਿ ਰਿਹਾ ਆ, ਕਹਿੰਦਾ ਕੌਮ ਉੱਤੇ ਪਾਤਸ਼ਾਹੀ ਅਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਅਕਾਲ ਪੈਣਗੇ ਅਤੇ ਭੁਚਾਲ ਆਉਣਗੇ, ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ। ਤਦ ਉਹ ਤੁਹਾਨੂੰ ਵਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ, ਤੇ ਮੇਰੇ ਨਾਮ ਕਰਕੇ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਅੱਜ ਇਸੇ ਤਰ੍ਹਾਂ ਨਹੀਂ ਆ। ਅੱਜ ਮਸੀਹ ਲੋਕਾਂ ਦੇ ਨਾਲ, ਜਿਹੜੇ ਸੱਚੇ ਮਸੀਹ ਆ, ਉਹਨਾਂ ਦੇ ਨਾਲ ਮਸੀਹ ਲੋਕ ਵੀ ਵੈਰ ਰੱਖਦੇ, ਦੂਜਿਆਂ ਨੇ ਤਾਂ ਰੱਖਣਾ ਆ। ਮਸੀਹ ਲੋਕਾਂ ਨਾਲ ਵੈਰ ਰੱਖਦੇ। ਕਿਉਂ ਰੱਖਦੇ ਆ? ਕਿਉਂਕਿ ਜਿਹੜੇ ਸੱਚੇ ਸੇਵਕ ਆ, ਸੱਚੀ ਕਲੀਸਿਆ ਦੇ ਲੋਕ ਆ, ਜੇ ਉਹ ਕਿਸੇ ਨਾਲ ਵਚਨ ਦੇ ਅਨੁਸਾਰ ਗੱਲ ਕਰਦੇ ਆ, ਉਹ ਐਕਸੈਪਟ ਨਹੀਂ ਕਰਦੇ, ਉਹ ਇਸ ਚੀਜ਼ ਨੂੰ ਮੰਨਦੇ ਨਹੀਂ। ਕਿਉਂ ਨਹੀਂ ਮੰਨਦੇ? ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹ ਹੁਣ ਕੀ ਕਰ ਰਹੇ ਆ, ਸਾਨੂੰ ਨੰਗਾ ਕਰ ਰਹੇ ਆ, ਸਾਨੂੰ ਸ਼ੀਸ਼ਾ ਦਿਖਾ ਰਹੇ। ਇਸ ਕਰਕੇ ਲੋਕ ਕੀ ਕਰਦੇ ਆ, ਮਸੀਹ ਬੰਦਾ ਹੀ ਮਸੀਹ ਬੰਦਿਆਂ ਨੂੰ ਫੜਾਉਂਦਾ। ਤੁਸੀਂ ਦੇਖਿਆ ਨਹੀਂ ਅੱਜ ਟੀਵੀਆਂ ਵਿੱਚ, YouTube ਤੇ ਦੇਖੋ, ਇੱਕ ਪਾਸਟਰ ਦੂਜੇ ਪਾਸਟਰ ਨੂੰ ਕੀ ਕਰਦਾ, ਜੇਲ੍ਹ 'ਚ ਪਵਾ ਦਿੰਦਾ। ਕਿਉਂ? ਈਰਖਾ ਕਰਕੇ। ਇਹਦਾ ਕੀ ਮਤਲਬ ਆ? ਉਹਦੇ ਅੰਦਰ ਪਵਿੱਤਰ ਆਤਮਾ ਨਹੀਂ ਆ। ਉਹ ਬਿਨਾਂ ਪਵਿੱਤਰ ਆਤਮਾ ਤੋਂ ਸ਼ੈਤਾਨ ਦੀ ਸਿੱਖਿਆ ਦੇ ਦੁਆਰਾ ਇਹ ਕੰਮ ਕਰ ਰਿਹਾ। ਜਿਹਦੇ ਅੰਦਰ ਪਵਿੱਤਰ ਆਤਮਾ ਹੋਊਗਾ ਉਹ ਕੀ ਕਰੂਗਾ? ਹਮੇਸ਼ਾ ਹੀ ਖੁਦਾਵੰਦ ਦੇ ਲੋਕਾਂ ਨੂੰ ਮੁਬਾਰਕ ਆਖੂਗਾ, ਉਹਨੂੰ ਬਰਕਤ ਦਊਗਾ। ਜਿੱਦਾਂ ਬਲਿਆਮ ਸੀਗਾ, ਬਲਿਆਮ ਨੇ ਕੀ ਕੀਤਾ? ਮਸੀਹ ਲੋਕਾਂ ਨੂੰ, ਇਜ਼ਰਾਈਲ ਦੇ ਲੋਕਾਂ ਨੂੰ ਸ਼ਰਾਪ ਦੇਣਾ ਚਾਹਿਆ। ਲੇਕਿਨ ਜੇ ਉਹ ਮਸੀਹ ਉਹਦੇ ਵਿੱਚ ਹੁੰਦਾ ਤੇ ਉਹ ਬਰਕਤ ਦਿੰਦਾ। ਇਹ ਨਿਸ਼ਾਨੀ ਆ, ਇਸ ਨਿਸ਼ਾਨੀ ਨੂੰ ਸਮਝਣਾ ਪੈਣਾ ਸਾਨੂੰ। ਕਹਿੰਦਾ ਇਹ ਸਭ ਪੀੜਾ ਦਾ ਆਰੰਭ ਹੈ। ਕਹਿੰਦਾ ਬਥੇਰੇ ਠੋਕਰ ਖਾਣਗੇ ਕਹਿੰਦਾ ਤੁਹਾਡੇ ਵਿੱਚੋਂ, ਅਤੇ ਉਸ ਵੇਲੇ ਬਥੇਰੇ ਠੋਕਰ ਖਾਣਗੇ ਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਜੇ ਨਾਲ ਵੈਰ ਰੱਖੇਗਾ। ਔਰ ਬਹੁਤ ਝੂਠੇ ਨਬੀ ਉੱਠਣਗੇ ਅਤੇ ਬਥੇਰੀਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ, ਅਤੇ ਕੁਧਰਮ ਦੇ ਵਧਣ ਕਰਕੇ ਬਹੁਤੀਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਹੁਣ ਦੇਖੋ ਕੀ ਹੋਊਗਾ ਜਦੋਂ ਕੁਧਰਮ ਵੱਜੂਗਾ, ਸੰਸਾਰ 'ਚ ਪਾਪ ਵਧੂਗਾ, ਕੀ ਹੋਊਗਾ? ਬਹੁਤ ਲੋਕਾਂ ਦੀ ਜਿਹੜੀ ਪ੍ਰੀਤ ਆ ਠੰਡੀ ਹੋ ਜੂਗੀ। ਅੱਜ ਇਸੇ ਤਰ੍ਹਾਂ ਆ, ਬਹੁਤ ਮਸੀਹ ਲੋਕਾਂ ਦੀ ਜਿਹੜੀ ਪ੍ਰੀਤ ਆ ਠੰਡੀ ਹੋ ਚੁੱਕੀ ਆ। ਲੋਕੀ ਕੀ ਕਰਦੇ ਆ? ਉਹ ਪਰਮੇਸ਼ਵਰ ਦੇ ਵਚਨਾਂ ਤੇ ਧਿਆਨ ਨਹੀਂ ਦੇ ਰਹੇ। ਜੋ ਖੁਦਾ ਨੇ ਭਵਿੱਖਬਾਣੀਆਂ ਕੀਤੀਆਂ ਉਹ ਕਹਿੰਦੇ ਹਲੇ ਸਮਾਂ ਪਿਆ ਆ, ਕੋਈ ਗੱਲ ਨਹੀਂ, ਅੱਜ ਨਹੀਂ ਕੱਲ ਤੋਬਾ ਕਰ ਲਾਂਗੇ, ਕੋਈ ਗੱਲ ਨਹੀਂ, ਪ੍ਰਭੂ ਦੇ ਕੰਮ ਤਾਂ ਸਾਰੀ ਉਮਰ ਹੀ ਕਰਨੇ ਆ, ਰਿਸ਼ਤੇਦਾਰਾਂ ਨੂੰ ਵੀ ਖੁਸ਼ ਕਰਨਾ। ਇਹ ਕੀ ਆ? ਇਹ ਉਹ ਲੋਕ ਨੇ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਕਦੇ ਸਮਝਿਆ ਹੀ ਨਹੀਂ, ਉਹਦੇ ਵਚਨ ਨੂੰ ਕਦੇ ਸਮਝਿਆ ਹੀ ਨਹੀਂ। ਕਿਉਂਕਿ ਖੁਦਾਵੰਦ ਕੀ ਕਰਦਾ? ਜਿਹਦੀ ਪ੍ਰੀਤ ਠੰਡੀ ਆ, ਖੁਦਾਵੰਦ ਉਹਦੇ ਨਾਲ ਗੱਲਾਂ ਨਹੀਂ ਕਰਦਾ, ਨਾ ਖੁਦਾਵੰਦ ਉਹ ਲੋਕਾਂ ਨੂੰ ਪਸੰਦ ਕਰਦਾ। ਉਹ ਕਹਿੰਦਾ ਜਾਂ ਤਾਂ ਤੂੰ ਤੱਤਾ ਹੋ ਜਾ ਜਾਂ ਤੂੰ ਠੰਡਾ ਹੋ ਜਾ। ਕਹਿੰਦਾ ਜੇ ਤੂੰ ਸੀਲ ਗਰਮ ਹੋਏਗਾ, ਕਹਿੰਦਾ ਮੈਂ ਤੈਨੂੰ ਆਪਣੇ ਮੂੰਹ 'ਚੋਂ ਉਗਲ ਦੂੰਗਾ। ਅੱਜ ਲੋਕ ਕੀ ਕਰਦੇ? ਦੋਗਲਾਪਨ ਕਰਦੇ ਆ। ਪ੍ਰਭੂ ਕਹਿੰਦਾ ਦੋਗਲਾਪਨ ਨਹੀਂ ਕਰਨਾ, ਜਾਂ ਤਾਂ ਤੁਸੀਂ ਮਸੀਹ ਬਣ ਜਾਓ ਜਾਂ ਫਿਰ ਤੁਸੀਂ ਪੂਰੇ ਸ਼ੈਤਾਨ ਵੱਲ ਹੋ ਜਾਓ। ਜੇ ਤੁਸੀਂ ਦੋਗਲਾਪਨ ਕਰਦੇ ਹੋ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ, ਕੋਈ ਫਾਇਦਾ ਉਸ ਚੀਜ਼ ਦਾ ਨਹੀਂ ਹੋਣਾ। ਜਿਹਨੇ ਮਸੀਹ ਬਣਨਾ ਉਹ ਪੂਰੀ ਤਰ੍ਹਾਂ ਪਰਫੈਕਟ ਮਸੀਹ ਹੋਵੇ। ਨਬੀ ਨੇ ਕਿਹਾ, ਭਾਈ ਬ੍ਰੈਨਮ ਨੇ ਕਿਹਾ, ਮਸੀਹ ਹਮੇਸ਼ਾ ਹੀ ਮਸੀਹ ਹੁੰਦਾ ਹੈ, ਉਹ ਦੋਗਲਾ ਨਹੀਂ ਹੁੰਦਾ। ਮਸੀਹ ਹਮੇਸ਼ਾ ਪਿਓਰ ਹੁੰਦਾ ਹੈ। ਲੇਕਿਨ ਕੀ ਆ, ਕੁਝ ਖੱਚਰ ਵਿਦਿਆ ਕਰਕੇ, ਕੁਝ ਖੱਚਰਾਂ ਦੀ ਨਸਲ ਆ ਜਿਹੜੀ ਮਸੀਹ ਵਿੱਚ ਆ ਗਈ, ਉਹ ਕੀ ਕਰਦੇ? ਦੋਗਲਾਪਨ ਕਰਦੇ ਆ। ਤੇ ਦੋਗਲਾ ਕੌਣ ਆ? ਦੋਗਲਾ ਭਰੇ ਬੁਰੇ ਦਾ ਵਰਕਸ਼ ਸੀਗਾ, ਜਿਹਦਾ ਨਾਮ ਲੂਸੀਫਰ ਸੀਗਾ, ਜਿਹਨੇ ਕੀ ਕੀਤਾ ਸੀਗਾ? ਹਵਾ ਨੂੰ ਭਰਮਾਇਆ ਸੀ। ਅੱਜ ਉਹੀ ਆਤਮਾ ਫਿਰ ਲੋਕਾਂ ਨੂੰ ਭਰਮਾ ਰਿਹਾ। ਕਿਹੜੇ ਲੋਕਾਂ ਨੂੰ ਭਰਮਾ ਰਿਹਾ? ਮੂਰਤੀ ਪੂਜਕਾਂ ਨੂੰ ਨਹੀਂ, ਜਿਨ੍ਹਾਂ ਨੂੰ ਮਸੀਹ ਬਾਰੇ ਨਹੀਂ ਪਤਾ ਉਹਨਾਂ ਨੂੰ ਨਹੀਂ, ਲੇਕਿਨ ਉਹਨਾਂ ਲੋਕਾਂ ਨੂੰ ਭਰਮਾ ਰਿਹਾ ਆ ਜਿਹੜੇ ਲੋਕ ਮਸੀਹ ਆ, ਜਿਨ੍ਹਾਂ ਦੇ ਅੰਦਰ ਮਸੀਹ ਦਾ ਆਤਮਾ ਕੰਮ ਕਰਦਾ। ਉਹਨਾਂ ਲੋਕਾਂ ਨੂੰ ਭਰਮਾਉਂਦਾ ਆ ਸ਼ੈਤਾਨ। ਇਹ ਭੁਲੇਖਾ ਵੀ ਸ਼ੈਤਾਨ ਦੂਜਿਆਂ ਨੂੰ, ਉਹ ਤਾਂ ਹੈ ਹੀ ਸ਼ੈਤਾਨ ਦੇ। ਸ਼ੈਤਾਨ ਕਿਹਦੇ ਕੋਲ ਆਉਂਦਾ? ਸ਼ੈਤਾਨ ਹਮੇਸ਼ਾ ਹੀ ਮਸੀਹ ਲੋਕਾਂ ਦੇ ਕੋਲ ਆਉਂਦਾ ਆ।
ਜਿੱਦਾਂ ਹਵਾ ਦੇ ਕੋਲ ਆਇਆ ਸੀ ਉਹਨੂੰ ਭਰਮਾਉਣ ਵਾਸਤੇ, ਅਯੂਬ ਦੇ ਕੋਲ ਆਇਆ ਸੀ ਉਹਨੂੰ ਭਰਮਾਉਣ ਵਾਸਤੇ, ਲੇਕਿਨ ਹਵਾ ਭਰਮਾਈ ਗਈ, ਲੇਕਿਨ ਅਯੂਬ ਨਬੀ ਭਰਮਾਇਆ ਨਹੀਂ ਗਿਆ, ਕਿਉਂਕਿ ਉਹਦੇ ਅੰਦਰ ਖੁਦਾ ਦਾ ਜਿਉਂਦਾ ਵਚਨ ਸੀਗਾ। ਜਿਹਦੇ ਅੰਦਰ ਖੁਦਾ ਦਾ ਜਿਉਂਦਾ ਵਚਨ ਆ, ਉਹਨੇ ਕੀ ਕੀਤਾ, ਉਹਨੇ ਸ਼ੈਤਾਨ ਨੂੰ ਮਾਤ ਦਿੱਤੀ ਤੇ ਸ਼ੈਤਾਨ ਵੀ ਹੈਰਾਨ ਰਹਿ ਗਿਆ। ਉਹਦੇ ਜਿਹੜਾ ਉਹਦਾ ਜ਼ਿੰਦਗੀ ਦਾ ਜੀਣ ਦਾ ਤਰੀਕਾ ਸੀਗਾ, ਉਹਦੇ ਜੀਵਨ ਨੂੰ ਦੇਖ ਕੇ ਸ਼ੈਤਾਨ ਵੀ ਹੈਰਾਨ ਰਹਿ ਗਿਆ ਵੀ ਇਹ ਕਿੱਦਾਂ ਦਾ ਮਨੁੱਖ ਆ ਜਿਹਦੇ ਅੰਦਰ ਖੁਦਾ ਦਾ ਵਚਨ ਆਂਦਾ, ਚਾਹੇ ਉਹਨੂੰ ਕੋਈ ਮਾਰੇ, ਚਾਹੇ ਉਹ ਗਰੀਬੀ ਵਿੱਚ ਰਵੇ, ਉਹਨੂੰ ਕੋਈ ਮਤਲਬ ਨਹੀਂ, ਉਹ ਸਿਰਫ ਵਚਨ ਦੇ ਦੁਆਰਾ ਹੀ ਚੱਲੂਗਾ। ਇਸ ਕਰਕੇ ਪ੍ਰਭੂ ਕਹਿ ਰਿਹਾ ਆ, ਕਹਿੰਦਾ ਇਹ ਅੰਤ ਦੇ ਸਮੇਂ ਵਿੱਚ ਕਹਿੰਦਾ ਤੁਸੀਂ ਦੇਖੋ, ਧਿਆਨ ਰੱਖੋ, ਕਿਤੇ ਤੁਹਾਨੂੰ ਕੋਈ ਭੁਲੇਖੇ ਵਿੱਚ ਨਾ ਪਾਵੇ। ਅੱਜ ਬਹੁਤ ਤਰ੍ਹਾਂ ਦੇ ਸੇਵਕ ਵੀ ਉੱਠਣਗੇ ਜਿਹੜੇ ਕਹਿਣਗੇ ਮੈਂ ਹੀ ਯੀਸ਼ੂ ਮਸੀਹ ਆ, ਮੈਨੂੰ ਹੀ ਮੰਨੋ। ਤੁਸੀਂ ਕਿਹੜਾ ਯੀਸ਼ੂ ਮਸੀਹ ਨੂੰ ਦੇਖਿਆ? ਮੇਰੇ ਅੰਦਰ ਦੇਖੋ ਯੀਸ਼ੂ ਮਸੀਹ ਨੂੰ, ਮੈਂ ਯੀਸ਼ੂ ਮਸੀਹ ਆ, ਮੈਨੂੰ ਹੀ ਮੰਨੋ। ਅੱਜ ਕੀ ਆ, ਇਸ ਤਰ੍ਹਾਂ ਨਹੀਂ ਆ, ਇਹ ਗਲਤ ਆ। ਜੋ ਖੁਦਾ ਦਾ ਹੁੰਦਾ ਆ, ਖੁਦਾ ਦਾ ਰਹਿਣਾ। ਜੇ ਤੁਹਾਨੂੰ ਕੋਈ ਸੇਵਕ ਇਸ ਤਰ੍ਹਾਂ ਕਹਿੰਦਾ ਆ ਤੇ ਉਹ ਲੂਸੀਫਰ, ਸਮਝ ਲਓ ਉਹ ਸ਼ੈਤਾਨ ਦੀ ਵੰਸ਼ ਵਿੱਚੋਂ ਆ, ਕਿਉਂਕਿ ਖੁਦਾ ਬੰਦਾ ਉਹਦਾ ਕੋਈ ਨਹੀਂ ਲੈ ਸਕਦਾ। ਜੋ ਪ੍ਰਭੂ ਯੀਸ਼ੂ ਮਸੀਹ ਆ, ਪ੍ਰਭੂ ਯੀਸ਼ੂ ਮਸੀਹ ਨੇ ਪ੍ਰਭੂ ਯੀਸ਼ੂ ਮਸੀਹ ਹੀ ਰਹਿਣਾ ਆ। ਅਸੀਂ ਉਹਦੇ ਬੱਚੇ ਆ, ਅਸੀਂ ਉਹਦੇ ਚੇਲੇ ਆ, ਅਸੀਂ ਉਹੀ ਰਹਿਣਾ। ਉਹਨੇ ਕਿਹਾ ਤੁਸੀਂ ਮੇਰੇ ਤੋਂ ਵੱਡੇ ਵੱਡੇ ਕੰਮ ਕਰੋਗੇ, ਅਸੀਂ ਉਸ ਤੋਂ ਵੱਡੇ ਵੱਡੇ ਕੰਮ ਕਰ ਸਕਦੇ ਆ, ਲੇਕਿਨ ਅਸੀਂ ਖੁਦਾ ਨਹੀਂ ਆ। ਅਸੀਂ ਕੌਣ ਆ? ਅਸੀਂ ਉਹਦੇ ਬੱਚੇ ਆ, ਉਹਦੇ ਬੀਜ ਆ। ਇਸ ਕਰਕੇ ਸਾਨੂੰ ਚਾਹੀਦਾ ਆ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੀਏ। ਹੁਣ ਦੇਖੋ ਵਚਨ ਕੀ ਕਹਿੰਦਾ। ਅੱਜ ਕੱਲ ਕੀ ਹੋ ਰਿਹਾ ਸੰਸਾਰ ਦੇ ਵਿੱਚ, ਜਿੰਨੇ ਲੋਕ ਆ, ਲੋਕ ਕੀ ਕਰਦੇ, ਸੰਸਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ, ਲੇਕਿਨ ਬਹੁਤ ਘੱਟ ਮਨੁੱਖ ਆ ਜਿਹੜੇ ਖੁਦਾ ਨੂੰ ਖੁਸ਼ ਕਰਦੇ ਆ। ਖੁਦਾ ਨੂੰ ਖੁਸ਼ ਕਰਨ ਵਾਲੇ ਲੋਕ ਤੁਹਾਨੂੰ ਜ਼ਿਆਦਾ ਨਹੀਂ ਮਿਲਣਗੇ, ਬਹੁਤ ਥੋੜੇ ਮਿਲਣਗੇ। ਕਿਉਂ ਮਿਲਣਗੇ? ਕਿਉਂਕਿ ਉਹ ਹੈ ਹੀ ਥੋੜੇ ਆ। ਕਿਉਂਕਿ ਜਿਹੜੀ ਦੁਲਹਨ ਆ, ਹਜ਼ਾਰਾਂ ਵਿੱਚੋਂ, ਕਰੋੜਾਂ ਵਿੱਚੋਂ ਬਹੁਤ ਘੱਟ ਦੁਲਹਨ ਆ ਜਿਹੜੀ ਉਠਾਈ ਜਾਵੇਗੀ। ਕਿਉਂਕਿ ਜਿਹੜੇ ਖੁਦਾ ਦੇ ਸੱਚੇ ਲੋਕ ਹੁੰਦੇ ਬਹੁਤ ਥੋੜੇ ਹੁੰਦੇ ਆ। ਝੂਠ ਬਹੁਤ ਜ਼ਿਆਦਾ ਹੁੰਦਾ, ਲੇਕਿਨ ਸੱਚ ਤੁਹਾਨੂੰ ਕਿਤੇ ਕਿਤੇ ਹੀ ਮਿਲੂਗਾ। ਤੇ ਜਿਹੜਾ ਸੱਚ ਆ ਉਹ ਸੱਚ ਹੀ ਰਹਿੰਦਾ ਹਮੇਸ਼ਾ, ਚਾਹੇ ਉਹਨੂੰ ਜਿੱਥੇ ਮਰਜ਼ੀ ਲੈ ਜਾਓ। ਸੱਚ ਕਦੇ ਝੂਠ ਵਿੱਚ ਨਹੀਂ ਬਦਲ ਸਕਦਾ। ਜੇ ਪ੍ਰਭੂ ਯੀਸ਼ੂ ਮਸੀਹ ਸਾਡੇ ਲਈ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਇਹ ਇੱਕ ਸੱਚਾਈ ਆ। ਇਸ ਤਰ੍ਹਾਂ ਨਹੀਂ ਵੀ ਇਹ ਕੋਈ ਝੂਠ ਆ। ਅੱਜ ਬਹੁਤ ਲੋਕ ਕਹਿੰਦੇ ਵੀ ਮੁਰਦੇ ਨਹੀਂ ਜੀ ਸਕਦੇ। ਜੇ ਮੁਰਦੇ ਨਹੀਂ ਜੀ ਸਕਦੇ ਤੇ ਫਿਰ ਪ੍ਰਭੂ ਯੀਸ਼ੂ ਮਸੀਹ ਵੀ ਨਹੀਂ ਜੀਆ ਸਾਡੇ ਕਦੇ ਵਾਸਤੇ। ਉਹ ਸਾਡੇ ਵਾਸਤੇ ਕਦੇ ਮਰਿਆ ਹੀ ਨਹੀਂ। ਜੇ ਪ੍ਰਭੂ ਯੀਸ਼ੂ ਮਸੀਹ ਨੇ ਮੌਤ ਵਿੱਚੋਂ ਫਤਿਹ ਪਾਈ ਆ ਤੇ ਸਮਝ ਲਓ ਜਿੰਨੇ ਮਸੀਹ ਲੋਕ ਆ ਉਹਨਾਂ ਨੇ ਵੀ ਜੀਵਨ ਵਿੱਚ ਪ੍ਰਵੇਸ਼ ਕਰਨ ਦਾ ਉਹਨਾਂ ਨੂੰ ਤਰੀਕਾ ਮਿਲਿਆ ਆ। ਕਿਹਦੇ ਦੁਆਰਾ? ਪਰਮੇਸ਼ਵਰ ਦੇ ਮਰਨ ਦੇ ਦੁਆਰਾ। ਤੇ ਸਾਨੂੰ ਚਾਹੀਦਾ ਆ ਜੋ ਖੁਦਾਵੰਦ ਦਾ ਵਚਨ ਕਹਿੰਦਾ ਉਹਦੇ ਪਿੱਛੇ ਪਿੱਛੇ ਚੱਲੀਏ। ਅੱਜ ਲੋਕਾਂ ਨੂੰ ਸਲੀਬ ਦਿੱਤੀ ਜਾਂਦੀ ਹੈ, ਆਪਣੀ ਸਲੀਬ ਚੁੱਕ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਕਹਿੰਦਾ ਆਪਣੀ ਸਲੀਬ ਚੁੱਕ। ਲੋਕੀ ਸਲੀਬ ਤਾਂ ਚੁੱਕ ਲੈਂਦੇ ਇੱਕ ਦੂਸਰੇ ਨੂੰ ਵੇਖ ਕੇ, ਲੇਕਿਨ ਜਦੋਂ ਦਾ ਭਾਰ ਉਹਨਾਂ ਦੇ ਉੱਪਰ ਪੈਂਦਾ ਆ, ਸਫ਼ਰ ਲੰਬਾ ਹੁੰਦਾ ਆ, ਉਹ ਕੀ ਕਰਦੇ? ਸਲੀਬ ਨੂੰ ਕੱਟਣਾ ਸ਼ੁਰੂ ਕਰ ਦਿੰਦੇ ਆ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਜਦੋਂ ਸਲੀਬ ਤੁਸੀਂ ਕੱਟੋਗੇ, ਅੱਗੇ ਇੱਕ ਖਾਈ ਆ, ਜਿਹਦੀ ਸਲੀਬ ਪੂਰੀ ਹੋਵੇਗੀ ਉਸ ਖਾਈ ਤੋਂ ਪਾਰ ਜਾਵੇਗਾ। ਲੇਕਿਨ ਜਿਹਦੀ ਸਲੀਬ ਛੋਟੀ ਹੋਵੇਗੀ, ਜਿਹੜਾ ਸਲੀਬ ਨੂੰ ਕੱਟ ਦੇਵੇਗਾ, ਉਹ ਕੀ ਕਰੂਗਾ? ਉਸ ਅੰਧਕਾਰ ਦੇ ਵਿੱਚ ਜਾਊਗਾ। ਅੱਜ ਲੋਕੀ ਨਵੇਂ-ਨਵੇਂ ਤਰੀਕੇ ਲੱਭਦੇ ਆ, ਸ਼ਾਰਟਕਟ ਲੈਂਦੇ ਆ ਮਸੀਹ ਜੀਵਨ ਵਿੱਚ ਚੱਲਣ ਦਾ। ਮਸੀਹ ਜੀਵਨ ਦੇ ਵਿੱਚ ਚੱਲਣ ਦਾ ਕੋਈ ਸ਼ਾਰਟਕਟ ਨਹੀਂ ਆ। ਜੋ ਖੁਦਾਵੰਦ ਨੇ ਕਿਹਾ ਉਹਦੇ ਅਨੁਸਾਰ ਹੀ ਚੱਲਣਾ ਪਵੇਗਾ। ਅੱਜ ਕੋਈ ਸ਼ਾਰਟਕਟ ਨਹੀਂ ਆ। ਸ਼ਾਰਟਕਟ ਇੱਕੋ ਹੀ ਆ, ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਆ। ਜੇ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਣਾ ਆ, ਉਹਦੇ ਹੁਕਮਾਂ ਨੂੰ ਮੰਨਣਾ ਹੀ ਪੈਣਾ ਆ। ਜੋ ਖੁਦਾਵੰਦ ਕਹਿੰਦਾ ਉਹਨੂੰ ਮੰਨਣਾ ਪੈਣਾ ਆ। ਮੱਤੀ 25 ਦੇ ਕੱਟਾ। ਹੁਣ ਦੇਖੋ ਅੱਜ ਕੀ ਆ, ਅੱਜ ਲੋਕਾਂ ਦੀ ਪ੍ਰੀਤ ਠੰਡੀ ਪੈ ਰਹੀ ਆ। ਇਹ ਅਸੀਂ ਵਚਨ ਵਿੱਚੋਂ ਕਲੀਅਰ ਕਰਾਂਗੇ ਲੋਕਾਂ ਦੀ ਪ੍ਰੀਤ ਜਿਹੜੀ ਕਿਸ ਤਰ੍ਹਾਂ ਠੰਡੀ ਪੈਂਦੀ ਆ। ਮੱਤੀ 25, ਉਸ ਵੇਲੇ ਸਵਰਗ ਦਾ ਰਾਜ 10 ਕੁਵਾਰੀਆਂ ਵਰਗਾ ਹੋਵੇਗਾ, ਜਿਹੜਾ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਨੂੰ ਮਿਲਣ ਨੂੰ ਨਿਕਲੀਆਂ। ਔਰ ਉਹਨਾਂ ਵਿੱਚੋਂ 5 ਤਾਂ ਮੂਰਖ ਅਤੇ 5 ਚਤਰ ਸਨ, ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਹਨਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ, ਪਰ ਤੇਲ ਆਪਣੇ ਨਾਲ ਨਾ ਲਿਆ। ਅਤੇ ਚਾਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਿਆ। ਅਤੇ ਜਦ ਲਾੜੇ ਦੇ ਚਿਰ ਲਾਇਆ ਤਾਂ ਸਭ ਊਂਘ ਪਈਆਂ ਅਤੇ ਸੋ ਗਈਆਂ। ਹੁਣ ਇੱਥੇ ਕੀ ਆ? ਇੱਥੇ 10 ਕੁਵਾਰੀਆਂ ਦੀ ਗੱਲ ਹੋ ਰਹੀ ਆ। ਕੁਵਾਰੀਆਂ ਦਾ ਕੀ ਮਤਲਬ ਆ? ਜਿਨ੍ਹਾਂ ਨੇ ਖੁਦਾ ਨੂੰ ਆਪਣਾ ਜੀਵਨ ਸਮਰਪਿਤ ਕੀਤਾ। ਉਹਦੇ ਵਿੱਚ ਨਬੀ, ਸੇਵਕ, ਜਿੰਨੇ ਵੀ ਡੀਕਨ ਆ, ਕੋਈ ਵੀ ਪਰਸਨ ਆ ਇਸ ਕੁਵਾਰੀਆਂ ਵਿੱਚ ਆਂਦਾ। ਇਹ ਤਾਂ ਇਹ ਇਸ ਤਰ੍ਹਾਂ ਨਹੀਂ ਹੈ ਵੀ ਕਲੀਸਿਆ ਨੂੰ ਕੁਵਾਰੀਆਂ ਕਿਹਾ ਗਿਆ ਤੇ ਸੇਵਕ ਨਹੀਂ। ਇਹਦੇ ਵਿੱਚ ਸਾਰੇ ਹੀ ਨੇ, ਚਾਹੇ ਕੋਈ ਚਰਚ ਦਾ ਪਾਸਟਰ ਆ, ਚਾਹੇ ਕੋਈ ਨਬੀ ਆ, ਇਹ 10 ਕੁਵਾਰੀਆਂ ਵਿੱਚ ਸਾਰੇ ਨੇ। ਹੁਣ ਇੱਥੇ ਕੀ ਵਚਨ ਵਿੱਚ ਕਲੀਅਰ ਹੋ ਰਿਹਾ ਵੀ 10 ਕੁਵਾਰੀਆਂ ਸੀ, 5 ਨੇ ਕੀ ਕੀਤਾ? ਤੇਲ ਲੈ ਲਿਆ। ਤੇਲ ਕੀ ਆ? ਤੇਲ ਦਾ ਮਤਲਬ ਹੁੰਦਾ ਆ ਖੁਦਾ ਦਾ ਪ੍ਰਕਾਸ਼ਨ। ਖੁਦਾ ਦਾ ਪ੍ਰਕਾਸ਼ਨ ਤੇਲ ਆ। ਲੇਕਿਨ ਇਹ ਤੇਲ ਲੈਣ ਦੇ ਬਾਵਜੂਦ ਵੀ ਕੀ ਹੋਇਆ? ਸੋ ਗਈਆਂ।
ਉਹਨਾਂ ਕੋ ਸੀਗਾ ਤੇਲ, ਲੇਕਿਨ ਜਦੋਂ ਲਾੜਾ ਆਇਆ ਉਹਨਾਂ ਦੀ ਮਸ਼ਾਲਾਂ ਬੁਝ ਗਈਆਂ। ਤੇਲ ਦਾ ਮਤਲਬ ਹੁੰਦਾ ਖੁਦਾ ਦਾ ਪ੍ਰਕਾਸ਼ਨ, ਲੇਕਿਨ ਖੁਦਾ ਦੇ ਪ੍ਰਕਾਸ਼ਨ ਨੂੰ ਲੈਣਾ ਕਿਸ ਤਰ੍ਹਾਂ ਆ, ਇਸ ਤੇਲ ਨੂੰ ਲੈਣਾ ਕਿਸ ਤਰ੍ਹਾਂ? ਜਦੋਂ ਨਬੀ ਨੇ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਜਿੰਨੇ ਭੇਦ ਸੀ ਸਾਰੇ ਖੋਲੇ, ਕਿਹਨੂੰ ਤੇਲ ਦੇਣ ਵਾਸਤੇ? ਦੁਲਹਨ ਨੂੰ। ਤੇ ਇਹਦੇ ਵਿੱਚ ਕੀ ਆ, 5 ਕੁਵਾਰੀਆਂ ਆ ਤੇ 5 ਜਿਹੜੀਆਂ ਆ 10 ਕੁਵਾਰੀਆਂ, ਜਿਹੜੀ 5 ਮੂਰਖ ਸੀ ਤੇ 5 ਚਤਰ ਸੀਗੀਆਂ। ਚਤਰ ਉਹ ਲੋਕ ਨੇ ਜਿਨ੍ਹਾਂ ਨੇ ਨਬੀ ਦੇ ਸੰਦੇਸ਼ ਦੇ ਅਨੁਸਾਰ ਜੀਵਨ ਬਤੀਤ ਕੀਤਾ, ਤੇ 5 ਮੂਰਖ ਉਹ ਲੋਕ ਨੇ ਜਿਨ੍ਹਾਂ ਨੇ ਗਿਆਨ ਦੇ ਦੁਆਰਾ ਜੀਵਨ ਬਤੀਤ ਕੀਤਾ, ਜਿਨ੍ਹਾਂ ਨੇ ਸਿਰਫ ਗਿਆਨ ਇਕੱਠਾ ਕੀਤਾ। ਤੇ ਜਿਨ੍ਹਾਂ ਨੇ ਗਿਆਨ ਇਕੱਠਾ ਕੀਤਾ ਉਹ ਖੁਦਾ ਦੇ ਰਾਜ 'ਚ ਨਹੀਂ ਜਾਣਗੇ। ਖੁਦਾ ਦੇ ਰਾਜ 'ਚ ਉਹੀ ਜਾਵੇਗਾ। ਤੇਲ ਦਾ ਮਤਲਬ ਹੁੰਦਾ ਆ ਜਿੱਦਾਂ ਨਬੀ ਨੇ ਸੰਦੇਸ਼ ਖੋਲੇ ਉਹਦੇ ਅਨੁਸਾਰ ਜਿਨ੍ਹਾਂ ਨੇ ਜੀਵਨ ਬਤੀਤ ਕੀਤਾ ਉਹ ਖੁਦਾ ਦੇ ਰਾਜ ਵਿੱਚ ਜਾਣਗੇ। ਲੇਕਿਨ ਜਿਨ੍ਹਾਂ ਨੇ ਕੱਲਾ ਗਿਆਨ ਇਕੱਠਾ ਕੀਤਾ ਵੀ ਸਾਡੇ ਕੋਲ ਬੜਾ ਗਿਆਨ ਆ, ਭਾਈ ਬ੍ਰੈਨਮ ਦਾ ਗਿਆਨ ਆ, ਸਾਡੇ ਕੋਲ ਮੋਹਰਾਂ ਦਾ ਗਿਆਨ ਆ, ਸਿਰਫ ਉਹਨਾਂ ਕੋਲ ਗਿਆਨ ਸੀਗਾ ਲੇਕਿਨ ਜੀਵਨ ਨਹੀਂ ਉਹਨਾਂ ਦਾ, ਉਹਨਾਂ ਦਾ ਜਿਹੜਾ ਕਰੈਕਟਰ ਸਹੀ ਨਹੀਂ ਸੀਗਾ, ਨਾ ਲੋਕਾਂ ਸਾਹਮਣੇ ਨਾ ਪਰਮੇਸ਼ਵਰ ਦੇ ਸਾਹਮਣੇ। ਤੇ ਉਹ ਲੋਕ ਕੀ ਆ, ਉਹ ਮੂਰਖ ਕੁਵਾਰੀਆਂ ਆ ਤੇ ਉਹ ਲੋਕ ਉਠਾਏ ਨਹੀਂ ਜਾਣਗੇ। ਅੱਗੇ ਲਿਖਿਆ ਆ, ਅੱਧੀ ਰਾਤ ਨੂੰ ਧੁੰਮ ਪਈ ਅਤੇ ਲਾੜਾ ਆਇਆ, ਉਸ ਦੇ ਮਿਲਣ ਨੂੰ ਨਿਕਲੋ। ਤਦ ਉਹਨਾਂ ਸਭਨਾ ਕੁਆਰਿਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ, ਆਪਣੇ ਤੇਲ ਵਿੱਚੋਂ ਕੁਝ ਸਾਨੂੰ ਵੀ ਦਿਓ, ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਵਿੱਚ ਥੁੜ ਨਾ ਜਾਵੇ, ਪਰ ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਮੁੱਲ ਲਵੋ। ਦੇਖੋ ਕੀ ਹੋਵੇਗਾ ਜਦੋਂ ਦੁਲਹਨ ਉਠਾਈ ਜਾਵੇਗੀ, ਜਦੋਂ ਪਵਿੱਤਰ ਲੋਕ ਉਠਾਏ ਜਾਣਗੇ ਤੇ ਉਦੋਂ ਕੀ ਹੋਵੇਗਾ, ਉਦੋਂ ਵਚਨ ਦਾ ਕਾਲ ਪੈ ਜਾਵੇਗਾ। ਉਦੋਂ ਇਹ ਰਿਵੈਲੇਸ਼ਨ ਦੀਆਂ ਗੱਲਾਂ, ਇਹ ਸੱਚਾਈ ਦੀ ਗੱਲਾਂ ਤੁਹਾਨੂੰ ਕੋਈ ਨਹੀਂ ਦੱਸੂਗਾ। ਕਿਉਂ? ਕੀ ਹੋਵੇਗਾ ਉਸ ਸਮੇਂ? ਉਹ ਜਿਹੜੀ ਮੂਰਖ ਕੁਵਾਰੀਆਂ ਉਹ ਚਤਰ ਕੋ ਜਾਣਗੀਆਂ। ਕਿਉਂ ਜਾਣਗੇ? ਉਹਨਾਂ ਨੇ ਕਹਿਣਾ ਸਾਨੂੰ ਵੀ ਤੇਲ ਦਿਓ, ਸਾਨੂੰ ਵੀ ਉਹ ਮਸਾ ਦਿਓ, ਸਾਨੂੰ ਵੀ ਉਸ। ਲੇਕਿਨ ਕੀ ਉਹ ਸਮਾਂ ਬੀਤ ਚੁੱਕਿਆ ਹੋਵੇਗਾ, ਉਹਦੇ ਵਿੱਚ ਕੋਈ ਗੱਲਬਾਤ ਨਹੀਂ ਹੋਵੇਗੀ, ਕਿਉਂਕਿ ਜਿਹੜੀ ਮੂਰਖ ਕੁਵਾਰੀਆਂ ਆ ਉਹ ਖੁਦਾ ਦੇ ਰਾਜ ਵਿੱਚ ਨਹੀਂ ਜਾਣਗੇ। ਮੂਰਖ ਕੁਵਾਰੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਉਹ ਲੋਕ ਨੇ ਜਿਨ੍ਹਾਂ ਨੇ ਖੁਦਾ ਦੇ ਵਚਨ ਨੂੰ ਗ੍ਰਹਿਣ ਕੀਤਾ, ਨਬੀ ਦੇ ਸੰਦੇਸ਼ ਨੂੰ ਗ੍ਰਹਿਣ ਕੀਤਾ, ਲੇਕਿਨ ਜੀਵਨ ਬਤੀਤ ਨਹੀਂ ਕੀਤਾ। ਜੀਵਨ ਜਿਨ੍ਹਾਂ ਨੇ ਬਤੀਤ ਕੀਤਾ ਉਹ 5 ਕੁਵਾਰੀਆਂ ਖੁਦਾ ਦੇ ਰਾਜ 'ਚ ਜਾਣਗੇ, ਲੇਕਿਨ ਉਹ ਨਹੀਂ ਜਾਣਗੇ। ਉਹਨਾਂ ਨੇ ਕਹਿਣਾ ਪ੍ਰਭੂ ਸਾਡੇ ਵਾਸਤੇ ਵੀ ਖੋਲ, ਅਸੀਂ ਵੀ ਤਾਂ ਨਬੀ ਦੇ ਸੰਦੇਸ਼ ਨੂੰ ਮੰਨਿਆ, ਅਸੀਂ ਵੀ ਤਾਂ ਨਬੀ ਦੇ ਸੰਦੇਸ਼ ਤੇ ਚੱਲੇ ਆ। ਲੇਕਿਨ ਖੁਦਾ ਕਹੂਗਾ ਨਹੀਂ, ਤੁਸੀਂ ਮੇਰੇ ਸੰਦੇਸ਼ ਤੇ ਨਹੀਂ ਚੱਲੇ, ਤੁਸੀਂ ਮੇਰਾ ਜਿਹੜਾ ਦੂਤ ਭੇਜਿਆ ਸੀ ਭਾਈ ਬ੍ਰੈਨਮ ਉਹਦੇ ਸੰਦੇਸ਼ਾਂ ਤੇ ਨਹੀਂ ਚੱਲੇ, ਤੁਸੀਂ ਸਿਰਫ ਗਿਆਨ ਦੇ ਦੁਆਰਾ ਚੱਲੇ ਹੋ, ਤੁਸੀਂ ਸਿਰਫ ਗਿਆਨ ਇਕੱਠਾ ਕੀਤਾ, ਉਸ ਗਿਆਨ ਦੇ ਦੁਆਰਾ ਤੁਹਾਡੇ ਅੰਦਰ ਘਮੰਡ ਆਇਆ। ਜੇ ਤੁਹਾਡੇ ਅੰਦਰ ਹਲੀਮੀ ਹੁੰਦੀ ਤਾਂ ਤੁਸੀਂ ਵੀ ਜਿਹੜੀ 5 ਚਤਰ ਕੁਵਾਰੀਆਂ ਸੀ ਉਹਨਾਂ ਦੇ ਨਾਲ ਉਠਾਏ ਜਾਂਦੇ। ਇਹ ਗੱਲ ਬਿਲਕੁਲ ਕਲੀਅਰ ਆ ਵੀ ਜਿਹੜੀ ਚਤਰ ਕੁਵਾਰੀਆਂ ਉਹੀ ਉਠਾਈਆਂ ਜਾਣਗੀਆਂ। ਚਤਰ ਕੁਵਾਰੀਆਂ ਦਾ ਮਤਲਬ ਜਿਨ੍ਹਾਂ ਨੇ ਸੰਦੇਸ਼ ਦੇ ਅਨੁਸਾਰ ਜੀਵਨ ਬਤੀਤ ਕੀਤਾ, ਸਿਰਫ ਉਹ ਉਠਾਏ ਜਾਣਗੇ। ਲੇਕਿਨ ਜਿਨ੍ਹਾਂ ਕੋ ਗਿਆਨ ਆ, ਮੰਨ ਲਓ ਲੋਕ ਜਿੰਨੇ ਵੀ ਲੋਕ ਨੇ, ਜਿੰਨੇ ਵੀ ਖੁਦਾ ਦੇ ਲੋਕ ਨੇ ਜਿਨ੍ਹਾਂ ਕੋ ਸੰਦੇਸ਼ ਆਇਆ, ਉਹਨਾਂ ਦੇ ਵਿੱਚੋਂ 10 ਬੰਦੇ, ਐਗਜ਼ਾਮਪਲ ਦੇ ਰਿਹਾ, ਜਿਹੜੇ 10 ਬੰਦੇ ਆ ਉਹ ਖੁਦਾ ਦੇ ਵਚਨ ਤੇ ਚੱਲਦੇ ਆ, ਤੇ ਜਿਹੜੇ 20 ਬੰਦੇ ਨੇ ਉਹ ਕੀ ਕਰਦੇ ਆ, ਉਹਨਾਂ ਕੋ ਸਿਰਫ ਗਿਆਨ ਆ। ਕੀ ਗਿਆਨ ਦੇ ਦੁਆਰਾ ਖੁਦਾ ਉਹਨਾਂ ਨੂੰ ਲੈ ਜਾਵੇਗਾ? ਹੋ ਸਕਦਾ ਆ ਜਿਹੜੇ ਕੁਵਾਰੀਆਂ ਉਠਾਈਆਂ ਜਾ ਰਹੀਆਂ ਆ ਉਹਨਾਂ ਨੇ 2 ਸੰਦੇਸ਼ਾਂ ਦੇ ਅਨੁਸਾਰ ਜੀਵਨ ਬਤੀਤ ਕੀਤਾ ਹੈ, ਉਹਨਾਂ ਨੇ ਸੰਦੇਸ਼ ਬਹੁਤ ਘੱਟ ਪੜ੍ਹੇ ਆ, ਲੇਕਿਨ ਜਿੰਨੇ ਵੀ ਸੰਦੇਸ਼ ਪੜ੍ਹੇ ਉਹਦੇ ਅਨੁਸਾਰ ਜੀਵਨ ਬਤੀਤ ਕੀਤਾ, ਆਮੀਨ ਬੋਲਿਆ। ਲੇਕਿਨ ਕਈਆਂ ਲੋਕਾਂ ਨੇ 1150 ਤੋਂ 1200 ਨਬੀ ਦੇ ਸੰਦੇਸ਼ ਆ ਸਾਰੇ ਹੀ ਪੜ੍ਹੇ ਆ, ਤੇਲ ਲਿਆ, ਲੇਕਿਨ ਕੀ ਹੋਇਆ, ਮਸ਼ਾਲਾਂ ਤਾਂ ਵੀ ਬੁਝ ਗਈਆਂ। ਇਹ ਮੂਰਖ ਕੁਵਾਰੀਆਂ ਆ, ਇਹ ਆ ਅਸਲੀ ਮੂਰਖ ਕੁਵਾਰੀਆਂ ਜਿਨ੍ਹਾਂ ਨੂੰ ਤੇਲ ਮਿਲਿਆ ਲੇਕਿਨ ਇਸਤੇਮਾਲ ਕਰਨਾ ਨਹੀਂ ਆਇਆ। ਉਹਨਾਂ ਨੇ ਉਹਨਾਂ ਕੇ ਲਿਆ ਜਿੰਨੀ ਕਿ ਲੋੜ ਸੀ। ਅੱਜ ਲੋਕ ਕੀ ਕਰਦੇ, ਗਿਆਨ ਇਕੱਠਾ ਕਰਨ 'ਚ ਲੱਗੇ ਆ, ਲੇਕਿਨ ਜੀਵਨ ਬਤੀਤ ਕਰਨ ਵਾਲਾ ਹੀ ਧੰਨ ਮਨੁੱਖ ਹੁੰਦਾ। ਜਿਹੜਾ ਖੁਦਾ ਦੇ ਵਚਨ ਤੇ ਜੀਵਨ ਬਤੀਤ ਕਰੇਗਾ ਉਹੀ ਬਚਾਇਆ ਜਾਵੇਗਾ। ਤੇ ਇਹ ਆ 5 ਕੁਵਾਰੀ 10 ਕੁਵਾਰੀਆਂ ਜਿਹਦੇ ਵਿੱਚ ਮੂਰਖ ਵੀ ਆ ਤੇ ਚਤਰ ਵੀ ਆ। ਅੱਜ ਸਾਨੂੰ ਕੀ ਚਾਹੀਦਾ ਆ? ਸਾਨੂੰ ਚਤਰ ਬਣਨ ਦੀ ਲੋੜ ਆ, ਸਾਨੂੰ ਗਿਆਨ ਇਕੱਠਾ ਕਰਨ ਦੀ ਲੋੜ ਨਹੀਂ ਆ। ਜੋ ਖੁਦਾ ਦਾ ਵਚਨ ਬੋਲਦਾ ਆਮੀਨ ਬੋਲੋ, ਝੁਕ ਜਾਵੋ, ਕਿਉਂਕਿ ਜਿਹੜੀ ਭੇਡ ਆ ਉਹ ਕੀ ਕਰਦੀ ਆ, ਝੁਕਦੀ ਆ। ਲੇਕਿਨ ਜਿਹੜੀ ਬੱਕਰੀ ਆ, ਜਦੋਂ ਭੇਡ ਨੂੰ ਕੱਟਣ ਵਾਸਤੇ ਲਿਜਾਇਆ ਜਾਂਦਾ, ਭੇਡ ਕੁਝ ਨਹੀਂ ਬੋਲਦੀ, ਉਹਨੂੰ ਕੱਟਿਆ ਜਾਂਦਾ ਹੈ, ਚਾਹੇ ਉਹਦੀ ਉੱਨ ਕੁਤਰੋ, ਚਾਹੇ ਉਹਦੀ ਗਰਦਨ ਕੱਟ ਦਵੋ, ਉਹ ਕੁਝ ਨਹੀਂ ਬੋਲਦੀ। ਜੇ ਤੁਸੀਂ ਬੱਕਰੀ ਨੂੰ ਲੈ ਕੇ ਜਾਓਗੇ ਉਹਨੇ ਛਾਲਾਂ ਮਾਰਨੀਆਂ। ਤੇ ਇਹ ਬੱਕਰੀ ਕੌਣ ਆ? ਮੂਰਖ ਕੁਵਾਰੀਆਂ। ਮੂਰਖ ਕੁਵਾਰੀਆਂ ਉਹ ਲੋਕ ਆ ਜਿਨ੍ਹਾਂ ਨੇ ਗਿਆਨ ਇਕੱਠਾ ਕੀਤਾ ਆ, ਤੇ ਉਹ ਗਿਆਨ ਇਕੱਠਾ ਕਰਕੇ ਸਮਝੀ ਜਾਂਦੇ ਵੀ ਸਾਡਾ ਰੈਪਚਰ ਹੋ ਜਾਊਗਾ। ਗਿਆਨ ਦੇ ਨਾਲ ਰੈਪਚਰ ਥੋੜੀ ਹੋਣਾ ਆ, ਗਿਆਨ ਦੇ ਨਾਲ ਰੈਪਚਰ ਨਹੀਂ ਹੋਣਾ। ਰੈਪਚਰ ਤਾਂ ਖੁਦਾ ਦੇ ਵਚਨਾਂ ਦੇ ਉੱਪਰ ਚੱਲਣ ਦੇ ਦੁਆਰਾ ਹੋਣਾ ਆ। ਇਹ ਭੁਲੇਖਾ ਆ, ਕੋਈ ਪਾਸਟਰ ਜੇ ਤੁਹਾਨੂੰ ਕਹਿੰਦਾ ਆ ਤੁਹਾਡਾ ਰੈਪਚਰ ਹੋ ਜਾਵੇਗਾ, ਤੁਸੀਂ ਜੋ ਮਰਜ਼ੀ ਕਰੋ, ਉਹ ਸ਼ੈਤਾਨ ਦਾ ਪੁੱਤਰ ਆ। ਮੈਂ ਕਲੀਅਰ ਇਸ ਗੱਲ ਨੂੰ ਕਹਿਣਾ, ਉਹ ਕੌਣ ਆ? ਲੂਸੀਫਰ ਦਾ ਬੇਟਾ ਆ।
ਕਿਉਂਕਿ ਉਹ ਤੁਹਾਨੂੰ ਸਹੀ ਸਿੱਖਿਆ ਨਹੀਂ ਦੇ ਰਿਹਾ। ਉਹ ਤੁਹਾਨੂੰ ਕਿਉਂ ਨਹੀਂ ਤਾੜਨਾ ਦਿੰਦਾ? ਉਹ ਕਿਉਂ ਕਹਿੰਦਾ ਜੋ ਮਰਜ਼ੀ ਕਰੋ ਤੁਸੀਂ, ਤੁਹਾਡਾ ਰੈਪਚਰ ਹੋਵੇਗਾ? ਇਹ ਕਿੱਦਾਂ ਹੋ ਸਕਦਾ ਹੈ? ਗਿਆਨ ਇਕੱਠਾ ਕਰਨ ਦੇ ਨਾਲ ਰੈਪਚਰ ਨਹੀਂ ਹੋਣਾ। ਅੱਜ ਐਂਡ ਟਾਈਮ ਮੈਸੇਜ ਦੇ ਵਿੱਚ ਬਹੁਤ ਪਾਸਟਰ ਆ ਗਿਆਨ ਇਕੱਠਾ ਕਰਾ ਰਹੇ, ਲੋਕਾਂ ਨੂੰ ਗਿਆਨ ਇਕੱਠਾ ਕਰਾ ਰਹੇ, ਲੇਕਿਨ ਉਹਨਾਂ ਦੇ ਜੀਵਨ ਤਾਂ ਸੁਧਾਰਦੇ ਹੀ ਨਹੀਂਗੇ। ਉਹਨਾਂ ਦਾ ਜੀਵਨ ਕਿਵੇਂ ਸੁਧਾਰਨਾ ਆ? ਫਿਰ ਬੰਦਾ ਪੁੱਛੇ ਵੀ ਤੈਨੂੰ ਪਾਸਟਰ ਕਿਉਂ ਬਣਾਇਆ ਗਿਆ? ਤੈਨੂੰ ਖੁਦਾ ਨੇ ਸੇਵਕਾਈ ਕਿਉਂ ਦਿੱਤੀ ਵੀ ਲੋਕਾਂ ਨੂੰ ਗਿਆਨ ਇਕੱਠਾ ਕਰਾਵੇਂ, ਜਾਂ ਤੂੰ ਪੈਸਾ ਇਕੱਠਾ ਕਰੇ? ਇਸ ਤਰ੍ਹਾਂ ਨਹੀਂ ਆ। ਜਿਹੜੇ ਖੁਦਾ ਦੇ ਸੱਚੇ ਸੇਵਕ ਆ ਉਹ ਜੀਵਨ ਬਦਲਦੇ ਆ ਲੋਕਾਂ ਦਾ। ਜੇ ਉਹਦਾ ਜੀਵਨ ਖੁਦ ਬਦਲਿਆ ਹੋਵੇ ਤਾਂ ਲੋਕਾਂ ਦੇ ਜੀਵਨ ਵੀ ਬਦਲ ਜਾਂਦੇ ਆ। ਅੱਜ ਲੋਕਾਂ ਦੇ ਜੀਵਨ ਕਿਉਂ ਨਹੀਂ ਬਦਲ ਰਹੇ? ਕਿਉਂਕਿ ਜੜ ਸਹੀ ਨਹੀਂ ਆ। ਜਿਹਦੀ ਜੜ ਸਹੀ ਨਹੀਂ ਆ ਉਹਦੀ ਸ਼ਾਖਾਵਾਂ ਵੀ ਸਹੀ ਨਹੀਂ ਹੁੰਦੀਆਂ, ਉਹਦੇ ਫਰੂਟ ਵੀ ਸਹੀ ਨਹੀਂ ਹੁੰਦੇ। ਇਸ ਕਰਕੇ ਸਾਨੂੰ ਚਾਹੀਦਾ ਜੋ ਖੁਦਾ ਦਾ ਵਚਨ ਕਹਿੰਦਾ ਉਹਦੇ ਉੱਪਰ ਚੱਲੋ। ਕੋਈ ਕਿਸੇ ਦੀ ਰੀਸ ਨਹੀਂ ਕਰ ਸਕਦਾ, ਕੋਈ ਪਾਸਟਰ ਦੀ ਰੀਸ ਨਹੀਂ ਕਰ ਸਕਦਾ, ਕੋਈ ਨਬੀ ਦੀ ਰੀਸ ਨਹੀਂ ਕਰ ਸਕਦਾ, ਕੋਈ ਯਿਸੂ ਮਸੀਹ ਦੀ ਰੀਸ ਨਹੀਂ ਕਰ ਸਕਦਾ। ਅਸੀਂ ਕੀ ਕਰ ਸਕਦੇ ਹਾਂ? ਜੋ ਉਹਨਾਂ ਨੇ ਹੁਕਮ ਦਿੱਤੇ ਆ ਉਹਨਾਂ ਹੁਕਮਾਂ ਤੇ ਅਸੀਂ ਚੱਲ ਸਕਦੇ ਹਾਂ, ਉਹਨਾਂ ਹੁਕਮਾਂ ਤੇ ਅਸੀਂ ਆਮੀਨ ਬੋਲ ਸਕਦੇ ਹਾਂ, ਉਹਦੇ ਅਨੁਸਾਰ ਜੀਵਨ ਬਤੀਤ ਕਰ ਸਕਦੇ, ਤਾਂ ਅਸੀਂ ਖੁਦਾ ਦੇ ਰਾਜ ਵਿੱਚ ਜਾਵਾਂਗੇ। ਗਿਆਨ ਇਕੱਠਾ ਕਰਨ ਦੇ ਨਾਲ ਜਾਂ 1500 ਸੰਦੇਸ਼ ਪੜ੍ਹ ਲਓ, ਚਾਹੇ ਤੁਸੀਂ 1200 ਸੰਦੇਸ਼ ਪੜ੍ਹ ਲਓ, ਉਹਨਾਂ ਕੁਝ ਨਹੀਂ ਹੋਵੇਗਾ ਜਦੋਂ ਤੱਕ ਤੁਸੀਂ ਜੀਵਨ ਬਤੀਤ ਨਹੀਂ ਕਰਦੇ। ਤੇ ਇਸ ਕਰਕੇ ਮੈਂ ਦੱਸ ਰਿਹਾ ਤੁਹਾਨੂੰ, ਜੀਵਨ ਬਤੀਤ ਕਰਨ ਵਾਲਾ ਹੀ ਉਹ 5 ਕੁਆਰੀਆਂ ਵਿੱਚ ਜਾਵੇਗਾ, ਲੇਕਿਨ 5 ਰਹਿ ਜਾਣਗੀਆਂ ਜਿਨ੍ਹਾਂ ਨੇ ਕੀ ਕੀਤਾ? ਕੱਲਾ ਗਿਆਨ ਇਕੱਠਾ ਕੀਤਾ। ਗਿਆਨ ਤਾਂ ਇਕੱਠਾ ਕਰ ਲਿਆ ਲੇਕਿਨ ਗਿਆਨ ਕਿਸੇ ਕੰਮ ਨਹੀਂ ਆਇਆ। ਗਿਆਨ ਕਿਸੇ ਕੰਮ ਨਹੀਂ ਆਂਦਾ। ਕਿਉਂਕਿ ਕੀ ਆ, ਜੇ ਅਸੀਂ ਖੁਦਾਵੰਦ ਦੇ ਵਿੱਚ ਚੱਲਦੇ ਆ, ਜੇ ਅਸੀਂ ਕਹਿੰਦੇ ਪ੍ਰਭੂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਬਹੁਤ ਪਿਆਰ ਕਰਦੀ ਆ, ਲੇਕਿਨ ਜਦੋਂ ਪ੍ਰੀਖਿਆ ਆਉਂਦੀ ਅਸੀਂ ਫੇਲ ਹੋ ਜਾਂਦੇ। ਇੱਥੇ ਪਰਖ ਹੁੰਦੀ ਆ। ਪਰਖ ਕਿਤੇ ਹੁੰਦੀ ਆ? ਪਰਖ ਉਦੋਂ ਹੀ ਹੁੰਦੀ ਆ ਜਦੋਂ ਕੋਈ ਪ੍ਰੀਖਿਆ ਆਉਂਦੀ ਆ। ਜਦੋਂ ਬੰਦਾ ਫੇਲ ਹੋ ਗਿਆ ਤੇ ਉਹ ਚਲਾ ਗਿਆ, ਖਤਮ ਹੋ ਗਿਆ ਉਹ। ਲੇਕਿਨ ਜਿਹੜਾ ਬੰਦਾ ਖੁਦਾਵੰਦ ਦੇ ਵਚਨ ਵਿੱਚ ਮਜ਼ਬੂਤ ਆ ਉਹ ਹਮੇਸ਼ਾ ਪਾਸ ਹੁੰਦਾ, ਕਦੇ ਫੇਲ ਨਹੀਂ ਹੁੰਦਾ। ਅਯੂਬ ਫੇਲ ਨਹੀਂ ਸੀ ਹੋਇਆ, ਅਯੂਬ ਪਾਸ ਹੋਇਆ ਸੀਗਾ। ਕਾਦੇ ਵਿੱਚ? ਜਦੋਂ ਪ੍ਰੀਖਿਆ ਆਈ ਤੇ ਉਹ ਪਾਸ ਹੋਇਆ। ਲੇਕਿਨ ਕਈ ਨਬੀ ਆਏ, ਕਈ ਬਾਈਬਲ ਅਸੀਂ ਦੇਖਦੇ, ਕਈ ਇਹੋ ਜਿਹੇ ਲੋਕ ਆਏ, ਵੱਡੇ ਵੱਡੇ ਰਾਜੇ ਆਏ ਜਿਹੜੇ ਕੀ ਹੋ ਗਏ? ਫੇਲ ਹੋ ਗਏ। ਕਾਦੇ ਵਿੱਚ? ਵਿਸ਼ਵਾਸ 'ਚ ਕੱਚੇ ਸੀਗੇ, ਗਿਆਨ ਇਕੱਠਾ ਕੀਤਾ ਸੀਗਾ। ਗਿਆਨ ਇਕੱਠਾ ਕਰਨ ਦੇ ਨਾਲ ਜੀਵਨ ਨਹੀਂ ਮਿਲਦਾ। ਜੀਵਨ ਮਿਲਦਾ ਆ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਨਾਲ। ਪਹਿਲਾ ਕੁਰਿੰਥੀਆਂ ਕੱਢਾਂਗੇ 15:6। ਹੁਣ ਦੇਖੋ ਪਹਿਲਾ ਕੁਰਿੰਥੀਆਂ 15:6 ਵਿੱਚ ਕੀ ਲਿਖਿਆ ਆ? ਜਦੋਂ ਯਿਸੂ ਮਸੀਹ ਜਾ ਰਿਹਾ ਸੀਗਾ, ਜਦੋਂ ਤੀਜੇ ਦਿਨ ਜੀ ਉੱਠਿਆ, ਉਹਨੇ ਆਪਣੇ ਚੇਲਿਆਂ ਨੂੰ ਦਰਸ਼ਨ ਦਿੱਤੇ। ਉਹਨੇ ਕੀ ਕੀਤਾ? ਉਹਨੇ 500 ਲੋਕਾਂ ਨੂੰ ਦਰਸ਼ਨ ਦਿੱਤਾ ਸੀਗਾ ਜਦੋਂ ਜਾ ਰਿਹਾ ਸੀਗਾ। ਹੁਣ ਅਸੀਂ ਵਚਨ ਚ ਕਲੀਅਰ ਕਰਦੇ ਹਾਂ। ਅਤੇ ਮਗਰੋਂ ਕੁਝ ਉੱਪਰ 500 ਭਾਈਆਂ ਨੂੰ ਇੱਕੋ ਵਾਰ ਦਰਸ਼ਨ ਦਿੱਤਾ, ਅਤੇ ਉਹਨਾਂ ਵਿੱਚੋਂ ਬਹੁਤੇ ਅਤੇ ਜਿਉਂਦੇ ਹਨ ਅਤੇ ਕਈ ਸੌ ਗਏ। ਹੁਣ ਇੱਥੇ ਕੀ ਹੋਇਆ? ਉਹਨੇ ਕੀ ਕੀਤਾ? ਪ੍ਰਭੂ ਨੇ 500 ਜਣਿਆਂ ਨੂੰ ਦਰਸ਼ਨ ਦਿੱਤਾ। ਇਹ ਕੌਣ ਸੀਗੇ? ਕਿ ਇਹਨਾਂ ਦੇ ਕੋਲ ਖੁਦਾ ਦਾ ਤੇਲ ਨਹੀਂ ਸੀ ਆਇਆ? ਇਹਨਾਂ ਨਾਲ ਖੁਦਾ ਨੇ ਗੱਲ ਨਹੀਂ ਸੀ ਕੀਤੀ? ਇਹਨਾਂ ਦੇ ਨਾਲ ਵੀ ਖੁਦਾ ਨੇ ਗੱਲ ਕੀਤੀ ਸੀ, ਇਹਨਾਂ ਦੇ ਕੋਲ ਵੀ ਖੁਦਾ ਦਾ ਤੇਲ ਸੀਗਾ। ਲੇਕਿਨ ਕੀ ਹੋਇਆ? ਇਹ 500 ਵਿੱਚੋਂ ਕਿੰਨੇ ਰਹਿ ਗਏ? ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਉਤਰਿਆ, ਜਦੋਂ ਗੈਰ ਭਾਸ਼ਾ ਬੋਲੀ ਗਈ, ਕਿੰਨੇ, ਜਦੋਂ ਅੱਗ ਵਾਲੀਆਂ ਜੀਭਾਂ ਉਤਰੀਆਂ, ਕਿੰਨੇ ਲੋਕ ਸੀਗੇ ਉੱਥੇ 120 ਦੀ ਜਮਾਤ ਸੀ। 380 ਕਿੱਥੇ ਗਏ? 500 ਵਿੱਚੋਂ 380 ਚਲੇ ਗਏ। ਕੀ ਇਹ ਲੋਕ ਪਵਿੱਤਰ ਨਹੀਂ ਸੀਗੇ? ਜਿਹੜੇ 380 ਨਹੀਂ ਸੀ 120 ਦੀ ਜਮਾਤ 'ਚ, ਇਹ ਵੀ ਪਵਿੱਤਰ ਲੋਕ ਸੀਗੇ। ਮੈਂ ਤੁਹਾਨੂੰ ਕਲੀਅਰ ਕਰਨਾ ਚਾਹਨਾ, ਤੁਹਾਡੀ ਪਵਿੱਤਰਤਾਈ, ਤੁਹਾਡੀ ਪ੍ਰਾਰਥਨਾ ਵੀ ਤੁਹਾਨੂੰ ਖੁਦਾ ਦੇ ਰਾਜ ਵਿੱਚ ਲੈ ਕੇ ਨਹੀਂ ਜਾ ਸਕਦੀ। ਜੇ ਕੋਈ ਮਨੁੱਖ ਕਹਿੰਦਾ ਮੈਂ ਪਵਿੱਤਰ ਰਹਿਣਾ ਆ, ਜਿੰਨਾ ਮਰਜ਼ੀ ਪਵਿੱਤਰ ਹੋਵੇਂ ਤੂੰ, ਤਾਂ ਵੀ ਖੁਦਾ ਦੇ ਰਾਜ 'ਚ ਨਹੀਂ ਜਾ ਸਕਦਾ। ਪਵਿੱਤਰਤਾਈ ਖੁਦਾ ਦੇ ਰਾਜ 'ਚ ਨਹੀਂ ਲਿਜਾ ਸਕਦੀ। ਖੁਦਾ ਦੇ ਰਾਜ ਵਿੱਚ ਕੀ ਲੈ ਕੇ ਜਾਵੇਗਾ? ਜੇ ਤੁਸੀਂ ਖੁਦਾ ਦੇ ਵਚਨ ਤੇ ਆਮੀਨ ਬੋਲੋਗੇ, ਉਹਦੇ ਅਨੁਸਾਰ ਜੀਵਨ ਬਤੀਤ ਕਰੋਗੇ, ਤਾਂ ਤੁਸੀਂ ਖੁਦਾ ਦੇ ਰਾਜ 'ਚ ਜਾਓਗੇ। ਪਵਿੱਤਰਤਾਈ ਦੇ ਨਾਲ ਖੁਦਾ ਦੇ ਰਾਜ 'ਚ ਅਸੀਂ ਜਾ ਨਹੀਂ ਸਕਦੇ, ਕਿਉਂਕਿ ਇਹ ਲੋਕ ਪਵਿੱਤਰ ਨਹੀਂ ਸੀ ਜਦੋਂ ਨੂੰ ਖੁਦਾ ਨੇ ਦਰਸ਼ਨ ਦਿੱਤੇ ਸੀਗੇ। 500 ਲੋਕਾਂ ਵਿੱਚੋਂ 380 ਲੋਕ ਪਵਿੱਤਰ ਸੀਗੇ, ਲੇਕਿਨ ਖੁਦਾ ਦੇ ਰਾਜ ਵਿੱਚ ਨਹੀਂ ਜਾ ਪਾਏ। 120 ਦੀ ਜਮਾਤ ਉੱਤੇ ਖੁਦਾ ਦਾ ਆਤਮਾ ਉਤਰਿਆ ਸੀਗਾ। ਅੱਜ ਲੋਕ ਕਹਿੰਦੇ ਅਸੀਂ ਪ੍ਰਾਰਥਨਾ ਕਰਦੇ, ਅਸੀਂ ਬਹੁਤ ਪਵਿੱਤਰ ਆ। ਇਹ ਪਵਿੱਤਰਤਾ ਹੀ ਕਿਸੇ ਕੰਮ ਨਹੀਂ ਆਵੇਗੀ ਜਦ ਤੱਕ ਤੁਸੀਂ ਖੁਦਾ ਦੇ ਵਚਨ ਵਿੱਚ ਫੇਲ ਹੋ ਜਾਂਦੇ ਹੋ, ਤੇ ਤੁਹਾਡਾ ਕੋਈ ਲਾਭ ਨਹੀਂ। ਇਸ ਪਵਿੱਤਰਤਾ ਦਾ, ਇਸ ਪ੍ਰਾਰਥਨਾ ਦਾ, ਉਹ ਦਾਨ ਦਸ਼ਮਾਂਸ਼ਾਂ ਦਾ ਕੋਈ ਫਾਇਦਾ ਨਹੀਂ ਆ। ਉਹ ਸਾਰਾ ਤੁਹਾਡਾ ਵਿਅਰਥ ਚਲਾ ਜਾਵੇਗਾ। ਸਾਨੂੰ ਚਾਹੀਦਾ ਆ ਅਸੀਂ ਪਵਿੱਤਰ ਵੀ ਹੋਈਏ ਤੇ ਖੁਦਾਵੰਦ ਦੇ ਵਚਨ ਦੇ ਉੱਪਰ ਚੱਲੀਏ ਵੀ। ਕੱਲਾ ਪਵਿੱਤਰਤਾ ਹੀ ਖੁਦਾ ਦੇ ਰਾਜ 'ਚ ਥੋੜੀ ਲੈ ਕੇ ਜਾਵੇਗੀ ਸਾਨੂੰ। ਅੱਜ ਲੋਕੀ ਸੋਚਦੇ ਮੈਂ ਪਵਿੱਤਰ ਚੱਲਦਾ, ਮੈਂ ਦਾਨ ਦਸ਼ਮਾਂਸ਼ ਕਰਦਾ, ਮੈਂ ਪ੍ਰਭੂ ਦੇ ਘਰ 'ਚ ਜਾਂਦਾ, ਜਦੋਂ ਪ੍ਰੀਖਿਆ ਆਉਂਦੀ ਤੁਸੀਂ ਫੇਲ ਹੋ ਜਾਂਦੇ ਹੋ।
ਇਹ ਕੀ ਆ? ਫਿਰ ਤੁਸੀਂ ਕਹੋਗੇ ਖੁਦਾ ਦੇ ਰਾਹ 'ਚ ਇਹ ਲੋਕ ਖੁਦਾ ਦੇ ਰਾਹ 'ਚ ਨਹੀਂ ਜਾਣਗੇ। ਇਸ ਗੱਲ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ, ਜਿਨ੍ਹਾਂ ਨੇ ਭਾਵੇਂ 1000 ਸੰਦੇਸ਼ ਪੜ੍ਹੇ ਹੋਣ, ਜੇ ਸੰਦੇਸ਼ ਦੇ ਅਨੁਸਾਰ ਜੀਵਨ ਨਹੀਂ ਬਤੀਤ ਕੀਤਾ, ਖੁਦਾ ਦੇ ਰਾਹ 'ਚ ਨਹੀਂ ਜਾਣਗੇ। ਮੈਂ ਸ਼ਿਓਰਟੀ ਦੇ ਨਾਲ ਵਚਨ ਦੇ ਅਨੁਸਾਰ ਇਹ ਗੱਲ ਕਹਿ ਰਿਹਾ ਹਾਂ। ਜੇ ਤੁਹਾਨੂੰ ਕੋਈ ਕਹਿੰਦਾ ਆ ਪਾਸਟਰ ਵੀ ਤੁਸੀਂ ਸੰਦੇਸ਼ ਪੜ੍ਹ ਲਓ, ਬਾਈਬਲ ਪੜ੍ਹ ਲਓ, ਚਰਚ ਆ ਜਾ ਕਰੋ ਤੇ ਤੁਸੀਂ ਖੁਦਾ ਦੇ ਰਾਹ 'ਚ ਜਾਓਗੇ, ਨਹੀਂ, ਗਲਤ ਆ। ਫਿਰ ਤੁਹਾਨੂੰ ਗਲਤ ਸਿੱਖਿਆ ਦਿੱਤੀ ਜਾ ਰਹੀ ਆ। ਲੇਕਿਨ ਇੱਥੇ ਕੀ ਆ? ਇੱਥੇ ਉਕਾਬਾਂ ਦਾ ਖਾਣਾ ਦਿੱਤਾ ਜਾਂਦਾ। ਇੱਥੇ ਪਵਿੱਤਰ ਆਤਮਾ ਮੇਰੇ ਮੂੰਹ 'ਚ ਜੋ ਘਟਾਉਂਦਾ ਮੈਂ ਉਹੀ ਬੋਲਦਾ ਆ। ਮੈਂ ਆਪਣੀ ਸਮਝ ਦੇ ਨਾਲ ਪ੍ਰਚਾਰ ਨਹੀਂ ਕਰਦਾ। ਅੱਜ ਹਜ਼ਾਰਾਂ ਕਰੋੜਾਂ ਲੋਕ ਆਪਣੀ ਸਮਝ ਦੇ ਨਾਲ ਪ੍ਰਚਾਰ ਕਰ ਰਹੇ, ਕਲੀਸਿਆ ਨੂੰ ਚਲਾ ਰਹੇ ਆ ਵੀ ਤੁਸੀਂ ਇਦਾਂ ਚੱਲੋ। ਨਹੀਂ, ਮੈਂ ਕਹਿੰਦਾ ਆ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਚੱਲੋਗੇ ਤੇ ਪਾਸਟਰ ਵੀ ਬਚੂਗਾ ਤੇ ਕਲੀਸਿਆ ਵੀ ਬਚਾਈ ਜਾਵੇਗੀ। ਲੇਕਿਨ ਜੇ ਪਾਸਟਰ ਵੀ ਸਰੀਰਕ ਹੋ ਗਿਆ, ਜੇ ਪਾਸਟਰ ਹੀ ਕਹਿ ਰਹੇ, ਅੱਜ ਚਰਚਾਂ ਵਿੱਚ ਕੀ ਹੁੰਦਾ, ਬਹੁਤ ਲੋਕ ਜਾਂਦੇ ਆ ਪਾਸਟਰਾਂ ਦੇ ਕੋਲ, ਕਹਿੰਦੇ ਪਾਸਟਰ ਸਾਨੂੰ ਆਹ ਦਿੱਕਤ ਆ, ਸਾਨੂੰ ਆਹ ਬਿਮਾਰੀ ਆ। ਪਾਸਟਰ ਕੀ ਕਹਿੰਦੇ ਆ? ਤੁਸੀਂ ਜਾਓ ਡਾਕਟਰ ਨੂੰ ਦਿਖਾ ਲਓ। ਇਹ ਕੀ ਆ? ਫਿਰ ਤੈਨੂੰ ਕੱਲ ਨਹੀਂ ਖੜਾਇਆ ਖੁਦਾ ਨੇ? ਤੈਨੂੰ ਕੀ ਮੁਰਗੇ ਖਾਣ ਨੂੰ ਖੜਾਇਆ ਖੁਦਾ ਨੇ? ਕੀ ਤੈਨੂੰ ਬੱਕਰੇ ਖਾਣ ਵਾਸਤੇ ਖੁਦਾ ਨੇ ਖੜਾਇਆ? ਤੈਨੂੰ ਕਿਉਂ ਖੜਾਇਆ? ਤੈਨੂੰ ਇਹਨਾਂ ਦੀ ਰਖਵਾਲੀ ਕਰਨ ਨੂੰ ਖੜਾਇਆ। ਘੁਟਨੇ ਟੇਕ, ਫਾਸਟ ਰੱਖ, ਬੋਝ ਦੇ ਨਾਲ ਪ੍ਰਾਰਥਨਾ ਕਰ। ਮਨੁੱਖ ਕਿੱਦਾਂ ਸਹੀ ਨਹੀਂ ਹੋਵੇਗਾ? ਉਹ ਸਹੀ ਹੋਵੇਗਾ ਕੀ ਆ? ਜਿਹੜਾ ਸੇਵਕ ਵੀ ਸਮਰਪਿਤ ਹੋਣਾ ਚਾਹੀਦਾ ਆ। ਅੱਜ ਲੋਕਾਂ ਦਾ ਜੀਵਨ ਕਿਉਂ ਸਹੀ ਨਹੀਂ? ਮੈਂ ਬੜਾ ਇਸ ਚੀਜ਼ ਤੇ ਸ਼ੋਧ ਕੀਤੀ, ਬਹੁਤ ਸੋਚਿਆ ਵੀ ਕਲੀਸਿਆ ਵਿੱਚ ਲੋਕੀ ਕਿਉਂ ਦੋਗਲੇ ਆ, ਕਿਉਂ ਦੋਗਲਾਪਨ ਕਰਦੇ। ਚਰਚ ਵਿੱਚ ਆ ਕੇ ਮਸੀਹ ਬਣਦੇ ਆ, ਬਹੁਤ ਵਧੀਆ ਪੋਸ਼ਾਕਾਂ ਪਾਉਂਦੇ, ਮਸੀਹ ਬਣਦੇ, ਹਾਲੇਲੂਇਆ ਬੋਲਦੇ, ਲੇਕਿਨ ਬਾਹਰ ਕੀ ਹੁੰਦਾ ਹੈ? ਦੋਗਲਾਪਨ ਕਰਦੇ ਨੇ ਜਾ ਕੇ। ਇਹ ਕੀ ਹੈ? ਇਹਦਾ ਮਤਲਬ ਤੁਹਾਨੂੰ ਸਹੀ ਸਿੱਖਿਆ ਨਹੀਂ ਦਿੱਤੀ ਗਈ। ਜੇ ਸਹੀ ਸਿੱਖਿਆ ਦਿੱਤੀ ਹੁੰਦੀ, ਜਾਂ ਤਾਂ ਤੁਸੀਂ ਸੁਧਰ ਜਾਂਦੇ ਜਾਂ ਤੁਸੀਂ ਚਰਚ ਛੱਡ ਕੇ ਭੱਜ ਜਾਂਦੇ। ਅੱਜ ਕਈ ਲੋਕ ਮੇਰੇ ਕੋਲ ਚਰਚ ਛੱਡ ਕੇ ਭੱਜੇ ਕਿਉਂ ਗਏ? ਕਿਉਂਕਿ ਇਹ ਸਿੱਖਿਆ ਉਹਨਾਂ ਨੂੰ ਪਚੀ ਨਹੀਂ। ਕਿਉਂਕਿ ਇਹ ਉਹ ਸਿੱਖਿਆ ਆ ਜਿਹੜੀ ਉਕਾਬਾਂ ਨੂੰ ਦਿੱਤੀ ਜਾਂਦੀ ਆ। ਇਹ ਉਕਾਬਾਂ ਦਾ ਖਾਣਾ ਆ, ਇਹ ਉਹ ਖਾਣਾ ਨਹੀਂ ਆ ਜਿਹੜਾ ਕੋਈ ਆਮ ਬੰਦਾ ਹਜਮ ਕਰ ਜਾਵੇ। ਜੇ ਮਨੁੱਖ ਇਸ ਖਾਣੇ ਨੂੰ ਹਜਮ ਕਰ ਗਿਆ, ਮੈਂ ਗਾਰੰਟੀ ਦਿੰਦਾ ਉਹਦੇ ਰੈਪਚਰ ਨੂੰ ਦੁਨੀਆ ਦਾ ਕੋਈ ਪਾਸਟਰ, ਕੋਈ ਨਬੀ ਰੋਕ ਨਹੀਂ ਸਕਦਾ। ਕਿਉਂਕਿ ਜਿਹਨੇ ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕੀਤਾ ਆ, ਉਹ ਮਨੁੱਖ ਖੁਦਾ ਦੇ ਕੋਲ ਜਾਵੇਗਾ ਹੀ ਜਾਵੇਗਾ। ਇਸ ਗੱਲ ਦੀ ਪੂਰੀ ਗਾਰੰਟੀ ਆ। ਕੋਈ ਵੀ ਤੁਹਾਡੇ ਰੈਪਚਰ ਨੂੰ ਰੋਕ ਨਹੀਂ ਸਕਦਾ। ਅੱਜ ਚਰਚਾ ਵਿੱਚ ਕੀ ਹਾਲ ਹੋ ਰਹੇ ਆ? ਪਾਸਟਰ ਕਹਿੰਦੇ ਤੁਸੀਂ ਇੰਨਾ ਪੈਸਾ ਦੇ ਦਿਓ, ਜੇ ਤੁਸੀਂ ਨਹੀਂ ਦਿੱਤਾ ਤੁਹਾਡਾ ਰੈਪਚਰ ਰੁਕ ਜਾਵੇਗਾ। ਮੈਂ ਕਹਿੰਦਾ ਮੈਨੂੰ ਬਾਈਬਲ ਵਿੱਚੋਂ ਸਿੱਧ ਕਰੋ ਕਿ 50,000 ਦੇਣ ਦੇ ਨਾਲ ਰੈਪਚਰ ਹੋਵੇਗਾ, ਕਿ ਲੱਖ ਰੁਪਈਆ ਦੇਣ ਦੇ ਨਾਲ ਰੈਪਚਰ ਹੋਵੇਗਾ। ਨਹੀਂ, ਇਸ ਤਰ੍ਹਾਂ ਨਹੀਂ ਆ। ਉਹਨਾਂ ਨੂੰ ਇਹ ਸਿਖਾਓ ਵੀ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ। ਜੋ ਖੁਦਾ ਦੇ ਸੰਦੇਸ਼ ਕਹਿੰਦੇ ਆ, ਨਬੀ ਦੇ ਸੰਦੇਸ਼ ਕਹਿੰਦੇ, ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੋ, ਉਦਾਂ ਦੇ ਕੱਪੜੇ ਪਾਓ, ਤਾਂ ਤੁਹਾਡਾ ਰੈਪਚਰ ਹੋਵੇਗਾ। ਲੇਕਿਨ ਅੱਜ ਕੁਝ ਹੋਰ ਹੀ ਸਿੱਖਿਆ ਦਿੱਤੀ ਜਾ ਰਹੀ ਹੈ। ਲੋਕਾਂ ਦੇ ਜੀਵਨ ਨਹੀਂ ਸੁਧਾਰੇ ਜਾ ਰਹੇ, ਲੋਕਾਂ ਨੂੰ ਬਸ ਪਰੋਸਿਆ ਜਾ ਰਿਹਾ ਆ ਵੀ ਆ ਚੱਕ ਲੋ, ਆ ਖਾ ਲੋ। ਉਹ ਭਾਵੇਂ ਖਾਣ ਚਾਹੇ ਨਾ ਖਾਣ ਉਸ ਖਾਣੇ ਨੂੰ, ਲੇਕਿਨ ਖਾਣਾ ਵੀ ਦੇਖ ਕੇ ਦੇਣਾ ਚਾਹੀਦਾ ਆ। ਉਹ ਖਾਣਾ ਨਾ ਦੋ ਜਿਹੜਾ ਉਹ ਪਚਾ ਨਾ ਸਕਣ। ਉਹਨਾਂ ਨੂੰ ਤਾਂ ਬੈਠਣਾ ਨਹੀਂ ਆਇਆ ਤੇ ਤੁਸੀਂ ਉਹਨਾਂ ਨੂੰ ਸਿੰਘਾਸਨ ਤੇ ਬੈਠਣ ਦੀ ਗੱਲ ਕਰ। ਜਿਹੜੇ ਲੋਕਾਂ ਨੂੰ ਚਰਚ ਵਿੱਚ ਬੈਠਣਾ ਨਹੀਂ ਆਉਂਦਾ, ਉਹ ਖੁਦਾ ਦੇ ਸਿੰਘਾਸਨ ਤੇ ਕਿੱਦਾਂ ਬੈਠਣਗੇ ਜਾ ਕੇ? ਲੇਕਿਨ ਅੱਜ ਕੀ ਆ? ਚਰਚਾਂ ਵਿੱਚ ਸਿਖਾਇਆ ਨਹੀਂ ਜਾਂਦਾ। ਲੇਕਿਨ ਇਹ ਉਹ ਸਥਾਨ ਨਹੀਂ ਆ ਜਿੱਥੇ ਪੱਖਪਾਤ ਹੋਵੇ। ਇੱਥੇ ਕੀ ਆ? ਜੋ ਖੁਦਾ ਦਾ ਵਚਨ ਸਭ ਦੇ ਲਈ ਬਰਾਬਰ ਆ, ਸਾਰਿਆਂ ਲਈ ਸੁਧਾਰ ਲਈ ਆ। ਕਿਉਂਕਿ ਮੈਂ ਉਹੀ ਬੋਲੂੰਗਾ, ਮੈਂ ਕਿਸ ਦਾ ਪੱਖਪਾਤ ਨਹੀਂ ਕਰਦਾ। ਮੈਂ ਉਹ ਕੰਮ ਨਹੀਂ ਕਰਦਾ ਵੀ ਮੈਂ ਕਿਸ ਨੂੰ ਫੁੱਲੀਆਂ ਪਾਵਾਂ ਵੀ ਕੋਈ ਗੱਲ ਨਹੀਂ, ਮੈਂ ਵਚਨ ਸੁਣਾਉਂਗਾ ਤੇ ਭੈਣ ਗੁੱਸੇ ਹੋ ਜੂਗੀ, ਭਾਈ ਗੁੱਸੇ ਹੋ ਜਾਊਗਾ। ਨਹੀਂ, ਜੋ ਮੈਨੂੰ ਪਵਿੱਤਰ ਆਤਮਾ ਬੋਲੂਗਾ ਮੈਂ ਉਹੀ ਬੋਲੂੰਗਾ। ਜੇ ਕਿਸ ਨੂੰ ਪਸੰਦ ਆਵੇ ਚਾਹੇ ਨਾ ਆਵੇ। ਇਹ ਉਹ ਲਾਈਨ ਨਹੀਂ ਆ। ਇਹ ਕਿਹੜੀ ਲਾਈਨ ਆ? ਇਹ ਮੌਤ ਦੀ ਲਾਈਨ ਆ, ਇਹ ਸੱਚਾਈ ਦੀ ਲਾਈਨ ਆ, ਇਹ ਜੀਵਨ ਦੀ ਲਾਈਨ ਆ। ਮੌਤ ਦਾ ਮਤਲਬ ਆ ਸੰਸਾਰ ਤੋਂ ਮਰਨਾ, ਜੀਵਨ ਦਾ ਮਤਲਬ ਆ ਖੁਦਾ ਦੇ ਵਿੱਚ ਜੀਵਨ ਬਤੀਤ ਕਰਨਾ। ਇਹ ਉਹ ਲਾਈਨ ਆ ਤੇ ਸਾਨੂੰ ਉਹਦੇ ਅਨੁਸਾਰ ਚੱਲਣਾ ਪਊਗਾ। ਅਸੀਂ ਸੰਸਾਰ ਦੇ ਅਨੁਸਾਰ ਨਹੀਂ ਚੱਲ ਸਕਦੇ। ਅੱਜ ਲੋਕੀ ਗਲਤ ਜੀਵਨ ਬਤੀਤ ਕਰਦੇ ਆ, ਲੋਕੀ ਗਲਤ ਤਿਉਹਾਰ ਵੀ ਮਨਾਉਂਦੇ। ਕ੍ਰਿਸਚੀਅਨ ਲੋਕ ਤਿਉਹਾਰ ਮਨਾਉਂਦੇ, ਹੈਪੀ ਦੀਵਾਲੀ ਬੋਲਦੇ ਆ, ਹੈਪੀ ਹੋਲੀ ਬੋਲਦੇ, ਬਹੁਤ ਕੁਝ ਕਰਦੇ। ਇਹ ਕੀ ਆ? ਜੇ ਤੁਹਾਨੂੰ ਕੋਈ ਤੁਹਾਡੇ ਆਂਢ ਗੁਆਂਢ ਚੋਂ ਹੈਪੀ ਹੋਲੀ, ਹੈਪੀ ਦੀਵਾਲੀ ਬੋਲਦਾ ਆ ਤੇ ਉਹਨੂੰ ਕਹੋ ਪ੍ਰਭੂ ਤੈਨੂੰ ਬਰਕਤ ਦੇਵੇ, ਗੋਡ ਬਲੈਸ ਯੂ ਬੋਲ ਦੋ ਉਹਨੂੰ, ਠੀਕ ਹੈ ਨਾ? ਕੋਈ ਫਰਕ ਨਹੀਂ ਪੈਂਦਾ। ਇਹ ਨਹੀਂ ਵੀ ਆਪਾਂ ਕੱਟੜਪੰਥੀ ਕਰਨੀ ਹੈ, ਇੱਕ ਤਰੀਕਾ ਹੁੰਦਾ। ਲੇਕਿਨ ਸਿਖਾਊਗਾ ਕੌਣ? ਇੱਕ ਸੇਵਕ ਹੀ ਤੁਹਾਨੂੰ ਇਹ ਚੀਜ਼ਾਂ ਸਿਖਾਊਗਾ। ਜੇ ਸੇਵਕ ਨੂੰ ਇਸ ਚੀਜ਼ਾਂ ਦੀ ਨੌਲੇਜ ਨਹੀਂ ਆ, ਜੇ ਡਰਾਈਵਰ ਹੀ ਅੰਨਾ ਆ ਤੇ ਜਿਹੜੀ ਸਵਾਰੀਆਂ ਆ ਉਹ ਵੀ ਖੂਹ ਦੇ ਵਿੱਚ ਜਾਣਗੀਆਂ। ਇਸ ਕਰਕੇ ਜਿਹੜਾ ਸੇਵਕ ਹੋਣਾ ਚਾਹੀਦਾ, ਸਭ ਤੋਂ ਪਹਿਲਾਂ ਤਾਂ ਉਹ ਪ੍ਰਕਾਸ਼ਵਾਨ ਹੋਣਾ ਚਾਹੀਦਾ। ਦੂਜੀ ਗੱਲ, ਉਹ ਆਤਮਾ ਦੇ ਅਭਿਸ਼ੇਕ ਦੇ ਥੱਲੇ ਹੋਣਾ ਚਾਹੀਦਾ। ਤੀਜੀ ਗੱਲ, ਉਹ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਵੀ ਸੇਵਕ ਹੀ ਰੋਂਗ ਹੋਵੇ। ਸੇਵਕ ਰੋਂਗ ਹੋਗਾ ਤਾਂ ਕਲੀਸਿਆ ਨੇ ਤਾਂ ਆਪਣਾ ਇੱਕ ਸਿਸਟਮ ਗਲਤ ਹੋ ਜਾਣਾ। ਜੇ ਕਲੀਸਿਆ ਦੇ ਲੋਕ ਆਂਦੇ ਆ ਸੇਵਕ ਦੇ ਕੋਲ ਤਾਂ ਸੇਵਕ ਪ੍ਰਾਰਥਨਾ ਕਰੇ, ਘੁਟਨੇ ਟੇਕੇ, ਫਾਸਟ ਰੱਖੇ। ਕੋਈ ਮਰਨ ਨਹੀਂ ਲੱਗਾ ਸੇਵਕ ਜੇ 2 ਦਿਨ 3 ਦਿਨ ਹਫਤਾ ਫਾਸਟ ਰੱਖ ਲੂਗਾ ਤਾਂ। ਜੇ ਖੁਦਾ ਨੂੰ ਜੀਵਨ ਦਿੱਤਾ ਤੇ ਖੁਦਾ ਨੇ ਉਹਦੇ ਸਰੀਰ ਨੂੰ ਸੰਭਾਲਣਾ ਆ।
लेकिन लोग कहते साडे जे लीवर च सोच पै जानी असीं फास्ट रख ले, ये हो गया। इस तरह कुछ नहीं है। मैं तुहानूं गारंटी दिना जो यीशु मसीह ने जो मूसा ने 40 फास्ट रखे सी ते उन्हां नूं कुछ नहीं होया सी, ओह तां ताकत ना भर गए सी। अज सानूं भी चाहिए उस मसे ते उस ताकत ना भरना सानूं चाहिदा आ, लेकिन किद्दां उस ताकत ते उस मसे ना भरांगे जदों खुदा दे वचन दे उपर विश्वास करांगे, उसे तरह चलांगे तां खुदा काम करदा आ। ਹੁਣ ਇੱਥੇ ਕੀ ਹੋਇਆ 380 ਜਿਹੜੇ ਪਵਿੱਤਰ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਹਾ ਸੀ ਅਸੀਂ ਵੀ ਪਵਿੱਤਰ ਹਾਂ, ਉਹ ਕੀ ਹੋਇਆ ਉਹਨਾਂ ਦੇ ਉੱਪਰ ਖੁਦਾ ਦੀ ਅਨੋਇੰਟਿੰਗ ਖੁਦਾ ਦਾ ਮਸਾ ਨਹੀਂ ਉਤਰਿਆ। ਅੱਜ ਬਹੁਤ ਲੋਕ ਦਾਵਾ ਕਰਦੇ ਆ ਸਾਡੇ ਕੋਲ ਨਬੀ ਦੇ ਸੰਦੇਸ਼ ਆ, ਸਾਨੂੰ ਮਸਾ ਕੀਤਾ ਗਿਆ ਹੈ, ਲੇਕਿਨ ਕੀ ਤੁਹਾਡੇ ਕੰਮਾਂ ਦੇ ਦੁਆਰਾ ਨਹੀਂ ਪਤਾ ਲੱਗਦਾ ਵੀ ਤੁਸੀਂ ਮਸਾ ਕੀਤੇ ਹੋਏ ਆ ਕਿ ਨਹੀਂ ਕੀਤੇ ਹੋਏ? ਤੁਹਾਡੇ ਉੱਪਰ ਉਹ ਮਸਾ ਹੀ ਨਹੀਂ ਆ, ਤੁਹਾਡੇ ਕੋਈ ਇਖਤਿਆਰ ਹੀ ਨਹੀਂ ਆ ਦੁਸ਼ਟ ਆਤਮੇ ਕੱਢਣ ਦਾ, ਲੋਕਾਂ ਨੂੰ ਸਹੀ ਕਰਨ ਦਾ। ਫਿਰ ਬਹੁਤ ਸੇਵਕ ਲੋਕ ਕਹਿੰਦੇ ਨੇ ਸਾਡੇ ਉੱਪਰ ਪਵਿੱਤਰ ਆਤਮਾ ਹੈ। ਨਬੀ ਦੇ ਸੰਦੇਸ਼ ਪੜਨ ਦੇ ਨਾਲ ਪਵਿੱਤਰ ਆਤਮਾ ਨਹੀਂ ਆਂਦਾ, ਨਬੀ ਦੇ ਸੰਦੇਸ਼ਾਂ ਤੇ ਚੱਲਣ ਦੇ ਨਾਲ ਪਵਿੱਤਰ ਆਤਮਾ ਕੰਮ ਕਰਦਾ ਆ। ਜਿਹੜਾ ਮਨੁੱਖ ਨਬੀ ਦੇ ਸੰਦੇਸ਼ਾਂ ਅਨੁਸਾਰ ਚੱਲਦਾ ਆ ਉਹਦੇ ਅੰਦਰ ਪਵਿੱਤਰ ਆਤਮਾ ਰਹਿੰਦਾ ਆ, ਤੇ ਪਵਿੱਤਰ ਆਤਮਾ ਦੇ ਅੱਗੇ ਕੋਈ ਵੀ ਬਿਮਾਰੀ, ਕੋਈ ਵਬਾ, ਕੋਈ ਦੁਸ਼ਟ ਆਤਮਾ ਟਿਕ ਨਹੀਂ ਸਕਦੀ। मैं इस चीज की गारंटी दिना तुहानूं। पहला तिमोथियुस कढांगे 2:8। पहला तिमोथियुस हुण देखो पहला तिमोथियुस की लिखिया भगती करन दा ढंग। जिहड़ा मेरा अज दा प्रचार आ वो प्रचार यही आ भी जिहड़ा भगती करन दा ढंग लोकां नूं पता नहीं आ, चाहे कोई पास्टर होवे चाहे कोई नबी होवे, जिन्हों भगती करन दा ढंग नहीं पता वो खुदा दे राज च नहीं जावेगा। भगती करन दा ढंग होना चाहिए है लोगों को भी किस तरह भगती करनी है। पहला तिमोथियुस 2 अध्याय पढ़ांगे। सो मैं सब तो पहला ये तकीद करता हाँ जो बेनतियां प्रार्थना अरदासां ते धन्नवाद सबना मनुखा लई कीते जाण, पातशाहां ते सबना मरातबे वालियां दे लई असीं पूरी भगती ते गंभीरता विच चैन ते सुख नाल उमर भोगीए। साडे मुक्तिदाते परमेश्वर दे हजूरों एहो भला प्रवान है जो चाहुंदा है भई सारे मनुख बचाए जाण। प्रभु की चाहता आ सारे मनुख बचाए जाण। हुण सारे मनुख किस तरह बचाए जाणगे? सारे मनुख तां ही बचाए जाणगे जे खुदा दे अनुसार वो जीवन व्यतीत करनगे, तां मनुख बचाए जाणे आ। चर्च जाण दे नाल लोकां ने बचाए नहीं जाना, बपतिस्मा लैण दे नाल लोकां ने बचाए नहीं जाना, प्रार्थना करन दे नाल या पवित्रताई वाला जीवन कट्टण दे नाल लोग बचाए नहीं जाणगे। लोग की हुंदा मैं तुहानूं दस रहा, जो किसी विश्वासी दे परख आंदी है ना उदों पता लगदा आ। जो बंदा फेल हुंदा आ ते समझ लो कच्चा आ, वो परमेश्वर दे राज दे योग नहीं आ। लेकिन जिहड़ा बंदा उस परतावे नूं सह लैंदा आ, उस दुखां नूं सह लैंदा आ, वो बंदा खुदा दे राज च जावेगा। उन्हें कहा जिहड़ा अंत तोड़ी सवेगा। हुण अंत तोड़ी सहण दा की मतलब आ? अंत तोड़ी सहण दा मतलब ये नहीं भी 2 साल असीं प्रभु च चल गए या 10 साल हो गए सानूं प्रभु विच आया ते ओहदे बाद साडे ते मुसीबत आ गई, असीं कहंदे लै प्रभु ने तां मेरी सुणी नहीं। की हुंदा आ तुसीं उस परतावे विच फेल हो गए। हो सकदा प्रभु तुहानूं परता रिहा होवे, तुहानूं ओहने एक होर उच्ची सीट देनी होवे। तुहानूं पता जदों यूसुफ नूं उच्ची सीट देनी सी की होया, ओहदे दर्शनां ਉਹ ਜਿਹੜੇ ਉਹਦੇ ਦਰਸ਼ਨ ਦੇਖੇ ਸੀ ਉਹ ਗਲਤ ਹੋ ਗਏ ਸੀ। ਗਲਤ ਕਿੱਦਾਂ ਹੋ ਗਏ ਸੀ? ਉਹਦੇ ਭਰਾਵਾਂ ਦੀ ਨਜ਼ਰਾਂ ਦੇ ਵਿੱਚ ਉਹਨੇ ਆਪਣੇ ਭਰਾਵਾਂ ਨੂੰ ਕੀ ਕਿਹਾ ਸੀ? ਮੈਂ ਕਹਿੰਦਾ ਤੁਸੀਂ ਆ ਕੇ ਮੈਨੂੰ ਮੱਥਾ ਟੇਕੋਗੇ। ਲੇਕਿਨ ਕੀ ਹੋਇਆ? ਉਹਦੇ ਭਰਾਵਾਂ ਨੂੰ ਕੁੱਟ ਰਹੇ ਆ, ਉਹਦੇ ਭਰਾ ਹੱਸ ਰਹੇ ਹੋਣੇ ਉਸ ਸਮੇਂ, ਇਹ ਸੋਚ ਰਹੇ ਹੋਣੇ ਆ ਵੀ ਇਹਦੇ ਅੱਗੇ ਅਸੀਂ ਮੱਥਾ ਟੇਕਣਾ ਸੀ, ਇਹ ਤਾਂ ਸਾਡੇ ਤੋਂ ਕੁੱਟ ਖਾ ਰਿਹਾ ਆ। ਲੇਕਿਨ ਕੀ ਹੋਇਆ? ਇੱਕ ਦਿਨ ਜਿਹੜੇ ਉਹਦੇ ਦਰਸ਼ਨ ਆ ਜਿਨ੍ਹਾਂ ਨੂੰ ਉਹਦੇ ਭਰਾਵਾਂ ਨੇ ਗਲਤ ਸਮਝਿਆ ਸੀਗਾ ਉਹ ਸੱਚ ਠਹਿਰੇ। ਇੱਕ ਦਿਨ ਕੀ ਹੋਇਆ? ਉਸ ਦੇਸ਼ ਦਾ, ਮਿਸਰ ਦੇਸ਼ ਦਾ ਉਹ ਰਾਜਾ ਬਣਿਆ। ਕਿਸ ਤਰ੍ਹਾਂ ਬਣਿਆ? परतावे नूं सह के बनिया, परीक्षा चों पास होया। जे वो खुदा नूं ताने मेने मारन लग पैंदा, प्रभु जी तू मैनूं दर्शन दिखाए सी, मेरे तां कुट पै रही है। सोचण वाली गल आ। मान लो कोई कलीसिया विच प्रभु किस नूं दर्शन दिखांदा भी तेरे नाल मैं आह काम करूंगा, ਉਹਦੇ ਬਾਅਦ ਉਹ ਬੰਦੇ ਨਾਲ ਗਲਤ ਹੁੰਦਾ ਆ, ਉਹਨੇ ਤਾਂ ਕਹਿਣਾ ਹੀ ਆ ਵੀ ਖੁਦਾ ਤੂੰ ਤਾਂ ਮੈਨੂੰ ਆਹ ਦਿਖਾਇਆ ਸੀ, ਤੂੰ ਆਹ ਕੰਮ ਮੇਰੇ ਨਾਲ ਕਰ ਰਿਹਾ, ਇਹ ਤਾਂ ਉਲਟ ਹੋ ਰਿਹਾ। ਲੇਕਿਨ ਨਹੀਂ, ਇਹ ਵਿਸ਼ਵਾਸੀਆਂ ਦੀ ਨਿਸ਼ਾਨੀ ਨਹੀਂ ਹੈ। ਵਿਸ਼ਵਾਸੀ ਉਹੀ ਬੰਦਾ ਆ ਕਿ ਜਿਹੜੇ ਪ੍ਰਭੂ ਨੇ ਯੂਸਫ ਨੂੰ ਦਰਸ਼ਨ ਦਿੱਤਾ ਸੀ, ਜੇ ਉਹਨੂੰ ਮਾਰ ਵੀ ਪਈ, ਕੀ ਉਹ ਵਾਦਾ ਪੂਰਾ ਹੋਇਆ ਕਿ ਨਹੀਂ ਹੋਇਆ? ਕੀ ਉਹ ਸਿੰਘਾਸਨ ਤੇ ਬੈਠਾ ਕਿ ਨਹੀਂ ਬੈਠਾ? खुदा ने उन्होंने संसारिक सिंघासन ते नहीं बिठाया सी। बाइबल के अनुसार वो एक आत्मा के सिंघासन ते बैठा सीगा। जिहड़ा यूसुफ सीगा वो खुदा दी नज़रां ते लोकां दी नज़रां दे विच तां एक सिंघासन ते बैठा सी भी राजे ने उन्होंने राज दिता सी। लेकिन आत्मा दे जे तुसीं आत्मिक रीति नाल देखो ते वो एक आत्मा के सिंघासन ते बैठा सीगा। अज खुदावंद चाहता आ असीं ये दुखां तकलीफां नूं पार करिए। दुख तकलीफ बीमारियां ये हमेशा नहीं रहणियां, ये कुछ समय वास्ते हुंदियां। क्यों आंदियां? कई बार अपने लोकां नूं परताया जांदा आ।
खुदा कई बार देखदा आ भी ये बंदा सहंदा कि नहीं सहंदा ये चीज़ां नूं। फिर खुदा की करदा जो सहंदा है उन्होंने पता भी ये संभाल सकदा वजन नूं, खुदा की करदा उन्होंने होर वधांदा, फिर होर वजन पांदा है। जिद्दां एक पिलर हुंदा आ, पिलर दे उपर उन्ना ही वजन पाया जाता जिन्ना को संभाल सके। जे वो वजन नूं संभालदा आ, सिंगल स्टोरी बनती है घर की, फिर डबल भी बनती, क्योंकि पता हुंदा कि उस पिलर ने उस घर नूं संभालिया होया। इसे तरह विश्वासी लोगों के जीवन आ, जो विश्वास से मजबूत होंगे आ उदों खुदावंद की करदा उन्हां ते होर वजन पांदा। लेकिन जो डिग जाते आ तो खुदा वजन नहीं पावेगा। एक तो तुसीं डिग रहे हो, फिर कहंदे खुदावंद तू वजन क्यों नहीं पा रहे? खुदा वजन किद्दां वजन पावेगा? जो तुसीं उन्ना ही नहीं संभाल पा रहे तो खुदावंद तुहानूं किद्दां वधावेगा? ਇਹ ਆ ਸਮਝ, ਇਹ ਸਮਝ ਦੀ ਗੱਲਾਂ ਆ। ਜਿਹੜਾ ਬੰਦਾ ਮਸੀਹ ਜੀਵਨ ਨੂੰ ਸਮਝ ਗਿਆ, ਮਸੀਹ ਲਾਈਨ ਨੂੰ ਸਮਝ ਗਿਆ, ਉਹ ਕਦੇ ਡਿੱਗੂਗਾ ਨਹੀਂ। ਲੇਕਿਨ ਅੱਜ ਜ਼ਿਆਦਾਤਰ ਵਿਸ਼ਵਾਸੀ ਡਿੱਗ ਜਾਂਦੇ ਆ। ਥੋੜੀ ਜੀ ਤੰਗੀ ਆਈ, ਮੁਸੀਬਤ ਆਈ, ਮੇਰੇ ਨਾਲ ਇਦਾਂ ਹੋ ਗਿਆ, ਲੋਕੀ ਕੀ ਕਰਦੇ ਤਾਨਾ ਮੇਣਾ ਮਾਰਦੇ ਜੀ ਮੈਨੂੰ, ਮੇਰੇ ਤੁਹਾਡਾ ਪ੍ਰਭੂ ਇਦਾਂ ਦਾ ਨਹੀਂ। ਲੋਕਾਂ ਵੱਲ ਨਾ ਦੇਖੋ, ਲੋਕੀ ਕੀ ਬੋਲਦੇ, ਲੋਕਾਂ ਵੱਲ ਦੇਖਣ ਦੀ ਲੋੜ ਨਹੀਂ ਆ। ਆਪਣੇ ਪਰਮੇਸ਼ਵਰ ਯਹੋਵਾ ਵੱਲ ਦੇਖੋ। ਯੂਸਫ ਨੂੰ ਜਦੋਂ ਕੁੱਟ ਪੈ ਰਹੀ ਸੀ ਉਹਦੇ ਭਰਾਵਾਂ ਦੇ ਦੁਆਰਾ, ਜਦੋਂ ਜੇਲ੍ਹ ਦੇ ਵਿੱਚ ਉਹਨੂੰ ਕੁੱਟਿਆ ਜਾਂਦਾ ਸੀ, ਉਹਦੇ ਕੋੜੇ ਮਾਰੇ ਜਾਂਦੇ ਸੀ, ਤੇ ਖੁਦਾ ਨੇ ਜਿਹੜਾ ਯੂਸਫ ਸੀਗਾ ਉਹਨੇ ਖੁਦਾ ਵੱਲ ਦੇਖਿਆ, ਉਹਨੇ ਮਨੁੱਖਾਂ ਵੱਲ ਨਹੀਂ ਦੇਖਿਆ ਵੀ ਇਹ ਮਨੁੱਖ ਕੀ ਕਰ ਰਹੇ ਆ। ਜਦੋਂ ਯੀਸ਼ੂ ਮਸੀਹ ਨੂੰ ਕੋੜੇ ਮਾਰੇ ਗਏ, ਯੀਸ਼ੂ ਮਸੀਹ ਨੇ ਖੁਦਾ ਦੇ ਵਚਨ ਵੱਲ ਦੇਖਿਆ। ਉਹਨੇ ਇਹ ਨਹੀਂ ਦੇਖਿਆ ਵੀ ਲੋਕ ਕੀ ਕਰ ਰਹੇ ਆ, ਲੋਕ ਮੈਨੂੰ ਮਾਰ ਰਹੇ ਆ, ਮੈਂ ਪਰਮੇਸ਼ਵਰ ਹਾਂ, ਨਹੀਂ। ਕਿਉਂਕਿ ਉਹਨੇ ਸਾਡੇ ਸਾਹਮਣੇ ਇੱਕ ਨਮੂਨਾ ਪੇਸ਼ ਕੀਤਾ ਸੀ। ਜੇ ਅਸੀਂ ਨਮੂਨਾ ਬਣਨਾ ਚਾਹੁੰਦੇ ਆ, ਸਾਨੂੰ ਖੁਦਾ ਦੇ ਵਚਨ ਵੱਲ ਦੇਖਣਾ ਪੈਣਾ, ਸਾਨੂੰ ਲੋਕਾਂ ਵੱਲ ਦੇਖਣ ਦੀ ਲੋੜ ਨਹੀਂ ਆ। ਲੇਕਿਨ ਇਹ ਚੀਜ਼ਾਂ ਸਿਖਾਉਣ ਵਾਸਤੇ ਵੀ ਇੱਕ ਸੇਵਕ ਹੁੰਦਾ ਆ। ਜੇ ਸੇਵਕ ਤੁਹਾਨੂੰ ਇਹ ਚੀਜ਼ਾਂ ਨਹੀਂ ਸਿਖਾਉਂਦਾ ਤੇ ਉਹਦੇ ਵਾਸਤੇ ਬਹੁਤ ਗਲਤ ਗੱਲ ਆ। ਜੇ ਉਹ ਤੁਹਾਨੂੰ ਕਹਿੰਦਾ ਪੈਸੇ ਹੀ ਦੇ ਚੱਲੋ ਤੇ ਫਿਰ ਗਲਤ ਗੱਲ ਆ। ਪੈਸੇ ਦੇ ਨਾਲ ਖੁਦਾ ਦੀ ਸੇਵਕਾਈ ਨਹੀਂ ਆ, ਪੈਸੇ ਦੇ ਨਾਲ ਖੁਦਾ ਦੀ ਸੇਵਕਾਈ ਨਹੀਂ ਆ, ਲੇਕਿਨ ਆਤਮਾ ਸੱਚਾਈ ਦੇ ਨਾਲ ਖੁਦਾ ਦੀ ਸੇਵਕਾਈ ਹੁੰਦੀ ਆ। ਪੈਸੇ ਦੇ ਨਾਲ ਤਾਂ ਅਸੀਂ ਉਹਦੇ ਕੰਮਾਂ ਨੂੰ ਕਰ ਸਕਦੇ, ਕੰਮਾਂ ਨੂੰ ਵਧਾ ਸਕਦੇ, ਲੇਕਿਨ ਕਿਸੇ ਦੇ ਜੀਵਨ ਨੂੰ ਨਹੀਂ ਬਦਲ ਸਕਦੇ। ਪੈਸੇ ਦੇ ਨਾਲ ਕਿਸੇ ਦਾ ਰੈਪਚਰ ਨਹੀਂ ਕਰਵਾ ਸਕਦੇ। ਜੇ ਪੈਸੇ ਦੇ ਨਾਲ ਰੈਪਚਰ ਹੁੰਦਾ, ਪੈਸੇ ਦੇ ਨਾਲ ਜੀਵਨ ਬਦਲਦੇ, ਤੇ ਮੈਂ ਕਹਿੰਦਾ ਸਭ ਜਿੰਨੇ ਅਮੀਰ ਲੋਕ ਹੁੰਦੇ ਉਹ ਸਭ ਖੁਦਾ ਦੇ ਰਾਹ 'ਚ ਚੱਲ ਜਾਂਦੇ, ਤੇ ਜਿਹੜੇ ਗਰੀਬ ਲੋਕ ਉਹ ਨਰਕ ਵਿੱਚ ਚਲੇ ਜਾਂਦੇ। ਲੇਕਿਨ ਇਸ ਤਰ੍ਹਾਂ ਨਹੀਂ ਆ। ਖੁਦਾਵੰਦ ਪੱਖਪਾਤ ਨਹੀਂ ਕਰਦਾ, ਖੁਦਾਵੰਦ ਹਿਰਦਿਆਂ ਨੂੰ ਪਰਖਦਾ ਆ। ਉਹ ਰੰਗ ਨੂੰ ਨਹੀਂ ਦੇਖਦਾ, ਕਾਲਾ ਰੰਗ ਆ, ਚਿੱਟਾ ਰੰਗ ਆ, ਪੀਲਾ ਰੰਗ ਆ, ਛੋਟੇ ਕੱਦ ਦਾ ਆ, ਵੱਡੇ ਕੱਦ ਦਾ ਆ, ਤਾਂ ਇਹਨੂੰ ਸੇਵਕਾਈ ਮਿਲੀ ਆ, ਇਹ ਬੜਾ ਸੋਹਣਾ ਆ, ਇਹ ਇੰਗਲਿਸ਼ ਬੋਲਣੀ ਆਂਦੀ ਤਾਂ ਸੇਵਕਾਈ, ਨਹੀਂ। ਇਸ ਤਰ੍ਹਾਂ ਨਹੀਂ ਆ। ਜਿਹਦੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਆ, ਉਹ ਖੁਦਾ ਦੀ ਸੇਵਕਾਈ ਕਰ ਸਕਦਾ ਹੈ। ਚਾਹੇ ਕੋਈ ਵੀ ਹੋਵੇ, ਚਾਹੇ ਵਿਸ਼ਵਾਸੀ ਹੋਵੇ, ਉਹ ਵੀ ਇੱਕ ਸੇਵਕ ਹੀ ਹੁੰਦੇ। ਵਿਸ਼ਵਾਸੀ ਲੋਕ ਵੀ ਇੱਕ ਸੇਵਕ ਆ, ਉਹ ਵੀ ਇੱਕ ਸੇਵਕਾਈ ਦੇ ਵਿੱਚ ਆ। ਕੋਈ ਵੱਡਾ ਛੋਟਾ ਨਹੀਂ ਆ। ਇਹ ਕੀ ਆ? ਆਪਣੇ ਆਪਣੇ ਅਹੁਦੇ ਆ। ਮੈਨੂੰ ਕੁਝ ਹੋਰ ਦਿੱਤਾ ਗਿਆ, ਤੁਹਾਨੂੰ ਕੁਝ ਹੋਰ ਦਿੱਤਾ ਗਿਆ। ਕਿਸੇ ਨੂੰ ਪ੍ਰਚਾਰ ਕਰਨ ਦਾ, ਕਿਸੇ ਨੂੰ ਚੰਗਿਆਈ ਦਾ ਵਰਦਾਨ ਮਿਲਦਾ ਆ, ਕਈਆਂ ਨੂੰ ਕਲੀਸਿਆ ਵਿੱਚ ਲੋਕ ਪ੍ਰਭੂ ਦੇ ਕੰਮਾਂ ਕਰਨ ਦਾ ਜਿਹੜਾ ਅਧਿਕਾਰ ਮਿਲਦਾ ਆ। ਹਰ ਕਿਸੇ ਦੇ ਅਧਿਕਾਰ ਅਲੱਗ-ਅਲੱਗ ਨੇ। ਇਸ ਕਰਕੇ ਸਾਨੂੰ ਚਾਹੀਦਾ ਜਿਹੜਾ ਖੁਦਾ ਦਾ ਵਚਨ ਕਹਿੰਦਾ ਉਸ ਅਨੁਸਾਰ ਅਸੀਂ ਚੱਲੀਏ। ਹੁਣ ਅਸੀਂ ਪੜਾਂਗੇ ਇਹਦੀ ਪਹਿਲਾ ਤਿਮੋਥੀ 2:8 ਪੜਾਂਗੇ। ਉਪਰੰਤ ਮੈਂ ਚਾਹੁੰਦਾ ਹਾਂ ਭਈ ਪੁਰਖ ਸਭਨੀ ਥਾਈ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ। ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ। ਇਸੇ ਤਰ੍ਹਾਂ ਚਾਹੁੰਦਾ ਹਾਂ ਭਈ ਇਸਤਰੀਆਂ ਲਾਜ ਅਤੇ ਸੰਜਮ ਸਮੇਤ ਆਪਣੇ ਆਪ ਨੂੰ ਸੁਹਾਵਣੀ ਪੁਸ਼ਾਕ ਨਾਲ ਸਵਾਰਨ, ਨਾ ਗੁੰਦਿਆ ਹੋਇਆ ਵਾਲਾਂ ਨਾਲ, ਨਾ ਸੋਨੇ ਜਾਂ ਮੋਤੀਆਂ ਜਾਂ ਭਾਰੇ ਮੁੱਲ ਦੇ ਵਸਤਰਾਂ ਨਾਲ। ਹੁਣ ਦੇਖੋ ਇਹ ਜਿਹੜੀ ਗੱਲ ਹੋ ਰਹੀ ਆ ਇਸ ਵਚਨ ਦੇ ਵਿੱਚ, ਪਹਿਲਾ ਤਿਮੋਥੀ ਦੇ ਵਿੱਚ, ਇਹ ਮਸੀਹ ਭੈਣਾਂ ਦੀ ਗੱਲ ਹੋ ਰਹੀ ਆ, ਮਸੀਹ ਲੋਕਾਂ ਦੀ ਗੱਲ ਹੋ ਰਹੀ ਆ। ਅੱਜ ਕੀ ਆ, ਲੋਕ ਵਚਨ ਦੇ ਨਾਲ ਆਪਣੇ ਆਪ ਨੂੰ ਨਹੀਂ ਸ਼ਿੰਗਾਰਦੇ। ਲੋਕ ਕੀ ਕਰਦੇ ਆ? ਫੈਸ਼ਨ ਕਰਕੇ, ਸਭ ਕੁਝ ਕਰਕੇ ਖੁਦਾ ਦੇ ਘਰ ਵਿੱਚ ਜਾਂਦੇ ਆ। ਕੀ ਕਰਨ? ਦਿਖਾਵਾ ਕਰਨ। ਕਈ ਲੋਕ ਕੀ ਕਰਦੇ ਆ, ਕਈਆਂ ਕੋ ਸੋਨਾ ਹੁੰਦਾ, ਸੋਨਾ ਪਾ ਕੇ ਜਾਂਦੇ ਆ। ਉਹ ਕੀ ਕਰਦੇ ਆ? ਆਪਣੀ ਪੋਸ਼ਾਕਾਂ ਪਾ ਕੇ ਜਾਂਦੇ। ਇਸ ਤਰ੍ਹਾਂ ਨਾ ਕਰੋ। ਖੁਦਾ ਦਾ ਵਚਨ ਕਹਿੰਦਾ ਹੈ ਸਭ ਕੀ ਆ? ਗਲਤ ਆ। ਕਹਿੰਦਾ ਤੁਸੀਂ ਕੱਪੜੇ ਪਾਓ ਲੇਕਿਨ ਦਿਖਾਵਾ ਨਾ ਕਰੋ। ਕੋਈ ਵੀ ਕੰਮ ਕਰਨਾ ਲੇਕਿਨ ਤੁਹਾਡਾ ਜਿਹੜਾ ਦਿਖਾਵਾ ਨਹੀਂ ਹੋਣਾ ਚਾਹੀਦਾ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ। ਕਿਉਂ? ਜੋ ਇਹ ਇਹਨਾਂ ਇਸਤਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ਵਰ ਦੀ ਭਗਤੀ ਨੂੰ ਮੰਨਦੀਆਂ ਹਨ। ਹੁਣ ਜਿਹੜੀ ਇਸਤਰੀਆਂ ਪਰਮੇਸ਼ਵਰ ਦੀ ਭਗਤੀ ਨੂੰ ਮੰਨਦੀਆਂ ਹਨ, ਉਹਨਾਂ ਦਾ ਜਿਹੜਾ ਸ਼ਿੰਗਾਰ ਆ ਉਹ ਵਚਨ ਹੋਣਾ ਚਾਹੀਦਾ ਹੈ। ਕੱਪੜੇ ਪਾਉਣ ਨੂੰ, ਵਧੀਆ ਕੱਪੜੇ ਪਾਉਣ ਨੂੰ ਖੁਦਾਵੰਦ ਨੇ ਮਨਾ ਨਹੀਂ ਕੀਤਾ। ਉਹ ਕਹਿੰਦਾ ਵਧੀਆ ਕੱਪੜੇ ਪਾਓ, ਵਧੀਆ ਪੋਸ਼ਾਕ ਪਾਓ, ਲੇਕਿਨ ਤੁਸੀਂ ਫੈਸ਼ਨਾਂ ਵਿੱਚ ਨਾ ਜਾਓ। ਅੱਜ ਲੋਕ ਫੈਸ਼ਨਾਂ ਵਿੱਚ ਜਾ ਰਹੇ ਆ। ਮਸੀਹ ਭੈਣਾਂ ਫੈਸ਼ਨਾਂ ਵਿੱਚ ਜਾ ਰਹੀ ਆ ਵੀ ਉਹਨੇ ਉਸ ਤਰ੍ਹਾਂ ਦੇ ਕੱਪੜੇ ਪਾਏ, ਮੈਂ ਵੀ ਉਸ ਤਰ੍ਹਾਂ ਦੇ ਕੱਪੜੇ ਪਾਉਂਗੀ। ਇਹ ਕੀ ਆ? ਇਹ ਕਿਹਨੂੰ ਸਿਖਾਉਣਾ ਚਾਹੀਦਾ? ਕਿ ਸੇਵਕ ਨੂੰ ਸਿਖਾਉਣਾ ਚਾਹੀਦਾ, ਆਪਣੀ ਕਲੀਸਿਆ ਦੇ ਲੋਕਾਂ ਨੂੰ।
ਵੀ ਤੁਸੀਂ ਵਧੀਆ ਤਰੀਕੇ ਨਾਲ ਰਹੋ। ਜੇ ਕੋਈ ਭੈਣ ਦੇ ਅੰਦਰ ਖੁਦਾ ਦਾ ਵਚਨ ਜਾਵੇਗਾ, ਉਹ ਚਾਹੇ ਜਿੱਥੇ ਮਰਜ਼ੀ ਚਲੇ ਜਾਵੇ, ਉਹਨੂੰ ਪਤਾ ਆ ਵੀ ਖੁਦਾ ਦਾ ਵਚਨ ਮੇਰੇ ਅੰਦਰ ਆ, ਖੁਦਾ ਦੇ ਸੇਵਕ ਨੇ ਮੈਨੂੰ ਇਹ ਗੱਲ ਦੱਸੀ ਸੀ, ਉਹ ਕਦੇ ਭੁੱਲੂਗੀ ਨਹੀਂ। ਇਸ ਕਰਕੇ ਸਾਨੂੰ ਚਾਹੀਦਾ ਆ ਦਿਖਾਵਾ ਨਾ ਕਰੀਏ। ਅੱਜ ਬਹੁਤ ਲੋਕ ਚਰਚਾਂ ਵਿੱਚ ਦਿਖਾਵਾ ਕਰਦੇ ਆ, ਮਹਿੰਗੇ ਮਹਿੰਗੇ ਕੱਪੜੇ ਪਾਉਂਦੇ, ਉਹ ਕਹਿੰਦੇ ਸਾਡੇ ਤੋਂ ਅਮੀਰ ਕੋਈ ਨਹੀਂ ਆ। ਖੁਦਾ ਨੂੰ ਕੱਪੜਿਆਂ ਦੇ ਨਾਲ, ਆ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ ਆ। ਖੁਦਾਵੰਦ ਚਾਹੁੰਦਾ ਜਿਹੜੀ ਉਹਦੀ ਬੇਟੀਆਂ ਆ ਉਹ ਰੂਥ ਵਰਗੀਆਂ ਬਣ ਜਾਣ, ਉਹ ਐਸਤਰ ਵਰਗੀਆਂ ਬਣ ਜਾਣ। ਖੁਦਾਵੰਦ ਇਹ ਚਾਹੁੰਦਾ ਆ, ਇਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ ਆ ਪਰਮੇਸ਼ਰ ਦੀ ਬੇਟੀਆਂ ਦਾ। ਲੇਕਿਨ ਅੱਜ ਕੀ ਆ, ਖੁਦਾ ਦੀ ਬੇਟੀਆਂ ਰੋਂਗ ਹੋ ਰਹੀਆਂ ਆ, ਬਾਲ ਵੀ ਕਟਾਉਂਦੀਆਂ। ਇੱਥੇ ਤੱਕ ਚਰਚਾਂ ਵਿੱਚ ਆ ਕੇ ਐਂਡ ਟਾਈਮ ਮੈਸੇਜ ਦੇ ਵਿੱਚ ਜਿਹੜੀ ਬੇਟੀਆਂ ਆ ਖੁਦਾ ਦੀਆਂ, ਉਹ ਬਾਲ ਕਟਾਉਂਦੀਆਂ, ਜੀਨ ਦੀ ਪੈਂਟਾਂ ਪਾਉਂਦੀਆਂ। ਇਹ ਪਾਸਟਰਾਂ ਦੀ ਬੇਟੀਆਂ ਵੀ ਜੀਨ ਦੀ ਪੈਂਟਾਂ ਪਾਉਣ ਲੱਗ ਗਈਆਂ। ਹੁਣ ਖੁਦਾਵੰਦ ਕੀ ਕਹਿੰਦਾ ਆ, ਕਹਿੰਦਾ ਸਭ ਕੁਝ ਰੋਂਗ ਆ। ਨਬੀ ਨੇ ਕਿਹਾ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਜੋ ਖੁਦਾ ਦੇ ਵਚਨ ਤੋਂ ਬਾਹਰ ਆ। ਚਾਹੇ ਕੋਈ ਲੇਡੀਜ਼ ਆ, ਚਾਹੇ ਕੋਈ ਔਰਤ ਆ, ਚਾਹੇ ਕੋਈ ਬੰਦਾ, ਕੋਈ ਵੀ ਲਗਾ ਲਓ, ਖੁਦਾ ਦਾ ਵਚਨ ਸਭ ਲਈ ਬਰਾਬਰ ਆ। ਨਬੀ ਨੇ ਕਿਹਾ ਤੁਸੀਂ ਸ਼ਰਾਬ ਦਾ ਕੰਮ ਨਹੀਂ ਕਰ ਸਕਦੇ, ਤੁਸੀਂ ਵਿਆਜ ਦਾ ਕੰਮ ਨਹੀਂ ਕਰ ਸਕਦੇ, ਤੁਸੀਂ ਗਲਤ ਕੰਮ ਨਹੀਂ ਕਰ ਸਕਦੇ। ਲੇਕਿਨ ਕੀ ਆ, ਅਸੀਂ ਉਹੀ ਕੰਮ ਕਰ ਸਕਦੇ ਜਿਹੜਾ ਖੁਦਾ ਦੇ ਵਚਨ ਦੇ ਅਨੁਸਾਰ। ਅੱਜ ਕੀ ਆ, ਜਿਹੜੀ ਬੇਟੀਆਂ ਆ ਖੁਦਾ ਦੀਆਂ, ਜਿਨ੍ਹਾਂ ਨੇ ਨਬੀ ਦੇ ਸੰਦੇਸ਼ ਦੇ ਵਿੱਚ ਆਈਆਂ ਨੇ, ਖੁਦਾ ਦਾ ਵਚਨ ਵੀ ਇਸ ਚੀਜ਼ ਨੂੰ ਕਹਿੰਦਾ ਜਿਹੜੀ ਔਰਤ ਆ ਉਹ ਜੀਨ ਦੀ ਪੈਂਟ ਨਾ ਪਾਵੇ। ਅੱਜ ਕੀ ਮੈਂ ਤੁਹਾਨੂੰ ਕਹਿੰਦਾ, ਲੋਕੀ ਆਪਣੇ ਬੱਚਿਆਂ ਨੂੰ ਏਦਾਂ ਦੇ ਕੋਰਸ ਕਰਾਉਂਦੇ। ਪਾਸਟਰਾਂ ਦੀ ਬੇਟੀਆਂ ਇਹੋ ਜਿਹੇ ਕੋਰਸ ਕਰ ਰਹੀਆਂ ਜਿਹਦੇ ਵਿੱਚ ਕੋਰਸ ਕਰਨ ਤੋਂ ਬਾਅਦ ਜੀਨ ਦੀ ਪੈਂਟ ਪਾਣੀ ਪੈਂਦੀ ਹੈ। ਫਿਰ ਮੈਂ ਕਹਿੰਦਾ ਤੁਸੀਂ ਲੋਕਾਂ ਨੂੰ ਕੀ ਸਿਖਾ ਰਹੇ ਹੋ? ਜੇ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਸੰਭਾਲ ਸਕੇ, ਆਪਣੇ ਬੱਚਿਆਂ ਦੀ ਰਾਖੀ ਨਹੀਂ ਕਰ ਸਕੇ, ਤੁਸੀਂ ਲੋਕਾਂ ਨੂੰ ਕੀ ਸਿਖਾਓਗੇ? ਅੱਜ ਲੋਕੀ ਨਰਸਿੰਗ ਦਾ ਕੋਰਸ ਕਰਦੇ ਆ। ਮੈਂ ਕਿਸੇ ਕੋਰਸ ਨੂੰ ਗਲਤ ਨਹੀਂ ਕਹਿੰਦਾ, ਲੇਕਿਨ ਤੁਸੀਂ ਇਹ ਦੇਖੋ ਕਿ ਤੁਹਾਡੀ ਬੇਟੀਆਂ ਬਾਅਦ ਉੱਥੇ ਪੈਂਟਾਂ ਪਾਣਗੀਆਂ। ਜੇ ਪੈਂਟਾਂ ਪਾਉਂਦੀਆਂ ਆ ਨੌਕਰੀ ਵਿੱਚ, ਜੇ ਤੁਸੀਂ ਕਹੋਗੇ ਵੀ ਇਹ ਨੌਕਰੀ ਤਾਂ ਹੁਣ ਕੋਰਸ ਕੀਤਾ, ਪੈਂਟ ਤਾਂ ਪਾਣੀ ਪੈਣੀ ਆ, ਜੇ ਕੱਲ ਨੂੰ ਕਹਿਣਗੇ ਨਿੱਕਰ ਪਾਵੇ, ਕੀ ਤੁਸੀਂ ਨਿੱਕਰ ਪਾਣ ਨੂੰ ਵੀ ਕਹੋਗੇ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਕਰੋ? ਇਹ ਪਰਮੇਸ਼ਵਰ ਦੀ ਬੇਟੀਆਂ ਦੇ ਕੰਮ ਨਹੀਂ, ਇਹ ਕਿਹਦੇ ਕੰਮ ਆ? ਇਹ ਦੁਸ਼ਟ ਆਤਮਾ ਦੇ ਕੰਮ ਆ। ਮੈਂ ਇਸ ਚੀਜ਼ ਨੂੰ ਕਲੀਅਰ ਕਿੰਨਾ। ਜੇ ਕੋਈ ਪਾਸਟਰ, ਕੋਈ ਸੇਵਕ, ਕੋਈ ਨਬੀ ਕਹਿੰਦਾ ਆ ਹਾਂ ਠੀਕ ਆ, ਕੋਈ ਗੱਲ ਨਹੀਂ, ਦੁਨੀਆਦਾਰੀ ਦੇਖਣੀ ਆ, ਤੁਸੀਂ ਇਹ ਕੰਮ ਕਰ ਸਕਦੇ ਹੋ, ਤੁਸੀਂ ਇਹ ਕੋਰਸਾਂ ਵਿੱਚ ਕੱਪੜੇ ਪਾ ਸਕਦੇ ਹੋ, ਇਸ ਤਰ੍ਹਾਂ ਦੇ, ਇਹ ਰੋਂਗ ਆ। ਜੇ ਅਸੀਂ ਖੁਦਾ ਦੇ ਬੇਟੇ ਬੇਟੀਆਂ ਆ, ਜੋ ਸਾਨੂੰ ਖੁਦਾ ਦਾ ਵਚਨ ਕਹਿੰਦਾ, ਅਸੀਂ ਉਸੇ ਅਨੁਸਾਰ ਕੱਪੜੇ ਵੀ ਪਾਣੇ ਆ, ਉਸੇ ਅਨੁਸਾਰ ਜੀਵਨ ਵੀ ਬਤੀਤ ਕਰਨਾ ਆ, ਤਾਂ ਅਸੀਂ ਪਰਮੇਸ਼ਵਰ ਦੀ ਵੰਸ਼ ਵਿੱਚੋਂ ਆ। ਨਹੀਂ ਤਾਂ ਖੁਦਾ ਦੇ ਵਿੱਚ ਸਾਡਾ ਕੋਈ ਹਿੱਸਾ ਨਹੀਂ ਆ। ਅਸੀਂ ਹਿੱਸਾ ਮੰਗ ਰਹੇ ਆ ਪਰਮੇਸ਼ਵਰ ਦੇ ਨਾਲ ਬੈਠਣ ਦਾ, ਤੇ ਸਾਡੇ ਜੀਵਨ ਵੀ ਉਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਤਿਆਗ ਸਾਡੇ ਜੀਵਨ 'ਚ ਹੋਣੇ ਚਾਹੀਦੇ। ਬਿਨਾਂ ਤਿਆਗ ਤੋਂ, ਬਿਨਾਂ ਪਵਿੱਤਰਤਾਈ ਤੋਂ, ਬਿਨਾਂ ਉਹਦੇ ਵਚਨ ਤੋਂ ਚੱਲਣ ਤੋਂ ਕੋਈ ਵੀ ਖੁਦਾ ਦੇ ਰਾਜ ਵਿੱਚ ਨਹੀਂ ਜਾ ਸਕਦਾ। ਸਾਨੂੰ ਉਹਦੇ ਵਚਨ ਤੇ ਵੀ ਚੱਲਣਾ ਪੈਣਾ, ਪਵਿੱਤਰਤਾਈ ਵੀ ਰੱਖਣੀ ਪੈਣੀ ਆ। ਹਰ ਇੱਕ ਗੱਲ ਜੋ ਖੁਦਾ ਦੇ ਵਚਨ ਵਿੱਚ ਆ ਉਹ ਮੰਨਣੀ ਪੈਣੀ ਆ। ਭਾਈ ਇਬਰਾਹਿਮ ਨੇ ਕਿਹਾ ਪੂਰਾ ਲੇਲਾ ਖਾਣਾ ਪੈਣਾ, ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਜੋ ਕਿਹਾ ਆ ਸਭ ਦੁਲਹਨ ਮੰਨੇਗੀ, ਤੇ ਤਾਂ ਉਹ ਦੁਲਹਨ ਆ। ਕਿਉਂਕਿ ਦੁਲਹਨ ਦਾ ਸ਼ਿੰਗਾਰ ਸਭ ਤੋਂ ਅਲੱਗ ਹੁੰਦਾ, ਉਹਦੀ ਪਛਾਣ ਸਭ ਤੋਂ ਅਲੱਗ ਹੁੰਦੀ ਆ। ਸਾਨੂੰ ਚਾਹੀਦਾ ਆ ਜੋ ਖੁਦਾ ਦਾ ਵਚਨ ਕਹਿੰਦਾ ਆ ਉਹੀ ਕੰਮ ਕਰੋ। ਇਹੋ ਜਿਹੇ ਕੰਮਾਂ ਨੂੰ ਤਿਆਗੋ ਜਿਹੜੇ ਖੁਦਾ ਦੇ ਵਚਨ ਤੋਂ ਬਾਹਰ ਆ। ਫਿਰ ਸਾਡਾ ਕੋਈ ਤਿਆਗ, ਕੋਈ ਹਿੱਸਾ ਖੁਦਾ ਦੇ ਵਿੱਚ ਨਹੀਂ ਹੋਵੇਗਾ। ਜੇ ਅਸੀਂ ਖੁਦਾ ਲਈ ਤਿਆਗ ਨਹੀਂ ਕਰਦੇ, ਫਿਰ ਅਸੀਂ ਉਹਦੇ ਪੁੱਤਰ ਤੇ ਧੀਆਂ ਨਹੀਂ ਆ। ਹੁਣ ਦੇਖੋ ਵਚਨ ਅੱਗੇ ਕੀ ਕਹਿ ਰਿਹਾ, ਸ਼ੁਭ ਕਰਮਾਂ ਦੇ ਵਸੀਲੇ ਨਾਲ ਜੋ ਇਹਨਾਂ ਇਸਤਰੀਆਂ ਨੂੰ ਚਾਹੀਦਾ ਹੈ, ਖਪਦਾ ਹੈ, ਜਿਹੜੀਆਂ ਪਰਮੇਸ਼ਵਰ ਦੀ ਭਗਤੀ ਨੂੰ ਮੰਨਦੀਆਂ ਹਨ। ਇਸਤਰੀ ਨੂੰ ਚਾਹੀਦਾ ਹੈ ਭਈ ਚੁੱਪਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ। ਹੁਣ ਖੁਦਾ ਦਾ ਵਚਨ ਕਹਿ ਰਿਹਾ ਜਿਹੜੀ ਔਰਤ ਆ ਪੂਰੀ ਅਧੀਨਗੀ ਦੇ ਨਾਲ ਕੀ ਲਵੇ? ਸਿੱਖਿਆ ਲਵੇ। ਲੇਕਿਨ ਕੀ ਹੁੰਦਾ, ਚਰਚਾਂ ਦੇ ਵਿੱਚ ਜਿਹੜੀ ਔਰਤ ਆ, ਔਰਤ ਨੂੰ ਪਹਿਲਾ ਅਹੁਦਾ ਦਿੱਤਾ ਜਾਂਦਾ, ਕਿਉਂਕਿ ਨਬੀ ਨੇ ਕਿਹਾ ਇਹ ਔਰਤ ਦਾ ਯੁੱਗ ਆ ਤੇ ਸਭ ਤੋਂ ਭੈੜਾ ਯੁੱਗ ਆ, ਜਿਹਦੇ ਵਿੱਚ ਔਰਤ ਆਪਣੇ ਹੱਕਾਂ ਦੇ ਪਿੱਛੇ ਸਭ ਤੋਂ ਅੱਗੇ ਜਾ ਰਹੀ ਆ। ਇੱਕ ਨਬੀ ਨੇ ਭਵਿੱਖਬਾਣੀ ਕੀਤੀ ਸੀ, 7ਵੀਂ ਭਵਿੱਖਬਾਣੀ ਨਬੀ ਦੀ ਸੀ ਵੀ ਜਿਹੜੀ ਅਮਰੀਕਾ ਦੀ ਰਾਸ਼ਟਰਪਤੀ ਔਰਤ ਬਣੇਗੀ। ਉਹ 7ਵੀਂ ਭਵਿੱਖਬਾਣੀ ਅੱਜ ਪੂਰੀ ਹੋਈ, ਕਿਉਂਕਿ ਇਹ ਕਿਹੜਾ ਯੁੱਗ ਆ? ਔਰਤ ਦਾ ਯੁੱਗ ਆ, ਤੇ ਹਰ ਪਾਸੇ ਔਰਤ ਰਾਜ ਕਰ ਰਹੀ ਆ। ਅੱਜ ਚਰਚਾਂ ਵਿੱਚ ਵੀ ਔਰਤ ਰਾਜ ਕਰ ਰਹੀ ਆ। ਅੱਜ ਪਾਸਟਰਾਂ ਦੇ ਕੋਲ ਪਵਿੱਤਰ ਆਤਮਾ ਨਹੀਂ ਰਿਹਾ। ਪਾਸਟਰ ਕੀ ਕਰਦੇ ਆ? ਆਪਣੀ ਪਤਨੀ ਦੇ ਅਨੁਸਾਰ ਸੇਵਕਾਈ ਕਰਦੇ ਆ। ਕੀ ਉਹਨਾਂ ਨੂੰ ਇਹ ਚੀਜ਼ ਗਲਤ ਨਹੀਂ ਲੱਗਦੀ? ਜਿਹੜਾ ਪਾਸਟਰ ਜਾਂ ਸੇਵਕ ਹੁੰਦਾ ਉਹਨੂੰ ਕੀ ਚਾਹੀਦਾ? ਪਵਿੱਤਰ ਆਤਮਾ ਦੇ ਦੁਆਰਾ ਸੇਵਕਾਈ ਕਰੇ, ਆਪਣੀ ਪਤਨੀ ਦੇ ਬੋਲਣ ਦੇ ਦੁਆਰਾ ਸੇਵਕਾਈ ਨਾ ਕਰੇ। ਇਹ ਸੇਵਕਾਈ ਗਲਤ ਆ, ਇਹ ਸੇਵਕਾਈ ਸ਼ਰਾਪਿਤ ਆ। ਜੇ ਕੋਈ ਪਾਸਟਰ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਸੇਵਕਾਈ ਕਰਦਾ, ਪਤਨੀ ਦੇ ਪਿੱਛੇ ਲੱਗ ਕੇ ਪ੍ਰਚਾਰ ਕਰਦਾ, ਇਹ ਸੇਵਕਾਈ ਬਿਲਕੁਲ ਰੋਂਗ ਆ। ਸੇਵਕਾਈ ਉਹ ਹੁੰਦੀ ਆ ਜਿਹੜੇ ਪਾਸਟਰ ਦੇ ਵਿੱਚ ਪਵਿੱਤਰ ਆਤਮਾ ਕੰਮ ਕਰੇ ਤੇ ਪਵਿੱਤਰ ਆਤਮਾ ਦੇ ਦੁਆਰਾ ਉਹ ਬੋਲੇ, ਨਾ ਉਹਦੇ ਵਿੱਚ ਆਪਣੀ ਪਤਨੀ ਦਾ ਲਿਹਾਜ਼ ਲਵੇ, ਨਾ ਆਪਣੇ ਬੱਚਿਆਂ ਦਾ ਲਿਹਾਜ਼ ਲਵੇ। ਇਹ ਸੇਵਕਾਈ ਪਵਿੱਤਰ ਆਤਮਾ ਵੱਲੋਂ ਪ੍ਰਮਾਣਿਤ ਹੁੰਦੀ ਆ। ਲੇਕਿਨ ਜ਼ਿਆਦਾਤਰ ਸੇਵਕ ਕੀ ਕਰਦੇ ਆ? ਆਪਣੀ ਪਤਨੀਆਂ ਦੇ ਪਿੱਛੇ ਲੱਗਦੇ ਆ। ਉਹਨਾਂ ਦੀ ਪਤਨੀਆਂ ਦੱਸਦੀਆਂ ਚਰਚ ਕਿੱਦਾਂ ਚਲਾਣਾ ਆ, ਪ੍ਰਾਰਥਨਾ ਕਿੱਦਾਂ ਕਰਨੀ ਆ,
ਕਿਹੜੇ ਬੰਦੇ ਤੇ ਪ੍ਰਾਰਥਨਾ ਕਰਨੀ ਹੈ, ਕਿਹੜੇ ਤੇ ਨਹੀਂ ਕਰਨੀ। ਦੇਖੋ ਕਿੰਨਾ ਰੋਂਗ ਕੰਮ ਹੋ ਰਿਹਾ, ਕਿਹਦੇ ਵਿੱਚ ਹੋ ਰਿਹਾ, ਐਂਡ ਟਾਈਮ ਮੈਸੇਜ ਦੇ ਚਰਚਾਂ ਵਿੱਚ ਇਹ ਗੰਦਾ ਤੇ ਅਸ਼ਲੀਲ ਕੰਮ ਹੋ ਰਿਹਾ, ਜਿਹਦੇ ਵਿੱਚ ਪਤਨੀਆਂ ਉਹਨਾਂ ਦੀਆਂ ਪਾਸਟਰਾਂ ਦੀਆਂ ਉਹਨਾਂ ਨੂੰ ਸਿਖਾ ਰਹੀਆਂ ਆ ਵੀ ਤੁਸੀਂ ਸੇਵਕਾਈ ਇਸ ਤਰ੍ਹਾਂ ਕਰੋ। ਇਹਦਾ ਮਤਲਬ ਕੀ ਆ, ਉਹ ਪਾਸਟਰਾਂ ਦੇ ਕੋਲ ਸ਼ੈਤਾਨ ਦੀ ਸਿੱਖਿਆ ਆ, ਉਹਨਾਂ ਦੇ ਕੋਲ ਪਵਿੱਤਰ ਆਤਮਾ ਨਹੀਂ ਆ। ਕਿਉਂਕਿ ਕਿਹੜਾ ਯੁੱਗ ਆ ਨਵੀਂ ਨੇ ਕਿਹਾ, ਔਰਤ ਦਾ ਯੁੱਗ। ਤੇ ਔਰਤ ਕੀ ਕਰ ਰਹੀ, ਰਾਜ ਕਰ ਰਹੀ ਆ, ਚਰਚਾਂ ਵਿੱਚ ਵੀ ਔਰਤ ਰਾਜ ਕਰ ਰਹੀ ਹੈ। ਉਹਨਾਂ ਨੂੰ ਚਾਹੀਦਾ ਆ ਸੇਵਕਾਂ ਨੂੰ ਵੀ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਚਰਚ ਚਲਾਇਆ ਜਾਵੇ। ਜਿਸ ਸੇਵਕਾਈ ਦੇ ਵਿੱਚ ਔਰਤ ਆਵੇ ਜਾਂ ਜਿਸ ਸੇਵਕਾਈ ਦੇ ਵਿੱਚ ਸੇਵਕ ਤੋਂ ਬਿਨਾ, ਪਵਿੱਤਰ ਆਤਮਾ ਤੋਂ ਬਿਨਾ ਕੋਈ ਹੋਰ ਬੰਦਾ ਆ ਕੇ ਸੇਵਕਾਈ ਦੇ ਕੰਮਾਂ ਨੂੰ ਦੱਸੇ, ਉਹ ਸੇਵਕਾਈ ਸ਼ਰਾਬਿਤ ਹੁੰਦੀ ਆ। ਪਤਨੀ ਦੁਆਰਾ ਸੇਵਕਾਈਆਂ ਨਹੀਂ ਚੱਲਦੀਆਂ, ਸੇਵਕਾਈਆਂ ਚੱਲਦੀਆਂ ਪਵਿੱਤਰ ਆਤਮਾ ਦੇ ਦੁਆਰਾ। ਤੇ ਸਾਨੂੰ ਚਾਹੀਦਾ ਆ ਜੋ ਪਵਿੱਤਰ ਆਤਮਾ ਕਹਿੰਦਾ ਆ ਉਹੀ ਸੇਵਕ ਲੋਕ ਸਿਖਾਣ। ਇਹ ਆ ਸੇਵਕਾਈ, ਇਸ ਤਰ੍ਹਾਂ ਸੇਵਕਾਈ ਹੋਣੀ ਚਾਹੀਦੀ ਆ। ਹੁਣ ਅੱਗੇ ਲਿਖਿਆ, ਮੈਂ ਇਸਤਰੀ ਨੂੰ ਸਿੱਖਿਆ ਦੇਣ ਅਤੇ ਪੁਰਖ ਉੱਤੇ ਹੁਕਮ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੰਦਾ, ਸਗੋਂ ਉਹ ਚੁੱਪਚਾਪ ਰਵੇ। ਹੁਣ ਦੇਖੋ ਵਚਨ ਕੀ ਕਹਿੰਦਾ, ਕਲੀਸਿਆ ਵਿੱਚ ਜਿਹੜੀ ਔਰਤ ਆ ਚੁੱਪਚਾਪ ਰਵੇ, ਉਹ ਕਿਸ ਨੂੰ ਹੁਕਮ ਨਾ ਦੇਵੇ। ਇਹ ਨਹੀਂ ਵੀ ਪਾਸਟਰ ਦੇ ਨੀਚੇ ਉਹ ਖੜ ਗਈ ਨਾਲ ਤੇ ਉਹ ਪ੍ਰਚਾਰ ਕਰ ਰਹੀ ਹੈ। ਠੀਕ ਆ, ਪੁਲਪਟ ਦੇ ਉੱਪਰ ਨਬੀ ਦੇ ਨਾਲ ਬਹੁਤ ਲੋਕ ਖੜਦੇ ਸੀਗੇ, ਖੜਨਾ ਇੱਕ ਅਲੱਗ ਗੱਲ ਹੁੰਦੀ ਆ, ਲੇਕਿਨ ਔਰਤ ਪ੍ਰਚਾਰ ਨਹੀਂ ਕਰ ਸਕਦੀ। ਬਾਈਬਲ ਇਸ ਚੀਜ਼ ਨੂੰ ਸਾਫ਼ ਕਲੀਅਰ ਕਰਦੀ ਆ। ਕਿਉਂ, ਜੋ ਆਦਮ ਪਹਿਲਾਂ ਰਚਿਆ ਗਿਆ, ਫਿਰ ਹਵਾ ਰਚੀ ਗਈ ਸੀਗੀ। ਆਦਮ ਨੇ ਧੋਖਾ ਨਹੀਂ ਖਾਦਾ, ਪਰ ਇਸਤਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ, ਤਾਂ ਵੀ ਬਾਲ ਜਨਮ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ ਅਤੇ ਨਿਸ਼ਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵੀ ਸੰਜਮ ਨਾਲ ਟਿਕੀਆਂ ਰਹਿਣ। ਹੁਣ ਇੱਥੇ ਕੀ ਆ, ਉਹ ਕਹਿੰਦਾ ਵੀ ਆਦਮ ਪਹਿਲਾਂ ਰਚਿਆ ਗਿਆ ਸੀਗਾ, ਆਦਮ ਨੇ ਧੋਖਾ ਨਹੀਂ ਖਾਦਾ ਸੀਗਾ। ਜਿਹੜਾ ਸਰਪ ਸੀਗਾ ਉਹ ਹਵਾ ਦੇ ਕੋਲ ਗਿਆ। ਹਵਾ ਦਾ ਮਤਲਬ ਹੁੰਦਾ ਕੱਚੇ ਲੋਕ, ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਪੂਰੀ ਤਰ੍ਹਾਂ ਪਹਿਨਿਆ ਨਹੀਂ ਹੈ, ਸਿਰਫ ਗਿਆਨ ਇਕੱਠਾ ਕੀਤਾ। ਉਹ ਲੋਕ ਹਵਾ ਵਰਗੇ ਹੁੰਦੇ, ਉਹਨਾਂ ਨੂੰ ਸ਼ੈਤਾਨ ਕੀ ਕਰਦਾ, ਭਰਮਾਉਂਦਾ ਆ। ਲੇਕਿਨ ਜਿਹੜੇ ਖੁਦਾ ਦੇ ਪਵਿੱਤਰ ਲੋਕ ਨੇ, ਜਿਹੜੇ ਆਦਮ ਦੀ ਸੱਚੀ ਸੰਤਾਨ ਆ ਯਿਸੂ ਮਸੀਹ ਦੀ, ਉਹ ਕਦੇ ਭਰਮਾਏ ਨਹੀਂ ਜਾਣਗੇ। ਇਸ ਕਰਕੇ ਸਾਨੂੰ ਚਾਹੀਦਾ ਹੈ ਜੋ ਖੁਦਾਵੰਦ ਕਹਿੰਦਾ ਆ ਉਹਦੇ ਅਨੁਸਾਰ ਚੱਲੀਏ। ਔਰਤਾਂ ਨੂੰ ਵੀ ਚਾਹੀਦਾ ਉਸੇ ਤਰ੍ਹਾਂ ਦੇ ਕੱਪੜੇ ਪਾਣ ਜੋ ਖੁਦਾ ਦਾ ਵਚਨ ਕਹਿੰਦਾ। ਜੇ ਪਰਮੇਸ਼ਵਰ ਦੀ ਬੇਟੀਆਂ ਦੀ ਗੱਲ ਹੋ ਰਹੀ ਆ, ਇਹ ਕਿਸੇ ਸੰਸਾਰ ਦੇ ਲੋਕਾਂ ਵਾਸਤੇ ਵਚਨ ਨਹੀਂ ਆ, ਇਹ ਵਚਨ ਪਰਮੇਸ਼ਵਰ ਦੀ ਬੇਟੀਆਂ ਵਾਸਤੇ। ਕੱਪੜੇ ਪਾਓ, ਲੇਕਿਨ ਉਸ ਤਰ੍ਹਾਂ ਦੇ ਪਾਓ ਵੀ ਕੋਈ ਬੰਦਾ ਠੋਕਰ ਨਾ ਖਾਵੇ ਤੁਹਾਡੇ ਕੱਪੜੇ ਦੇਖ ਕੇ। ਇਸ ਤਰ੍ਹਾਂ ਦੇ ਕੱਪੜੇ ਪਾਓ। ਇਹ ਨਹੀਂ ਆ ਵੀ ਤੁਹਾਡੇ ਕੋਲ ਬਹੁਤ ਪੈਸਾ ਤੇ ਤੁਸੀਂ 20,000 ਰੁਪਏ ਦਾ ਸੂਟ ਪਾ ਕੇ ਚਰਚ ਜਾ ਰਹੇ ਹੋ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਮੈਂ ਬਹੁਤ ਅਮੀਰ ਹਾਂ। ਇਹ ਕੀ ਕਰਦੇ ਤੁਸੀਂ, ਲੋਕਾਂ ਦੇ ਮਨ ਨੂੰ ਠੇਸ ਪਹੁੰਚਾਉਂਦੇ ਹੋ। ਇਹ ਕੀ ਆ, ਰੋਂਗ ਆ ਇਹ ਕੰਮ। ਤੁਹਾਨੂੰ ਚਾਹੀਦਾ ਆ ਤੁਸੀਂ ਨੋਰਮਲ ਕੱਪੜੇ ਪਾਓ, ਲੇਕਿਨ ਕੀ ਆ, ਜ਼ਿਆਦਾਤਰ ਖੁਦਾ ਦੇ ਕੰਮਾਂ ਦੇ ਵਿੱਚ ਪੈਸੇ ਨੂੰ ਇਸਤੇਮਾਲ ਕੀਤਾ ਜਾਵੇ। ਗਲਤ ਚੀਜ਼ਾਂ 'ਤੇ ਇਸਤੇਮਾਲ ਨਾ ਕਰੋ ਪੈਸੇ ਨੂੰ। ਅੱਜ ਲੋਕੀ ਐਸ਼ ਪ੍ਰਸਤੀ ਕਰਦੇ ਆ, ਮਸੀਹ ਲੋਕ ਉਹਦੇ ਵਿੱਚ ਪੈਸੇ ਨੂੰ ਇਸਤੇਮਾਲ ਕਰਦੇ। ਕੀ ਉਹ ਪੈਸਾ ਖੁਦਾਵੰਦ ਨੇ ਤੁਹਾਨੂੰ ਨਹੀਂ ਦਿੱਤਾ? ਕੀ ਉਸ ਪੈਸੇ ਦੇ ਨਾਲ ਤੁਸੀਂ ਖੁਦਾਵੰਦ ਦੀ ਵਡਿਆਈ ਨਹੀਂ ਕਰ ਸਕਦੇ ਸੀ, ਉਹਦੇ ਕੰਮਾਂ ਨੂੰ ਪ੍ਰਗਟ ਨਹੀਂ ਕਰ ਸਕਦੇ ਸੀਗੇ? ਕਿਉਂਕਿ ਖੁਦਾਵੰਦ ਨੂੰ ਕੀ ਆ, ਕਿਸੇ ਦੀ ਲੋੜ ਨਹੀਂ ਆ। ਖੁਦਾਵੰਦ ਨੂੰ ਸੱਚੇ ਭਗਤਾਂ ਦੀ ਲੋੜ ਆ, ਉਹਨੂੰ ਕਿਸੇ ਦੇ ਪੈਸੇ ਦੀ ਲੋੜ ਨਹੀਂ ਆ। ਖੁਦਾਵੰਦ ਪੈਸੇ ਵਾਲੇ ਬੰਦੇ ਵੀ ਖੜੇ ਕਰ ਸਕਦਾ, ਸਭ ਕੁਝ ਕਰ ਸਕਦਾ, ਲੇਕਿਨ ਖੁਦਾ ਦੇ ਰੂਲ ਰੈਗੂਲੇਸ਼ਨਾਂ ਜਿਹਦੇ ਵਿੱਚ ਸਾਨੂੰ ਚੱਲਣਾ ਪੈਣਾ ਹੈ। ਇਹ ਨਹੀਂ ਆ ਵੀ ਸਾਡੇ ਕੋਲ ਬਹੁਤ ਪੈਸਾ ਤਾਂ ਸੀ, ਸਾਡੀ ਚਾਲ ਢਾਲ ਬਦਲ ਗਈ ਹੈ, ਸਾਡੇ ਕੱਪੜੇ ਬਦਲ ਗਏ। ਨਹੀਂ, ਖੁਦਾਵੰਦ ਨੇ ਕਿਹਾ ਮਸੀਹ ਬੰਦਾ, ਮਸੀਹ ਭੈਣ ਵਧੀਆ ਪੋਸ਼ਾਕ ਪਾਵੇ, ਲੇਕਿਨ ਇਸ ਤਰ੍ਹਾਂ ਨਹੀਂ ਵੀ ਕੋਈ ਲੋਕ ਉੱਤੋਂ ਠੋਕਰ ਖਾਣੇ ਆ, ਭੈਣਾਂ ਉਸ ਤੋਂ ਠੋਕਰ ਖਾਣ, ਇਸ ਤਰ੍ਹਾਂ ਦੇ ਕੱਪੜੇ ਨਾ ਪਾਵੇ ਉਹ। ਹੁਣ ਅੱਗੇ ਪੜ੍ਹਦੇ ਆਪਾਂ ਪਹਿਲਾ ਤੀਮੋਥੇਉਸ 2 ਦੀ, ਪਹਿਲਾ ਤੀਮੋਥੇਉਸ 3 ਅਧਿਆਇ ਪੜ੍ਹਦੇ ਆ। ਇਹ ਵਚਨ ਸੱਤ ਹੈ ਭਾਈ, ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ। ਹੁਣ ਦੇਖੋ ਖੁਦਾਵੰਦ ਕੀ ਕਹਿ ਰਿਹਾ ਆ, ਕਹਿੰਦਾ ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ, ਕਿਉਂਕਿ ਜਿਹੜਾ ਅੱਜ ਦਾ ਪ੍ਰਚਾਰ ਆ, ਅੱਜ ਦਾ ਪ੍ਰਚਾਰ ਵੀ ਜ਼ਿਆਦਾਤਰ ਮੈਂ ਸੇਵਕਾਂ ਤੇ ਕੀਤਾ ਆ, ਕਲੀਸਿਆ ਤੇ ਕੀਤਾ ਆ। ਕਿਉਂਕਿ ਕੀ ਆ, ਜਦੋਂ ਤੱਕ ਸਾਡਾ ਸੁਧਾਰ ਕਰਨ ਵਾਲਾ ਸਹੀ ਨਹੀਂ ਹੋਵੇਗਾ, ਉਦੋਂ ਤੱਕ ਸਾਡਾ ਚਰਚ ਜਾਣ ਦਾ ਕੋਈ ਫਾਇਦਾ ਨਹੀਂ ਆ। ਫਿਰ ਕੀ ਕਰਦੇ ਅਸੀਂ, ਆਪਣਾ ਸਮਾਂ ਖਰਾਬ ਕਰਦੇ ਆ। ਹੁਣ ਇੱਥੇ ਲਿਖਿਆ ਆ, ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ। ਸੋ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਪਤਨੀ ਦਾ ਪਤੀ, ਪਰਹੇਜ਼ਗਾਰ, ਸੂਰਤ ਵਾਲਾ, ਨੇਕ ਚੱਲਣ, ਪ੍ਰਾਹੁਣਚਾਰ ਅਤੇ ਸਿੱਖਿਆ ਦੇਣ ਯੋਗ ਹੋਵੇ, ਨਿਆਂ ਪਿਆਕੜ, ਨਾ ਮੁੱਕੇਬਾਜ਼, ਸਗੋਂ ਸੀਲ ਸੁਭਾਅ ਹੋਵੇ, ਨਾ ਝਗੜੂ, ਨਾ ਪੈਸੇ ਦਾ ਲੋਭੀ ਹੋਵੇ। ਹੁਣ ਜਿਹੜਾ ਸੇਵਕ ਆ, ਇੱਕ ਪਾਸਟਰ, ਪੈਸੇ ਦਾ ਲੋਭੀ ਨਹੀਂ ਹੋਣਾ ਚਾਹੀਦਾ। ਉਹਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਆਵੇ ਤੇ ਮੈਂ ਆਪਣੀ ਵਧੀਆ ਮੈਂ ਉਸ ਪੈਸੇ ਨਾਲ ਐਸ਼ ਕਰਾਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਾਂ, ਜੋ ਹੁਕਮ ਆ ਦਸ਼ਮਾਸ਼ ਭੇਟਾਂ ਦਾ, ਉਹ ਕੀ ਕਰ ਸਕਦਾ, ਉਹਦੇ ਅਨੁਸਾਰ ਖੁਦਾ ਦੇ ਕੰਮਾਂ ਨੂੰ ਕਰ ਸਕਦਾ। ਚਾਹੇ ਉਹਦੇ ਖਾਣ ਨੂੰ ਸੁੱਕੀ ਰੋਟੀ ਬਚੇ ਚਾਹੇ ਨਾ ਬਚੇ, ਉਹ ਗੱਲ ਇੱਕ ਅਲੱਗ ਗੱਲ ਆ, ਲੇਕਿਨ ਉਹ ਸੇਵਕ ਜਾਂ ਪਾਸਟਰ ਲੋਭੀ ਨਹੀਂ ਹੋਣਾ ਚਾਹੀਦਾ ਵੀ ਮੇਰੇ ਕੋਲ ਪੈਸਾ ਆ ਜੇ ਤੇ ਮੈਂ ਤਾਂ ਬਹੁਤ ਪੈਸੇ ਨਾਲ ਐਸ਼ ਕਰੂੰਗਾ। ਇਹ ਗਲਤ ਆ, ਇਹ ਬਿਲਕੁਲ ਰੋਂਗ ਗੱਲ ਆ। ਬਾਈਬਲ ਇਸ ਚੀਜ਼ ਨੂੰ ਬਿਆਨ ਨਹੀਂ ਕਰਦੀ।
ਨਾ ਪੈਸੇ ਦਾ ਲੋਭੀ ਹੋਵੇ, ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਹੋਵੇ। ਹੁਣ ਦੇਖੋ ਮੇਨ ਗੱਲ ਕੀ ਆ, ਜਿਹੜੀ ਸੇਵਕ ਦੇ ਵਿੱਚ, ਇੱਕ ਪਾਸਟਰ ਵਿੱਚ ਮੇਨ ਗੱਲ ਹੁੰਦੀ ਆ, ਉਹ ਆਪਣੇ ਘਰ ਦਾ ਚੰਗੀ ਤਰ੍ਹਾਂ ਕੀ ਹੋਣਾ ਚਾਹੀਦਾ, ਪ੍ਰਬੰਧ ਕਰਨ ਵਾਲਾ ਹੋਣਾ ਚਾਹੀਦਾ ਆ, ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵਸ ਵਿੱਚ ਰੱਖਣ ਵਾਲਾ ਹੋਵੇ। ਹੁਣ ਦੇਖੋ ਕੀ ਆ, ਇਹ ਪਾਸਟਰਾਂ ਦੇ ਬੱਚਿਆਂ ਦੀ ਗੱਲ ਹੋ ਰਹੀ ਆ। ਪਾਸਟਰ ਆਪਣੇ ਬੱਚਿਆਂ ਨੂੰ ਪੂਰੀ ਗੰਭੀਰਤਾਈ ਦੇ ਨਾਲ ਕੀ ਹੋਣਾ ਚਾਹੀਦਾ ਆ, ਵਸ ਵਿੱਚ ਕਰਨ ਵਾਲਾ ਹੋਣਾ ਚਾਹੀਦਾ। ਹੁਣ ਅੱਜ ਕੀ ਆ, ਪਾਸਟਰਾਂ ਦੀ ਬੇਟੀਆਂ ਹੀ ਰੋਂਗ ਹੋ ਗਈਆਂ ਆ। ਪਾਸਟਰਾਂ ਦੀ ਬੇਟੀਆਂ ਫਰੈਂਡਸ਼ਿਪਾਂ ਕਰਦੀਆਂ। ਐਂਡ ਟਾਈਮ ਮੈਸੇਜ ਦੀ ਤੁਹਾਨੂੰ ਗੱਲ ਕਰ ਰਿਹਾ, ਮੈਂ ਕਿਸੇ ਦੂਜੇ ਦੀ ਗੱਲ ਨਹੀਂ ਕਰਦਾ। ਐਂਡ ਟਾਈਮ ਮੈਸੇਜ ਦੇ ਵਿੱਚ ਪਾਸਟਰਾਂ ਦੀ ਬੇਟੀਆਂ ਉਹ ਕੰਮ ਕਰਦੀਆਂ ਜਿਹੜੇ ਗਲਤ ਕੰਮ ਨੇ, ਖੁਦਾ ਦੇ ਵਚਨ ਤੋਂ ਬਾਹਰ ਕੰਮ। ਫਿਰ ਕਹਿੰਦੇ ਅਸੀਂ ਵਚਨ ਦੀ ਸੰਤਾਨ ਆ। ਇਹ ਕੀ ਆ, ਇਹ ਰੋਂਗ ਗੱਲ ਆ। ਉਹਨਾਂ ਨੂੰ ਚਾਹੀਦਾ ਇਸ ਤਰ੍ਹਾਂ ਨਾ ਕਰਨ। ਉਹ ਕੀ ਕਰਦੀਆਂ, ਉਹਨਾਂ ਦੀ ਬੇਟੀਆਂ ਜੀਨ ਦੀ ਪੈਂਟਾਂ ਪਾਉਂਦੀਆਂ ਆ, ਸਭ ਗਲਤ ਕੰਮ ਕਰਦੀਆਂ, ਵਾਲ ਕਟਾਉਂਦੀਆਂ, ਮੇਕਅਪ ਕਰਦੀਆਂ ਆ। ਕੋਈ ਆਪਣੇ ਆਪ ਨੂੰ ਕਹਿੰਦਾ ਮੈਂ ਉਸ ਹੀਰੋਇਨ ਦਾ ਮਸਾ ਲੈਣਾ, ਕੋਈ ਆਪਣੇ ਆਪ ਨੂੰ ਆਲੀਆ ਭੱਟ ਕਹਿੰਦੀ ਆ, ਕੋਈ ਆਪਣੇ ਆਪ ਨੂੰ ਸ਼੍ਰੀ ਦੇਵੀ ਕਹਿੰਦੀ ਆ। ਇਸੇ ਤਰ੍ਹਾਂ ਭਾਈ ਨੇ, ਉਹ ਕਹਿੰਦੇ ਅਸੀਂ ਉਸ ਹੀਰੋ ਵਰਗੇ ਦਿਖਣੇ ਚਾਹੀਦੇ ਆ, ਸਾਡਾ ਹੇਅਰ ਸਟਾਈਲ ਉਦਾਂ ਦਾ ਹੋਣਾ ਚਾਹੀਦਾ। ਨਬੀ ਨੇ ਕਿਹਾ ਆ ਇਹ ਸਭ ਗਲਤ ਆ। ਕਹਿੰਦਾ ਨਬੀ ਨੇ ਇੱਕ ਗੱਲ ਨੂੰ ਕਲੀਅਰ ਕੀਤਾ, ਕਹਿੰਦਾ ਜੇ ਤੁਸੀਂ ਕਹਿੰਦਾ ਕਿਸ ਨੂੰ ਆਪਣਾ ਆਈਡਲ ਬਣਾਉਣਾ, ਇਹ ਚੀਜ਼ਾਂ ਨੂੰ ਆਪਣਾ ਆਈਡਲ ਨਾ ਬਣਾਓ। ਆਈਡਲ ਬਣਾਉਣਾ ਆ ਤੇ ਪ੍ਰਭੂ ਯੀਸ਼ੂ ਮਸੀਹ ਨੂੰ ਬਣਾਓ। ਵੀ ਖੁਦਾਵੰਦ ਜਿਹੜੇ ਕੰਮ ਤੂੰ ਕੀਤੇ ਸੀ ਉਹ ਕੰਮ ਮੈਂ ਕਰਾਂਗਾ, ਮੈਂ ਕਰਾਂਗੀ, ਲੇਕਿਨ ਇਹ ਚੀਜ਼ਾਂ ਸਿਖਾਊਗਾ ਕੌਣ? ਇਹ ਸੇਵਕ ਕਿਉਂ ਸੀ ਚੀਜ਼ਾਂ ਨੂੰ ਨਹੀਂ ਸਿਖਾ ਰਹੇ? ਕਲੀਸਿਆ ਵਿੱਚ ਕਿਉਂ ਗੜਬੜੀਆਂ ਹੋ ਰਹੀਆਂ ਆ? ਇਸੇ ਕਰਕੇ ਗੜਬੜੀਆਂ ਹੋ ਰਹੀਆਂ ਆ, ਜਿਹੜਾ ਸੇਵਕ ਆਪਣੇ ਘਰ ਦਾ ਪ੍ਰਬੰਧ ਨਹੀਂ ਕਰਨਾ ਚਾਹ ਰਿਹਾ, ਜਿਹੜਾ ਸੇਵਕ ਆਪਣੇ ਬੱਚਿਆਂ ਨੂੰ, ਆਪਣੀ ਬੇਟੀਆਂ ਨੂੰ ਨਹੀਂ ਸੰਭਾਲ ਪਾ ਰਿਹਾ, ਉਹ ਕਲੀਸਿਆ ਨੂੰ ਕੀ ਸੰਭਾਲੂਗਾ? ਇਹ ਗੱਲ ਬਿਲਕੁਲ ਕਲੀਅਰ। ਇਸ ਕਰਕੇ ਪ੍ਰਭੂ ਨੇ ਕਿਹਾ ਵੀ ਸੇਵਕ ਦੇ ਆਹ ਕੰਮ ਹੋਣੇ ਚਾਹੀਦੇ ਆ, ਪੂਰੀ ਗੰਭੀਰਤਾਈ ਨਾਲ ਵਸ ਵਿੱਚ ਰੱਖਣ ਵਾਲਾ ਹੋਵੇ ਆਪਣੇ ਬਾਲਕਾਂ ਨੂੰ। ਜੇ ਆਪਣੇ ਬਾਲਕਾਂ ਨੂੰ ਕੰਟਰੋਲ 'ਚ ਨਹੀਂ ਕਰ ਪਾ ਰਿਹਾ ਤੇ ਕਲੀਸਿਆ ਨੂੰ ਕਿੱਦਾਂ ਕਰੂਗਾ? ਸੋਚਣ ਵਾਲੀ ਗੱਲ ਆ। ਜਿਹੜੇ ਬੱਚੇ ਉਹਦੇ ਨਾਲ ਸਾਰੀ ਦਿਹਾੜੀ ਰਹਿੰਦੇ ਆ, ਉਹਨਾਂ ਨੂੰ ਨਹੀਂ ਸਮਝ ਸਕਿਆ ਤੇ ਕਲੀਸਿਆ ਦੇ ਲੋਕਾਂ ਨੂੰ ਕੀ ਸਮਝੂਗਾ ਸੇਵਕ? ਮੈਂ ਤਾਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਨਾਲ। ਪਰ ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ਵਰ ਦੀ ਕਲੀਸਿਆ ਦੀ ਰਖਵਾਲੀ ਕਿੱਕੁਰ ਕਰੇਗਾ। ਦੇਖੋ ਖੁਦਾ ਦਾ ਵਚਨ ਕੀ ਕਹਿ ਰਿਹਾ, ਜੇ ਆਪਣੇ ਘਰ ਦੀ ਰਖਵਾਲੀ ਨਹੀਂ ਕਰਨਾ ਜਾਣਦਾ, ਜੇ ਉਹਦੇ ਘਰ ਦੀ ਬੇਟੀਆਂ, ਉਹਦੇ ਬੇਟੇ ਗਲਤ ਕੰਮ ਕਰ ਰਹੇ ਆ, ਬਾਹਰ ਮੁੰਡੇ ਕੁੜੀਆਂ ਨਾਲ ਰਿਲੇਸ਼ਨ ਬਣਾ ਰਹੇ ਆ, ਤੇ ਕਲੀਸਿਆ ਦੀ ਰਖਵਾਲੀ ਕਿੱਦਾਂ ਕਰੂਗਾ ਸੇਵਕ? ਇਹ ਗੱਲ ਬਿਲਕੁਲ ਕਲੀਅਰ ਆ। ਕਹਿੰਦਾ ਉਹ ਨਵਾਂ ਚੇਲਾ ਨਾ ਹੋਵੇ ਕਿਤੇ ਫੁੱਲ ਕੇ ਸ਼ੈਤਾਨ ਵਿੱਚ, ਕਹਿੰਦਾ ਫੁੱਲ ਕੇ ਸ਼ੈਤਾਨ ਦੀ ਸਜ਼ਾ ਵਿੱਚ ਪੈ ਜਾਵੇ। ਨਵਾਂ ਚੇਲਾ ਨਹੀਂ ਹੋਣਾ ਚਾਹੀਦਾ। ਨਵੇਂ ਚੇਲੇ ਦਾ ਮਤਲਬ ਆ ਵੀ ਕੋਈ ਬੰਦਾ ਬੜੇ ਉਸਤਾਦ ਦੇ ਨਾਲ ਆਇਆ, ਹਾਂ ਮੈਂ ਖੁਦਾ ਦੀ ਸੇਵਕਾਈ ਕਰਨੀ ਆ, ਖੁਦਾ ਦੀ ਸੇਵਕਾਈ ਕਰਨੀ, ਪ੍ਰਭੂ ਵਿੱਚ ਆ ਜਾਂਦਾ, ਸੰਦੇਸ਼ਾਂ ਦੀ ਨੌਲੇਜ ਰੱਖਦਾ, ਤੇ ਬਾਅਦ ਚ ਕੀ ਹੁੰਦਾ, ਰੋਂਗ ਹੋ ਜਾਂਦਾ ਆ। ਕਾਹਦੇ ਵਿੱਚ? ਕਿਉਂਕਿ ਉਹ ਖੁਦ ਹੀ ਸਹੀ ਨਹੀਂ ਆ। ਜਿਹੜਾ ਮਨੁੱਖ ਖੁਦ ਪਵਿੱਤਰ ਨਹੀਂ ਆ, ਜਿਹੜੇ ਮਨੁੱਖ ਨੇ ਖੁਦ ਖੁਦਾ ਨੂੰ ਕਦੇ ਦੇਖਿਆ ਨਹੀਂ ਆ, ਉਹ ਲੋਕਾਂ ਨੂੰ ਦਾਵਾ ਨਹੀਂ ਕਰਾ ਸਕਦਾ ਵੀ ਮੈਂ ਤੁਹਾਨੂੰ ਖੁਦਾ ਨੂੰ ਤੁਹਾਨੂੰ ਦਿਖਾਊਂਗਾ। ਕਿਉਂਕਿ ਉਹੀ ਮਨੁੱਖ ਤੁਹਾਨੂੰ ਖੁਦਾ ਦੇ ਕੋਲ ਲੈ ਕੇ ਜਾਵੇਗਾ ਜਿਹਨੂੰ ਖੁਦਾ ਨੇ ਦਰਸ਼ਨ ਦਿੱਤਾ ਹੋਵੇ, ਜਿਹਦੇ ਨਾਲ ਖੁਦਾ ਨੇ ਗੱਲ ਕੀਤੀ ਹੋਵੇ। ਇਹਦਾ ਮਤਲਬ ਇਹ ਹੁੰਦਾ, ਜੇ ਮੰਨ ਲਓ ਕਿਸੇ ਸੇਵਕ ਨੂੰ ਖੁਦਾ ਦਾ ਰੂਪ ਦਰਸ਼ਨ ਦਿੰਦਾ, ਇਹ ਉਹ ਪ੍ਰਗਟਾਵਾ ਹੁੰਦਾ ਆ ਵੀ ਮੈਂ ਤੇਰੇ ਨਾਲ ਆ, ਤੂੰ ਮੇਰੀ ਸੇਵਕਾਈ ਕਰ ਆਤਮਾ ਸੱਚਾਈ ਦੇ ਨਾਲ। ਜਿੰਨੇ ਲੋਕ ਤੇਰੇ ਆ ਸਾਰੇ ਦੇ ਸਾਰੇ ਖੁਦਾ ਦੇ ਰਾਜ ਵਿੱਚ ਜਾਣਗੇ। ਹੁਣ ਸਾਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ। ਹੁਣ ਦੇਖੋ ਬਾਈਬਲ ਇਸ ਚੀਜ਼ ਨੂੰ ਸਾਨੂੰ ਬਿਆਨ ਕਰ ਰਹੀ ਵੀ ਸਾਡੇ ਜੀਵਨ ਕਿਸ ਤਰ੍ਹਾਂ ਦੇ ਚਾਹੀਦੇ ਆ। ਸਾਡੇ ਜੀਵਨ ਬਹੁਤ ਵਧੀਆ ਹੋਣੇ ਚਾਹੀਦੇ ਆ। ਸਾਡੇ ਜੀਵਨ ਪਾਕ ਪਵਿੱਤਰ ਤੇ ਸਾਫ਼ ਹੋਣੇ ਚਾਹੀਦੇ ਆ। ਜੇ ਸਾਡੇ ਜੀਵਨ ਪਾਕ ਪਵਿੱਤਰ ਸਾਫ਼ ਨਹੀਂ ਆ ਤੇ ਸਾਡਾ ਕੋਈ ਫਾਇਦਾ ਨਹੀਂ ਆ ਖੁਦਾ ਦੀ ਭਗਤੀ ਕਰਨ ਦਾ। ਫਿਰ ਕੀ ਆ, ਇਹ ਜਿਹੜੀ ਸਾਡੀ ਭਗਤੀ ਆ ਵਿਅਰਥ ਹੋਵੇਗੀ, ਇਹ ਵਿਅਰਥ ਭਗਤੀ ਹੋਵੇਗੀ। ਇਸ ਕਰਕੇ ਕਿਹਾ ਗਿਆ ਜਿਹੜਾ ਡਰਾਈਵਰ ਆ ਉਹ ਅੰਨਾ ਨਹੀਂ ਹੋਣਾ ਚਾਹੀਦਾ, ਜਿਹੜਾ ਸੇਵਕ ਆ ਉਹ ਮਸੀਹ ਦੇ ਨਾਲ ਅਨੋਇੰਟਿੰਗ ਦੇ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਆ, ਤਾਂ ਕਿ ਕਲੀਸਿਆ ਵਧੇ ਤੇ ਫੁੱਲੇ। ਮੈਂ ਤੁਹਾਨੂੰ ਦੱਸਦਾ, ਜਦੋਂ ਇੱਕ ਕਿਸਾਨ ਬੀਜ ਨੂੰ ਸਿੱਟਦਾ ਆ ਖੇਤਾਂ ਦੇ ਵਿੱਚ, ਉਦੋਂ ਕੀ ਹੁੰਦਾ ਆ, ਬੀਜ ਮਰਦਾ ਆ ਫਿਰ ਉੱਗਦਾ ਆ। ਲੇਕਿਨ ਜੇ ਕਿਸਾਨ ਨੂੰ ਬੀਜ ਸਿੱਟਣਾ ਨਾ ਆਵੇ, ਜੇ ਉਹਨੂੰ ਪਾਣੀ ਦੇਣਾ ਨਾ ਆਵੇ, ਉਹਨੂੰ ਸੰਭਾਲ ਕਰਨੀ ਨਾ ਆਵੇ, ਤਾਂ ਕਿਸ ਤਰ੍ਹਾਂ ਕਟਾਈ ਕਰੂਗਾ? ਉਹ ਫਿਰ ਉਸ ਖੇਤ ਦੇ ਵਿੱਚੋਂ ਕੁਝ ਵੀ ਨਹੀਂ ਲੈ ਸਕਦਾ। ਉਹ ਖੇਤ ਦੇ ਵਿੱਚੋਂ ਸਿਰਫ ਉਹਨੂੰ ਤੂੜੀ ਮਿਲੂਗੀ, ਬੀਜ ਨਹੀਂ ਮਿਲੂਗਾ। ਜੇ ਸਾਨੂੰ ਬੀਜ ਚਾਹੀਦਾ ਆ ਤੇ ਸਾਨੂੰ ਕੀ ਚਾਹੀਦਾ? ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ। ਤੇ ਕਲੀਸਿਆ ਦੇ ਲੋਕਾਂ ਨੂੰ ਵੀ ਚਾਹੀਦਾ ਵੀ ਤੁਸੀਂ ਵੀ ਉਸੇ ਤਰ੍ਹਾਂ ਜੀਵਨ ਬਤੀਤ ਕਰੋ। ਕੋਈ ਵੀ ਬੰਦਾ ਬਾਈਬਲ ਵਿੱਚ, ਕੋਈ ਸੇਵਕ ਆ ਚਾਹੇ ਕੋਈ ਵਿਸ਼ਵਾਸੀ ਆ, ਉਹਨਾਂ ਲਈ ਅਲੱਗ-ਅਲੱਗ ਹੁਕਮ ਨਹੀਂ ਆ, ਸਭਨਾਂ ਲਈ ਇੱਕੋ ਹੀ ਹੁਕਮ ਆ। ਉਹਦੇ ਵਚਨ ਦੀ ਪ੍ਰਤੀਤ ਕਰੋ, ਉਹਦੇ ਵਚਨ ਪਿੱਛੇ ਚੱਲੋ। ਖੁਦਾ ਬੰਨੇ ਕੋਈ ਅਲੱਗ-ਅਲੱਗ ਚੀਜ਼ਾਂ ਨਹੀਂ ਰੱਖੀਆਂ। ਹਾਂ, ਜਿਹੜੇ ਸੇਵਕ ਹੁੰਦੇ ਉਹਨਾਂ ਵਾਸਤੇ ਥੋੜੀ ਅਲੱਗ ਗੱਲਾਂ ਹੁੰਦੀਆਂ ਇਸ ਤਰ੍ਹਾਂ ਵੀ ਉਹ ਗੰਭੀਰ ਹੋਣੇ ਚਾਹੀਦੇ ਆ, ਪ੍ਰਬੰਧ ਕਰਨ ਵਾਲੇ ਹੋਣੇ ਚਾਹੀਦੇ ਆ। ਤਾਂ ਕਰਕੇ ਖੁਦਾ ਦਾ ਵਚਨ ਕਹਿ ਰਿਹਾ ਆ ਵੀ ਪ੍ਰਬੰਧ ਕਰਨ ਵਾਲੇ ਹੋਣ। ਜੇ ਆਪਣੇ ਘਰ ਦਾ ਪ੍ਰਬੰਧ ਨਾ ਕਰਨਾ ਜਾਣਦੇ ਹੋਣ ਤੇ ਕਲੀਸਿਆ ਦਾ ਪ੍ਰਬੰਧ ਨਹੀਂ ਕਰ ਸਕਦੇ। ਕਿਉਂ ਖੁਦਾਵੰਦ ਨੇ ਬਾਰ-ਬਾਰ ਗੱਲ ਕਹੀ? ਇਸੇ ਕਰਕੇ ਕਹੀ ਆ ਕਿਉਂਕਿ ਸੇਵਕ ਦੇ ਪਿੱਛੇ ਕਲੀਸਿਆ ਹੁੰਦੀ ਆ।
ਸੇਵਕ ਚਾਹੇ ਤਾਂ ਉਹਨਾਂ ਨੂੰ ਟੋਏ ਵਿੱਚ ਸਿੱਟ ਦਵੇ, ਜੇ ਸੇਵਕ ਚਾਹੇ ਤਾਂ ਖੁਦਾ ਦੇ ਰਾਜ ਵਿੱਚ ਲੈ ਕੇ ਜਾ ਸਕਦਾ। ਇਹ ਸਭ ਸੇਵਕ ਦੇ ਹੱਥ ਵਿੱਚ ਹੁੰਦਾ। ਜੇ ਸੇਵਕ ਮਜ਼ਬੂਤ ਹੋਵੇ ਤੇ ਕਲੀਸਿਆ ਵੀ ਮਜ਼ਬੂਤ ਹੋਵੇਗੀ। ਜੇ ਸੇਵਕ ਖੁਦਾ ਦੇ ਰਾਜ ਵਿੱਚ ਜਾਣ ਦੀਆਂ ਗੱਲਾਂ ਕਰਦਾ ਹੋਵੇ ਤੇ ਖੁਦਾ ਦੇ ਰਾਜ ਦੇ ਵਿੱਚ ਉਹ ਕਲੀਸਿਆ ਜਾਵੇਗੀ। ਕਿਸ ਤਰ੍ਹਾਂ ਜਾਵੇਗੀ? ਸੇਵਕ ਪੂਰੀ ਤਰ੍ਹਾਂ ਮਸੀਹ ਦੇ ਨਾਲ, ਵਚਨ ਦੇ ਨਾਲ, ਪ੍ਰਾਰਥਨਾ ਦੇ ਨਾਲ, ਫਾਸਟਾਂ ਦੇ ਨਾਲ ਭਰਿਆ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਵੀ ਸੇਵਕ ਕੈਂਡੀ ਕ੍ਰਸ਼ ਖੇਡ ਰਿਹਾ, ਸੇਵਕ ਗੇਮਾਂ ਖੇਡ ਰਿਹਾ, ਸੇਵਕ ਕੁੱਲੂ ਮਨਾਲੀ ਜਾ ਰਿਹਾ ਘੁੰਮਣ ਵਾਸਤੇ। ਇਹ ਨਹੀਂ ਆ। ਖੁਦਾ ਦੇ ਪੈਸੇ ਨੂੰ ਕੋਈ ਵੀ ਗਲਤ ਇਸਤੇਮਾਲ ਨਹੀਂ ਕਰ ਸਕਦਾ। ਜੇ ਖੁਦਾ ਨੇ ਸੇਵਕਾਈਆਂ ਦਿੱਤੀਆਂ ਉਹਨੂੰ ਸਹੀ ਹਿਸਾਬ ਨਾਲ ਕਰਨਾ ਚਾਹੀਦਾ ਸਾਨੂੰ, ਤਾਂ ਸੇਵਕਾਈ ਕਲੀਅਰ ਹੁੰਦੀ ਹੈ। ਅਦਰਵਾਈਜ਼ ਕੋਈ ਸੇਵਕਾਈ ਕਲੀਅਰ ਨਹੀਂ ਆ। ਇਸ ਕਰਕੇ ਮੈਂ ਅੱਜ ਜਿਹੜੀ ਪ੍ਰਚਾਰ ਕੀਤਾ ਸੀ, ਮੈਂ ਇਸੇ ਚੀਜ਼ ਤੇ ਕੀਤਾ ਸੀ ਵੀ ਜਿਹੜੇ ਸੇਵਕ ਆ ਉਹਨਾਂ ਦਾ ਕਰੈਕਟਰ ਸਿਸਟਮ ਵਧੀਆ ਹੋਣਾ ਚਾਹੀਦਾ। ਆਪਣੇ ਕਲੀਸਿਆ ਦੇ ਲੋਕਾਂ ਵਿੱਚ ਪ੍ਰਚਾਰ ਕਰੋ ਵੀ ਤੁਸੀਂ ਕਿਹੜੇ ਕੰਮ ਕਰ ਸਕਦੇ ਹੋ, ਕਿਹੜੇ ਕੰਮ ਤੁਸੀਂ ਨਹੀਂ ਕਰ ਸਕਦੇ। ਅਸੀਂ ਖੁਦ ਕਹਿੰਦੇ ਜਾ ਕੇ ਤੁਸੀਂ ਆਹ ਕੋਰਸ ਕਰ ਲਓ, ਬਾਅਦ ਪਤਾ ਲੱਗਦਾ ਵੀ ਉਸ ਕੋਰਸ ਦੇ ਵਿੱਚ ਤਾਂ ਜੀਨ ਦੀ ਪੈਂਟ ਪਾਣੀ ਪੈਂਦੀ ਆ, ਪੈਂਟਾਂ ਪਾਣੀਆਂ ਪੈਂਦੀਆਂ। ਇਹਦਾ ਕੀ ਮਤਲਬ? ਤੁਸੀਂ ਗਲਤ ਸਿੱਖਿਆ ਦੇ ਰਹੇ ਹੋ। ਇਹ ਕੀ ਆ? ਇਹ ਗਲਤ ਸਿੱਖਿਆ ਹੈ, ਸਹੀ ਸਿੱਖਿਆ ਨਹੀਂ ਹੈ। ਉਹਨਾਂ ਨੂੰ ਸਿਖਾਓ। ਨਬੀ ਨੇ ਕਿਹਾ ਸੇਵਕ ਦਾ ਕੰਮ ਹੁੰਦਾ ਕਲੀਸਿਆ ਵਿੱਚ ਸਿਖਾਵੇ ਤੁਸੀਂ ਕਿਹੜੇ ਬਿਜ਼ਨਸ ਕਰ ਸਕਦੇ ਹੋ, ਕਿਹੜੇ ਬਿਜ਼ਨਸ ਤੁਸੀਂ ਨਹੀਂ ਕਰ ਸਕਦੇ। ਕੁਝ ਕੰਮ ਸ਼ੈਤਾਨ ਵੱਲੋਂ ਆ ਤੇ ਕੁਝ ਕੰਮ ਦੀ ਸਾਨੂੰ ਆਗਿਆਕਾਰੀ ਹੈਗੀ ਆ, ਜਿਹੜੇ ਕੰਮ ਅਸੀਂ ਕਰ ਸਕਦੇ ਆ। ਹੁਣ ਅਸੀਂ ਕਿਸੇ ਨੂੰ ਠੱਗੀ ਨਹੀਂ ਮਾਰ ਸਕਦੇ, ਵਿਆਜ ਦਾ ਪੈਸਾ ਨਹੀਂ ਲੈ ਸਕਦੇ। ਇਹ ਕੀ ਹੈ? ਗਲਤ ਕੰਮ ਆ, ਹਨਾ। ਇਸੇ ਤਰ੍ਹਾਂ ਕੁਝ ਸਹੀ ਕੰਮ ਹੁੰਦੇ ਜਿਨ੍ਹਾਂ ਨੂੰ ਅਸੀਂ ਆਪਣੀ ਮਿਹਨਤ ਦੇ ਦੁਆਰਾ ਕਰ ਸਕਦੇ ਆ। ਜੇ ਅਸੀਂ ਖੁਦਾ ਦੇ ਬੇਟੇ ਬੇਟੀਆਂ, ਸਾਨੂੰ ਚਾਹੀਦਾ ਆ ਜੋ ਖੁਦਾ ਦਾ ਵਚਨ ਕਹਿੰਦਾ ਉਹਦੇ ਅਨੁਸਾਰ ਚੱਲੀਏ। ਜੇ ਅਸੀਂ ਕਹਾਂਗੇ ਮੈਂ ਨੌਕਰੀ ਕਰਨੀ, ਪੈਸਾ ਕਮਾਣਾ, ਫਿਰ ਤੁਸੀਂ ਪੈਸਾ ਕਮਾਓ, ਨੌਕਰੀ ਕਰੋ, ਫਿਰ ਤੁਹਾਡਾ ਖੁਦਾ ਦੇ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਇਸ ਚੀਜ਼ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ। ਪਰਮੇਸ਼ਰ ਸਾਰਿਆਂ ਨੂੰ ਬਰਕਤ ਦੇਵੇ। ਆਓ ਆਖਰੀ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ ਕਰਦਾ ਪਿਤਾ ਜੀ। प्रभु यीशु मसीह जो आज का वचन सी खुदावन प्रभु जी, तू जानता है प्रभु जी किसी मांस के लहू ने नहीं खुदावन, पवित्र आत्मा जो तू मेरे द्वारा बुलाया प्रभु जी मैं वही बोलिया हाँ खुदावन। ते मैं चाहना प्रभु यीशु मसीह एक एक दे जीवन नू, एक एक दे हृदय नू बदल दे खुदावंदा। मेरे महान पिता तेरा वड्डा मसा इन्हां दे उपर होए प्रभु जी। इन्हां दे घर चों सारियां दुख बीमारियां परेशानियां खत्म होण खुदावंदा। ते मेरे महान पिता प्रभु यीशु मसीह ए अयूब वर्गे बन जाण प्रभु यीशु मसीह, उस प्रतावे नू सह लैण खुदावंदा। जे इन्हां दे घर दे विच लड़ाई झगड़ा प्रभु जी सब तेरे नाम विच खत्म होवे खुदावंदा। तू इस कलीसिया ते दया कर प्रभु जी। ए किसी मनुख दे कोल नहीं पवित्र आत्मा, ए तेरे कोल आए हन उकाब मां। तू इन्हां ते दया कर, इन्हां नू अपने खंभा दे हेठ लै खुदावंदा। ते प्रभु यीशु मसीह एक दे जीवन नू बचा प्रभु यीशु मसीह, क्योंकि मेरे महान पिता मेरा एक ही मकसद है प्रभु यीशु मसीह, मैं लोकां दे जीवनां नू प्रभु जी तेरे वचन दे नाल जोड़ा प्रभु जी। मेरी सेवकाई सुधार दी सेवकाई है प्रभु जी, मैं लोकां दा सुधार करा खुदावंदा। तू दया कर, कृपा कर, एक एक जन नू ब्लेस कर। तेरे जिंदा जलाली सामर्थ्य नाम प्रभु यीशु मसीह दे विच मंगदे हां, आमीन।